أشهد أن لا إله إلا الله وحده لا شريك له أشهد أن لا إله إلا الله وحده لا شريك له وأشهد أن محمدا عبده ورسوله أما بعد فأعوذ بالله من الشيطان الرجيم بسم الله الرحمن الرحيم ਦੁਨੀਆ ਭਰ 'ਚ ਵਸਣ ਵਾਲੇ ਭੈਣ ਭਰਾ ਜਿਹੜਾ ਸਾਡਾ ਪ੍ਰੋਗਰਾਮ ਸੁਣਦੇ ਨੇ, ਦੇਖਦੇ ਨੇ, ਜਿਹੜੇ ਬਾਅਦ 'ਚ ਵੀ ਸਾਡਾ ਪ੍ਰੋਗਰਾਮ ਸੁਣਨਗੇ ਜਾਂ ਵੇਖਣਗੇ, ਰੱਬ ਕਰੇ ਕਿ ਉਹ ਸਦਾ ਖੁਸ਼ ਰਹਿਣ। ਤਮਾਮ ਆਮਦੀ ਭੈਣ ਭਰਾ ਜਿਹੜਾ ਸਾਡਾ ਪ੍ਰੋਗਰਾਮ ਸੁਣਦੇ ਨੇ, ਸਾਡੇ ਰੱਬ ਸੋਹਣੇ ਕੋਲ ਦੁਆ ਹੈ ਇਕੱਲਾ ਕਰੇ ਕਿ ਉਹ ਸਾਡੀਆਂ ਗੱਲਾਂ 'ਤੇ ਗੌਰ ਕਰਨ। ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਕੈਨੇਡਾ ਤੋਂ ਬਰਾਹ ਰਾਸਤ ਦੋਸਤਾਂ ਦੀ ਖਿਦਮਤ 'ਚ ਪੇਸ਼ ਕੀਤਾ ਜਾਂਦਾ ਹੈ ਔਰ ਅੱਜ ਅਸੀਂ ਇਹ ਵੇਖਦੇ ਹਾਂ, ਇਸ ਗੱਲ 'ਤੇ ਗੌਰ ਕਰਨੇ ਹਾਂ ਕਿ ਅਹਿਮਦੀਆ ਕਲਟ ਦਾ ਦਫਾ ਕਰਨਾ ਕਿਆ ਖੁਦਾ ਦੇ ਅਜ਼ਾਬ ਨੂੰ ਆਵਾਜ਼ ਦੇਣਾ ਹੈ ਕਿ ਨਹੀਂ ਹੈ। ਗੱਲ ਇਸ ਤਰ੍ਹਾਂ ਕਿ ਤੁਹਾਨੂੰ ਮੈਂ ਇੱਕ ਮਿਸਾਲ ਦੇਣਾ। ਇੱਕ ਸੁਣਿਆ ਵਾਕਿਆ ਹੈ ਕਿ ਇੱਕ ਬੰਦਾ ਪਿੰਡ ਦੇ ਵਿੱਚੋਂ ਦੀ ਇੱਕ ਕੁੱਕੜ ਫੜ ਕੇ ਉਹਨੇ ਲੱਤਾਂ ਤੋਂ ਫੜਿਆ ਸੀ ਤੇ ਉਲਟਾ ਲਟਕਾ ਕੇ ਟੁਰਿਆ ਜਾਂਦਾ ਸੀ। ਤੇ ਉਹ ਜਿਹੜਾ ਕੁੱਕੜ ਹੈ, ਕਿਸੇ ਬੰਦੇ ਨੇ ਉਹਨੂੰ ਨਹੀਂ ਕਿਹਾ ਕਿ ਯਾਰ ਇਹਨੂੰ ਸਿੱਧਾ ਕਰ ਲੈ, ਇਹ ਜਾਨਵਰ ਇਹਨੂੰ ਤਕਲੀਫ ਹੋਣ ਡਈ ਹੈ। ਕਿਸੇ ਬੰਦੇ ਨੇ ਉਹਨੂੰ ਇਹ ਮਸ਼ਵਰਾ ਨਹੀਂ ਦਿੱਤਾ। ਸਾਰੇ ਬੰਦੇ ਵਹਿੰਦੇ ਹਨ ਪਏ। ਤੇ ਉਹ ਸਟੋਰੀ ਇਸ ਤਰ੍ਹਾਂ ਹੈ ਕਿ ਉਸ ਪਿੰਡ ਤੇ ਵੀ ਅਜ਼ਾਬ ਆਇਆ। ਉਹਦੀ ਵਜ੍ਹਾ ਇਹ ਸੀ ਕਿ ਜ਼ੁਲਮ ਵਹਿੰਦਿਆਂ ਹੋਇਆਂ ਖਾਮੋਸ਼ ਰਹਿਣਾ ਵੀ ਬੰਦਾ ਉਸ ਜ਼ੁਲਮ ਦਾ ਹਿੱਸਾ ਬਣ ਜਾਂਦਾ। ਲੇਕਿਨ ਇੱਕ ਚੀਜ਼ ਹੋਰ ਜਿਹੜੀ ਮੈਂ ਜ਼ਿੰਦਗੀ 'ਚ ਖੁਦ ਵੀ ਗੌਰ ਕੀਤੀ ਹੈ, ਜਿਹੜੇ ਦਾ ਬਾਕੀ ਭੈਣ ਭਰਾ ਜਿਨ੍ਹਾਂ ਨੇ ਕੋਈ ਜ਼ਿੰਦਗੀ ਜਿਉਣੀ ਵੀ ਗੁਜ਼ਾਰੀ ਹੈ, ਉਹ ਖੁਦ ਆਪਣਾ ਮੁਹਾਸਬਾ ਕਰਨ, ਇਸ ਗੱਲ 'ਤੇ ਗੌਰ ਕਰਨ। ਜ਼ੁਲਮ ਕਰਨਾ ਤੇ ਜ਼ੁਲਮ ਵੇਖ ਕੇ ਆਪਣੀ ਤਾਕਤ ਦੇ, ਜਿੰਨੀ ਕੁ ਤੁਹਾਨੂੰ ਰੱਬ ਨੇ ਤਾਕਤ ਦਿੱਤੀ ਹੈ, ਉਸ ਤਾਕਤ ਦੇ ਮੁਤਾਬਕ ਉਸ ਜ਼ੁਲਮ ਨੂੰ ਨਾ ਰੋਕਣਾ। ਅਗਰ ਤੁਸੀਂ ਇਹ ਕੰਮ ਕਰਦੇ ਹੋ, ਮੈਂ ਇਸ ਚੀਜ਼ 'ਤੇ ਕਈ ਦਫਾ ਗੌਰ ਕੀਤਾ, ਤੁਸੀਂ ਖੁਦ ਗੌਰ ਕਰ ਲਿਓ ਜਾਂ ਆਪਣੀ ਜਿਹੜੀ ਗੁਜ਼ਰ ਗਈ ਜ਼ਿੰਦਗੀ ਉਹਦੇ 'ਤੇ ਗੌਰ ਕਰਿਓ। ਜਿਹੜਾ ਬੰਦਾ ਜ਼ੁਲਮ ਨੂੰ ਡੱਕ ਸਕਦਾ ਹੋਏ ਨਾ ਡੱਕੇ, ਉਹ ਜ਼ਰੂਰ ਉਹਨੂੰ ਕੁਝ ਨਾ ਕੁਝ ਸਜ਼ਾ ਜ਼ਰੂਰ ਮਿਲਦੀ ਹੈ। ਉਹਦੀਆਂ ਅੱਖਾਂ ਦੇ ਸਾਹਮਣੇ ਜ਼ੁਲਮ ਹੋਇਆ, ਉਹਨੇ ਨਾ ਦਿਲ 'ਚ ਬੁਰਾ ਮਨਾਇਆ, ਨਾ ਜ਼ੁਬਾਨ ਨਾਲ ਉਹਨੂੰ ਰੋਕਿਆ, ਨਾ ਹੱਥ ਨਾਲ ਰੋਕਿਆ, ਉਹ ਜ਼ਰੂਰ ਖੁਦਾ ਦੀ ਪਕੜ 'ਚ ਆਉਂਦਾ ਹੈ। ਇਹ ਕਾਨੂੰਨ ਹੈ ਕੁਦਰਤ ਹੈ। ਤੇ ਜਿਹੜਾ ਜ਼ੁਲਮ ਕਰਾਏ ਉਹ ਖੁਦ ਸੋਚੇ ਕਿ ਉਹ ਖੁਦਾ ਦੇ ਅਜ਼ਾਬ ਨੂੰ ਕਿਵੇਂ ਵਾਜਾ ਮਾਰਦਾ ਹੈ। ਗੱਲ ਕਰਨੀ ਆ ਅੱਜ ਦੇ ਅਹਿਮਦੀਆ ਕਲਟ ਦਾ ਵਿੱਚ ਜੋ ਜ਼ੁਲਮ ਹੋ ਰਿਹਾ ਹੈ। ਜਿਹੜੇ ਮਲੰਗ ਮਲੰਗਣੀਆਂ, ਕਾਦੀਆਨੀ ਮਲੰਗ ਮਲੰਗਣੀਆਂ ਜਿਹੜੇ ਇਹਦਾ ਸਾਥ ਦਿੰਦੇ ਨੇ, ਕਿਆ ਉਹ ਖੁਦਾ ਦੇ ਅਜ਼ਾਬ ਨੂੰ ਆਵਾਜ਼ਾਂ ਦੇ ਰਹੇ ਨੇ ਜਾਂ ਨਹੀਂ ਦੇ ਰਹੇ? ਉਹ ਖੁਦ ਗੌਰ ਕਰ ਲੈਣ। ਮੈਂ ਕੋਸ਼ਿਸ਼ ਕਰਨਾ ਕਿ ਮੈਂ ਕੁਝ ਹਕਾਇਕ ਤੁਹਾਡੇ ਸਾਹਮਣੇ ਰੱਖਾਂ।
ਜਦੋਂ ਮੈਂ ਇੱਕ ਹੋਰ ਚੀਜ਼ ਤੁਹਾਡੇ ਅੱਗੇ ਸਾਹਮਣੇ ਰੱਖਾਂ ਕਿ ਦੇਖੋ ਰੋਜ਼ੇ ਦੇ ਬਾਰੇ 'ਚ ਵੀ ਇਹ ਵੇ ਕਿ ਅਗਰ ਤੇ ਤੁਸੀਂ ਭੁੱਲ ਕੇ ਕੋਈ ਚੀਜ਼ ਖਾ ਲਓ ਉਹਦੀ ਮਾਫੀ ਹੈ, ਪਰ ਜੇ ਤੁਸੀਂ ਜਾਣਦਿਆਂ ਬੁੱਝਦਿਆਂ ਹੋਇਆਂ ਰੋਜ਼ਾ ਤੋੜੋ ਉਹਦੀ ਸਜ਼ਾ ਬਹੁਤ ਹੈ। ਨੰਬਰ 1, ਇਸ ਤਰ੍ਹਾਂ ਹੀ ਤੁਸੀਂ ਮਿਸਾਲ ਦੇ ਤੌਰ ਤੇ ਕਈ ਐਸੇ ਵਾਕਿਆਤ ਨੇ, ਕਈ ਦਫਾ ਕੋਈ ਕਤਲ ਹੋ ਜਾਂਦਾ, ਅੱਲਾ ਮਾਫ ਕਰੇ, ਅਗਰ ਤੇ ਇਹ ਸਬੂਤ ਮਿਲ ਜਾਏ ਕਿ ਮਾਰਨ ਨਾਲ ਵਾਲੇ ਦਾ ਕਸੂਰ ਨਹੀਂ, ਗਲਤੀ ਨਾਲ ਜਾਂ ਐਕਸੀਡੈਂਟਲੀ ਉਸ ਬੰਦੇ ਕੋਲੋਂ ਉਹਨੇ ਕੋਸ਼ਿਸ਼ ਵੀ ਕੀਤੀ ਹੈ ਤੇ ਇਹ ਦੂਜਾ ਬੰਦੇ ਦਾ ਨੁਕਸਾਨ ਹੋ ਗਿਆ, ਕਈ ਦਫਾ ਲੋਕ ਮਾਫ ਕਰ ਦਿੰਦੇ ਨੇ ਔਰ ਅਦਾਲਤ ਵੀ ਅਗਰ ਉਹਨੂੰ ਵਹਿੰਦੀ ਹੈ ਤੇ ਉਹਦੀ ਸਜ਼ਾ ਘਟ ਜਾਂਦੀ ਹੈ। ਔਰ ਅਗਰ ਇੱਕ ਬੰਦਾ ਮਨਸੂਬਾ ਕਰਕੇ ਕਿਸੇ ਦਾ ਕਤਲ ਕਰਦਾ ਜਾਂ ਕਿਸੇ ਦਾ ਨੁਕਸਾਨ ਕਰਦਾ, ਉਹਨੂੰ ਅਦਾਲਤ ਵੀ ਮਾਫ ਨਹੀਂ ਕਰਦੀ, ਦੁਨੀਆ ਦੀ ਅਦਾਲਤ ਨਹੀਂ ਮਾਫ ਕਰਦੀ ਅਗਰ ਇਹ ਸਾਬਤ ਹੋ ਜਾਏ ਕਿ ਇਰਾਦੇ ਨਾਲ ਮਾਰਿਆ। ਤਮਾਮ ਉਹ ਅਹਿਮਦੀ ਭੈਣ ਭਰਾ, ਕਿਉਂਕਿ ਮੈਂ ਵੀ ਆਮਦੀ ਸੀ, 30 ਸਾਲ ਤਕਰੀਬਨ ਮੈਂ ਵੀ ਮਸਰੂਰੇ ਜਾਹਲ ਦਾ ਇੱਕ ਅੰਨਾ ਮਲੰਗ ਸਾਂ। ਮੈਂ ਵੀ ਇਹੀ ਸਮਝਦਾ ਹਾਂ ਕਿ ਮਸਰੂਰ ਸਾਹਿਬ ਡੈਪਰ ਵਾਲੀ ਸਰਕਾਰ ਇਹ ਰੱਬ ਦਾ ਪਿਆਰਾ ਹੈ, ਇਹਦੇ ਉੱਤੇ ਸ਼ਾਇਦ ਕੋਈ ਨਹੀਂ, ਤੇ ਸਾਡੇ ਮਰਬੀ ਦੁੱਧ ਦੇ ਧੁਪੇ ਨੇ ਤੇ ਸਾਡਾ ਚੰਦਾ ਜਨਾਬ ਸਿੱਧਾ ਤਬਲੀਗ ਤੇ ਲੱਗਦਾ ਪਿਆ, ਤੇ ਅਸੀਂ ਜਮਾਤ ਜਿਹੜੀ ਹੈ ਨਾ ਖੁਦਾ ਦੇ ਜ਼ਮੀਨ ਦੇ ਉੱਤੇ ਪਾਕ ਧਰਤੀ ਦੇ ਉੱਤੇ ਅਸੀਂ ਸਭ ਤੋਂ ਜ਼ਿਆਦਾ ਪਾਕ ਅਸੀਂ ਹਾਂ 4 ਲੋਕ। ਬੜਾ ਮੈਨੂੰ ਇਸ ਗੱਲ ਤੇ ਯਕੀਨ ਸੀ, ਔਰ ਜਦੋਂ ਮੈਨੂੰ ਯਕੀਨ ਸੀ ਤੇ ਮੈਨੂੰ ਪਤਾ ਨਹੀਂ ਸੀ ਦੂਸਰੀ ਬਾਈ ਦਾ ਕਿ ਹਕੀਕਤ ਕੀ ਹੈ, ਤੇ ਮੈਂ ਕਿਸੇ ਤੌਰ ਤੇ ਜਾਂ ਦਲੀਲ ਮੈਂ ਦੇ ਸਕਣਾ ਕਿ ਯਾਰ ਮੈਂ ਕਹਿ ਸਕਣਾ ਕਿ ਯਾਰ ਮੈਨੂੰ ਤੇ ਪਤਾ ਹੀ ਨਹੀਂ ਸੀ, ਮੈਂ ਤੇ ਹਨੇਰੇ 'ਚ ਮਾਰਿਆ ਗਿਆ। ਪਰ ਜੇ ਮੈਨੂੰ ਪਤਾ ਹੁੰਦਾ ਕਿ ਇਹ ਆਮਦੀਆ ਕਲਟ, ਇਹਦੇ ਜਿੰਨਾ ਗਲੀਜ਼ ਔਰ ਬਦਕਾਰ ਕਲਟ ਦੁਨੀਆ ਤੇ ਕੋਈ ਨਹੀਂ, ਹਿਸਟਰੀ 'ਚ ਕੋਈ ਨਹੀਂ, ਤੇ ਫਿਰ ਮੈਂ ਸਾਥ ਦਿੰਦਾ ਤੇ ਮੇਰਾ ਨਹੀਂ ਖਿਆਲ ਕਿ ਮਾਫੀ ਹੁੰਦੀ। ਮੈਂ ਇਰਾਦੇ ਨਾਲ ਜ਼ੁਲਮ ਕਰਨਾ ਸੀ। ਮੈਨੂੰ ਜਦੋਂ ਪਤਾ ਲੱਗ ਗਿਆ ਸੀ ਕਿ ਮਸਰੂਰ ਹਜ਼ੂਰ ਨਹੀਂ ਬਲਕਿ ਸੂਰ ਹੈ, ਮੈਂ ਨਹੀਂ 4 ਮਿੰਟ ਲਾਏ, ਮੈਂ ਪਿੱਛੇ ਹਟ ਗਿਆ। ਕੁੱਲ ਰਿਸ਼ਤੇ ਕੁੱਲ ਤਲਕ ਬਰਬਾਦ ਮੈਂ ਨਹੀਂ ਕੀਤੇ, ਇਹ ਮਸਰੂਰ ਸਾਹਿਬ ਦੇ ਸਿਸਟਮ ਨੇ ਕੀਤੀ ਹੈ, ਜਿਹੜੇ ਆਮਦੀਆ ਕਲਟ ਨੇ ਦਿੱਤਾ ਹੈ, ਮੈਂ ਨਹੀਂ ਕੀਤੇ। ਮਜਬੂਰੀ ਇਹ ਕਾਦੀਆਨੀਆਂ ਦੀ, ਇਹਨਾਂ ਦੇ ਰਿਸ਼ਤੇ ਬਰਬਾਦ ਹੋ ਜਾਂਦੇ ਨੇ। ਐਨੀਵੇ ਗੱਲ ਕਰਦੇ ਹਾਂ ਜਿਨ੍ਹਾਂ ਆਮਦੀ ਭੈਣ ਭਰਾਵਾਂ ਨੂੰ ਨਹੀਂ ਪਤਾ, ਉਹਨਾਂ ਦੇ ਉੱਤੇ ਤੇ ਇਹ ਹੱਦ ਸ਼ਾਇਦ ਲਾਗੂ ਨਹੀਂ ਹੁੰਦੀ, ਪਰ ਜਿਨ੍ਹਾਂ ਆਮਦੀ ਭੈਣ ਭਰਾਵਾਂ ਨੂੰ ਇਹ ਪਤਾ ਲੱਗ ਗਿਆ ਕਿ ਆਮਦੀਆ ਕਲਟ ਹੈ ਕੀ, ਇਹ ਮਰਬੀ ਜਿਹੜੇ ਦੂਜਿਆਂ ਨੂੰ ਆਂਦੇ ਸਨ ਕਿ ਦੂਜੇ ਉਲਾਮਾ ਬਦਤਰੀਨ ਮਖਲੂਕ ਨੇ ਜ਼ਮੀਨ ਦੇ ਉੱਤੇ, ਦੂਸਰੇ ਹਨ ਕਿ ਇਹ ਨੇ ਕਾਦੀਆਨੀ ਨੇ, ਇਹ ਟੋਲਾ ਹੈ। ਇਹਦੇ ਬਾਵਜੂਦ ਵੀ ਅਗਰ ਆਮਦੀ ਭੈਣ ਭਰਾ ਇਸ ਕਲਟ ਦਾ ਸਾਥ ਦੇਣ ਤੇ ਮੈਂ ਦਾਅਵੇ ਨਾਲ ਨਾ ਕਿ ਉਹ ਖੁਦਾ ਦੇ ਅਜ਼ਾਬ ਨੂੰ ਵਾਜ਼ਾ ਮਾਰ ਦੇਣੇ ਪਏ। ਗੱਲ ਕਰਦੇ ਹਾਂ ਕੁਝ ਸਬੂਤ ਮੈਂ ਤੁਹਾਡੇ ਸਾਹਮਣੇ ਰੱਖਣਾ, ਜਿਹੜੇ ਆਮਦੀ ਭੈਣ ਭਰਾ ਜਿਨ੍ਹਾਂ ਨੂੰ ਨਹੀਂ ਪਤਾ ਉਹ ਸੁਣ ਲਓ, ਤੇ ਜਿਨ੍ਹਾਂ ਨੂੰ ਪਤਾ ਹੈ ਇਹਨਾਂ ਚੀਜ਼ਾਂ ਦਾ ਜਿਹੜੀਆਂ ਮੈਂ ਦੱਸਾਂਗਾ ਅੱਜ, ਉਹ ਸੋਚ ਲਓ ਕਿ ਜੇ ਤੁਸੀਂ ਇਹਨਾਂ ਚੀਜ਼ਾਂ ਦੇ, ਇਹਨਾਂ ਹਕੀਕਤਾਂ ਦੇ ਹੋਣ ਦੇ ਬਾਵਜੂਦ ਵੀ ਇਸ ਕਲਟ ਦਾ ਸਾਥ ਦਿੰਦੇ ਹੋ, ਤੁਸੀਂ ਖੁਦਾ ਦੇ ਅਜ਼ਾਬ ਨੂੰ ਖੁੱਲੀਆਂ ਖੁੱਲੀਆਂ ਆਵਾਜ਼ਾਂ ਮਾਰਦੇ ਹੋ। ਕੁਝ ਗੱਲਾਂ ਕਰਦੇ ਹਾਂ ਇਸ ਬਾਰੇ 'ਚ। ਪਹਿਲੀ ਗੱਲ ਤੇ ਇਹ ਆ ਕਿ ਮਿਰਜ਼ੇ ਗੁਲਾਮ ਕਾਦੀਆਨੀ ਨੇ, ਮੈਂ ਮੋਟੀਆਂ ਕੋਈ ਗੱਲਾਂ ਤੁਹਾਡੇ ਅੱਗੇ ਰੱਖਦਾ ਜਾਨਾ ਤਾਂ ਕਿ ਜਿਹੜਾ ਆਮ ਕਾਦੀਆਨੀ ਹੈ, ਜ਼ਿਆਦਾ ਵਿਚਾਰੇ ਅਨਪੜ੍ਹ ਨੇ, ਅੰਗੂਠਾ ਛਾਪ ਨੇ, ਮਾਂ ਪਿਓ ਨੇ ਵੀ ਮੰਨ ਲਿਆ, ਜਿਵੇਂ ਲੋਕਾਂ ਡੱਬਾ ਪੀਰ ਮੰਨ ਲਿਆ ਸੀ, ਬਲਡੋਜ਼ਰ ਸ਼ਾਹ ਮੰਨ ਲਿਆ, ਇਹਨਾਂ ਮਿਰਜ਼ਾ ਸ਼ਾਹ ਮੰਨ ਲਿਆ, ਨਾ ਕੋਈ ਕਿਤਾਬ ਪੜ੍ਹੀ ਤੇ ਨਾ ਕੋਈ ਗਲਤ ਨਾ ਕੋਈ ਬਾਤ। ਮਿਰਜ਼ੇ ਨੇ ਲਿਖਿਆ ਹੈ, ਤੁਹਾਨੂੰ ਅੱਗੇ ਕਈ ਵਾਰੀ ਦੱਸਿਆ, ਮਿਰਜ਼ਾ ਆਂਦਾ ਕਿ ਹਦੀਸਾਂ 'ਚ ਆਇਆ, ਇੱਕ ਤੋਂ ਜ਼ਿਆਦਾ ਹਦੀਸਾਂ 'ਚ ਆਇਆ
ਕਿ 14ਵੀਂ ਸਦੀ ਚ ਇਮਾਮ ਮਹਿਦੀ ਨੇ ਆਉਣਾ ਸੀ। ਲਿਆਓ, ਇੱਕ ਤੋਂ ਜ਼ਿਆਦਾ ਤੇ ਕਿਤੇ ਰਹਿ ਗਈ। ਇੱਕ ਹਦੀਸ ਹੀ ਦਿਓ, ਬਿਲਕੁਲ ਝੂਠ ਕਾਦੀਆਨੀ ਹੋ। ਜਿਹਨੂੰ ਨਹੀਂ ਪਤਾ, ਮੈਂ ਵੀ ਜਦੋਂ ਮਲੰਗ ਸਾਂ, ਮੈਂ ਵੀ ਅੰਨੇਵਾਹ ਲੋਕਾਂ ਨੂੰ ਆਨਾ ਹੁੰਦਾ ਹਾਂ ਕਿ 14ਵੀਂ ਸਦੀ ਲੰਘ ਗਈ ਹੈ, 15ਵੀਂ ਸ਼ੁਰੂ ਹੋ ਗਈ ਹੈ। ਮਿਰਜ਼ੇ ਨੂੰ ਨਹੀਂ ਜੇ ਮੰਨਣਾ ਤੇ ਕਿਹਨੂੰ ਮੰਨਣਾ ਜੇ? ਅੱਗੇ ਜਿਵੇਂ ਦੇ ਹੀ ਆਪ ਉਵੇਂ ਦੇ ਸਾਡੇ ਸਾਕ, ਉਹ ਮੇਰੇ ਇਰਦ ਗਿਰਦ ਰਹਿਣ ਵਾਲੇ ਵਿਚਾਰੇ ਇਸ ਤਰ੍ਹਾਂ ਦੇ ਨਾ ਉਹਨਾਂ ਨੂੰ ਪਤਾ, ਉਹਨਾਂ ਚੁੱਪ ਕਰਨਾ, ਮੈਂ ਸਮਝਣਾ ਮੈਂ ਜਿੱਤ ਗਿਆ। ਨੋ, ਐਸੀ ਕੋਈ ਹਦੀਸ ਸਿਰੇ ਤੋਂ ਹੈ ਹੀ ਨਹੀਂ। ਤੇ ਫਰਮਾਨ ਰਸੂਲ ਹੈ ਕਿ ਜਿਨਨੇ ਝੂਠ ਮੇਰੀ ਤਰਫ ਮਨਸੂਬ ਕੀਤਾ ਉਹਦਾ ਠਿਕਾਣਾ ਜਹੰਨਮ ਹੈ। ਤੁਸੀਂ ਐਸੇ ਝੂਠੇ ਬੰਦੇ ਨੂੰ ਜਿਹਨੇ ਹਦੀਸਾਂ ਦੇ ਝੂਠ ਬੋਲਿਆ ਉਹਦਾ ਸਾਥ ਦਿੰਦੇ ਹੋ ਜਹੰਨਮੀ ਦਾ, ਜਾਣਦਿਆਂ ਬੁੱਝਦਿਆਂ। ਤੁਸੀਂ ਖੁਦ ਸੋਚ ਲਓ, ਜਾਂ ਤੇ ਹਦੀਸ ਲਿਆਓ। ਮਿਰਜ਼ਾ ਤੇ ਆਂਦਾ ਇੱਕ ਤੋਂ ਜ਼ਿਆਦਾ ਹਦੀਸਾਂ ਨੇ, ਤੁਸੀਂ ਇੱਕ ਹੀ ਲਿਆਓ, ਹਵਾਲਾ ਤੁਹਾਨੂੰ ਦੇ ਦਿਆਂਗੇ, ਕੋਈ ਚੈਲੰਜ ਕਰੇ। ਪਿਛਲੇ ਪ੍ਰੋਗਰਾਮ 'ਚ ਮੈਂ ਕਿਹਾ ਸੀ ਕਿ ਮਿਰਜ਼ੇ ਨੇ ਖਾਬ 'ਚ ਵੇਖਿਆ ਕਿ ਮੇਰੀ ਜਮਾਤ ਜਿਹੜੀ ਉਹ ਬਾਂਦਰ ਤੇ ਸੂਅਰ ਹੈ। ਉਹ ਮੈਨੂੰ ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਵੀ ਮੈਂ ਪ੍ਰੋਗਰਾਮ ਤੇਰਾ ਸੁਣਨਾ ਪਿਆ, ਮੈਨੂੰ ਹਵਾਲਾ ਭੇਜ। ਤੇ ਮੈਂ ਗੂਗਲ ਤੇ ਲਿਖਿਆ ਕਿ ਕਾਦੀਆਨੀ ਜਮਾਤ ਬੰਦਰ ਸੂਅਰ। ਗੂਗਲ ਤੇ ਕੋਈ ਭੈਣ ਭਰਾ ਲਿਖ ਲੇ, ਉਹਦੇ ਫੋਨ ਤੇ ਆ ਜਾਏਗਾ ਮਿਰਜ਼ੇ ਦੀ ਖਾਬ। ਮੈਂ ਕਿਹਾ ਆਲਾ ਯਾਰ ਸਾਹਮਣੇ ਪਈ ਆ। ਜਿਹੜੀਆਂ ਮੈਂ ਅੱਜ ਗੱਲਾਂ ਕਰਾਂ, ਕਿਸੇ ਨੂੰ ਕੋਈ ਹਵਾਲਾ ਚਾਹੀਦਾ ਹੋਏ, ਸਬੂਤ ਚਾਹੀਦਾ ਹੋਏ, ਨੰਬਰ ਸਾਡਾ ਸਾਹਮਣੇ ਚੱਲਦਾ, ਆ ਜਾਓ ਮੈਦਾਨ 'ਚ। ਕੋਈ ਐਸੀ ਹਦੀਸ ਨਹੀਂ ਕਾਦੀਆਨੀ ਹੋ ਤੁਹਾਡੇ ਨਾਲ ਝੂਠ ਬੋਲਿਆ ਮਿਰਜ਼ੇ ਨੇ। ਤੇ ਜਿਹੜਾ ਹਦੀਸਾਂ ਦੇ ਝੂਠ ਬੋਲੇ ਉਹਨੂੰ ਤੁਸੀਂ ਨਬੀ ਤੇ ਤੁਸੀਂ ਨਬੀਆਂ ਦਾ ਅਵਤਾਰ ਤੇ ਪਤਾ ਨਹੀਂ ਕੀ ਕੀ ਮੰਨਦੇ ਹੋ, ਉਹ ਤੁਸੀਂ ਖੁਦਾ ਕੋ ਹਾਜ਼ਰ ਨਹੀਂ ਹੋਣਾ। ਸੋਚੋ। ਦੂਸਰਾ, ਮਿਰਜ਼ੇ ਨੇ ਕਿਹਾ ਕਿ ਹਦੀਸਾਂ 'ਚ ਲਿਖਿਆ ਕਿ ਜਦੋਂ ਇਮਾਮ ਮਹਿਦੀ ਆਏਗਾ ਉਹਦੀ ਸਚਾਈ ਵਾਸਤੇ ਸੂਰਜ ਚੰਨ ਨੂੰ ਗ੍ਰਹਿਣ ਲੱਗੇਗਾ। ਲਿਆਓ ਕਾਦੀਆਨੀ ਮਲੰਗ ਮਲੰਗਣੀਓ, ਲਿਆਓ ਕਿੱਥੇ ਲਿਖਿਆ ਹਦੀਸ? ਸਿਰੇ ਤੋਂ ਹੈ ਹੀ ਕੋਈ ਨਹੀਂ, ਸਿਰੇ ਤੋਂ ਐਸੀ ਹਦੀਸ ਕੋਈ ਨਹੀਂ। ਤੁਸੀਂ ਤੇ ਆਂਦੇ ਹੋ ਕਿ ਜ਼ਮੀਨ ਤੇ ਦੂਰ ਦੀ ਗੱਲ ਹੈ, ਅਸਮਾਨ ਵੀ ਮਿਰਜ਼ੇ ਦੀ ਸਚਾਈ 'ਚ ਖਲੋ ਗਿਆ, ਸੂਰਜ ਵੀ ਖਲੋ ਗਿਆ ਤੇ ਚੰਨ ਵੀ ਖਲੋ ਗਿਆ। ਇਹ ਕੋ ਕਾਦੀਆਨੀ ਮਲੰਗਣੀ ਹੈ, ਉਹਨੇ ਨਜ਼ਮ ਜੋੜੀ ਹੈ, ਚੜ੍ਹਵੇ ਸਾਡੇ ਕਾਦੀਆਂ ਦੇ ਚੰਨਾ, ਚੜ੍ਹਵੇ ਸਾਡੇ ਰਵੇ ਦੇ ਚੰਨਾ। ਉਹਨੂੰ ਇਹ ਤਾਂ ਦੱਸੋ ਵੀ ਚੜ੍ਹਨਾ ਕਿੱਥੇ ਆ? ਜਿੱਥੇ ਜਿੱਥੇ ਚੰਨ ਚੜ੍ਹਦੇ ਨੇ ਪਏ, ਉਹ ਨਿਦਾ ਦੀ ਤੇ ਮਸਰੂਰ ਦੇ ਜਾਹਲ ਦੀ ਆਈਡੀਓ ਸੁਣੋ। ਉਹਨੂੰ ਚੰਨ ਨੂੰ ਇਹ ਨਹੀਂ ਪਤਾ ਚੜ੍ਹਨਾ ਕਿੱਥੇ ਵੇ। ਤੁਸੀਂ ਤਾਂ ਦੇਖੋ ਚੰਨ ਵੀ ਚੜ੍ਹ ਗਿਆ, ਤੇ ਜੋ ਚੰਨ ਹੁਣ ਤਾਂ ਚਾੜਿਆ ਤੁਹਾਡੇ ਮਿਰਜ਼ਿਆਂ ਨੇ, ਉਹ ਹੋਇਆ ਤੁਹਾਡੀ ਨਿਸ਼ਾਨੀ, ਅਸਲ ਸਚਾਈ ਤੁਹਾਡੀ। ਇਹੋ ਜਿਹੀ ਹਦੀਸ ਕੋਈ ਨਹੀਂ ਹੈ। ਤੇ ਮੈਂ ਲਿੰਕ ਪਹਿਲਾਂ ਦਿੱਤਾ, ਅੱਜ ਲੈ ਕੇ ਆ ਜਾਓ, ਦਿਖਾਓ ਸਾਨੂੰ। ਅੱਗੇ ਚਲੋ, ਤੀਸਰੀ ਗੱਲ, ਮਿਰਜ਼ੇ ਨੇ ਕਿਹਾ ਕਿ ਹਜ਼ਰਤ ਈਸਾ अलैहिस्सलाम ਦੀ ਕਬਰ ਕਸ਼ਮੀਰ 'ਚ ਮੁਹੱਲਾ ਸ੍ਰੀਨਗਰ 'ਚ, ਇਹ ਕੁਰਾਨ 'ਚ ਲਿਖਿਆ ਹੈ। ਮਿਰਜ਼ੇ ਦੀ ਕਿਤਾਬ ਸਿਆਲਕੋਟੀਆਂ ਦਾ ਲੁੱਟਿਆ ਚੰਦੇ ਨਾਲ ਲਿਖੀ ਗਈ, ਉਹਦੇ 'ਚ ਗੱਲ ਇਹੀ ਹੈ ਕਿ ਹਜ਼ਰਤ ਈਸਾ अलैहिस्सलाम ਦੀ ਕਬਰ ਸ੍ਰੀਨਗਰ ਕਸ਼ਮੀਰ ਦੇ ਵਿੱਚ। ਲਿਆਓ ਕਾਦੀਆਨੀ, ਉਹ ਕੁਰਾਨ 'ਚ ਕਿੱਥੇ ਲਿਖਿਆ? ਦਿਓ ਸਬੂਤ। ਤੁਹਾਨੂੰ ਇਹ ਚੀਜ਼ਾਂ ਕਿਹਨਾਂ ਦਸੀਆਂ ਨੇ? ਮਿਰਜ਼ਿਆਂ ਨੇ। ਤੇ ਮਿਰਜ਼ੇ ਕੌਣ ਨੇ? ਪਹਿਲੇ ਦਿਨ ਤੋਂ ਲੋਕੀ ਆਂਦੇ ਸਨ ਕਿ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਨ ਵਾਲੇ ਬਦਕਾਰ ਨੇ। ਤੁਸੀਂ ਨਹੀਂ ਸੋ ਮੰਨਦੇ, ਮੈਂ ਆਪ ਨਹੀਂ ਹਾਂ ਮੰਨਦਾ। ਮੈਂ ਪ੍ਰੋਗਰਾਮ ਕਰਨ ਤੋਂ ਬਾਵਜੂਦ ਦਿਲ ਨਹੀਂ ਸੀ ਮੰਨਦਾ ਕਿ ਏਡੇ ਗੰਦੇ ਨਹੀਂ ਹੋ ਸਕਦੇ। ਹੁਣ ਤੇ ਮੋਹਰ ਲੱਗ ਗਈ ਹੈ। ਇਹ ਸਾਰੀਆਂ ਗੱਲਾਂ ਤੁਹਾਨੂੰ ਉਹਨਾਂ ਮਿਰਜ਼ਿਆਂ ਦੱਸੀਆਂ ਨੇ। ਅੱਗੇ ਚਲੋ, ਇੱਥੇ ਇੱਕ ਬੰਦਾ ਆਣ ਕੇ ਆਂਦਾ ਪਿਆ ਜਮਾਤ ਅਹਿਮਦੀਆ ਜ਼ਿੰਦਾਬਾਦ। ਕਿਆ ਬਾਤ ਹੈ ਬਈ, ਮਾਂ ਦਿਆ ਪੁੱਤਰਾ, ਵੱਟ ਕੱਢ ਛੜਿਆਈ। ਚਲੋ, ਆੜੀਆਂ ਮੈਂ 3 ਗੱਲਾਂ ਦੱਸੀਆਂ ਨੇ, ਇਹ ਵੀ ਲਿਆ ਕਿਤੋਂ ਲੱਭ ਕੇ, ਤੈਨੂੰ ਫਿਰ ਮੈਂ ਮੰਨਾਂ। ਅੱਗੇ ਚਲੋ ਜੀ। ਆਈ ਐਮ ਸੌਰੀ, ਅੱਜ ਫਿਰ ਖਾਂਸੀ ਆਈ ਹੈ। ਲਾ ਲਓ ਧੋਤੀਆਂ ਮਲੰਗੋ ਤੇ ਨੱਚਣ ਡੈ ਪਵੋ, ਕਿਆ ਅਜ਼ਾਬ ਆ ਗਿਆ। ਅੱਗੇ ਆ ਜਾਓ ਜੀ। ਚੌਥੀ ਗੱਲ, ਫਿਰ ਮਿਰਜ਼ਿਆਂ ਤੁਹਾਨੂੰ ਕਿਹਾ ਆਲਮੀ ਜੰਗ ਲੱਗਣੀ ਹੈ, ਤੇ ਉਹਦੇ 'ਚ ਜਨਾਬ ਇਸਲਾਮ ਦੀ ਫਤਹ ਹੋਣੀ ਹੈ, ਤੇ ਇਸਲਾਮ ਤੋਂ ਮੁਰਾਦ ਹੈ ਆਮਦੀਅਤ।
ਤੇ ਤੁਸੀਂ ਜੰਗ ਤੋਂ ਬਾਅਦ ਦੁਨੀਆ ਤੁਹਾਡੀ। ਜੰਗ 'ਚ ਤੁਸੀਂ ਹਿੱਸਾ ਨਹੀਂ ਲੈਣਾ। ਜਦੋਂ ਜੰਗ ਦੀ ਕਿਦੋਂ ਗੱਲ ਹੁੰਦੀ ਹੈ, ਮਿਰਜ਼ਾ ਮਸਰੂਰ ਆਂਦਾ ਕੱਦੂ ਕਰੇਲੇ ਰੱਖ ਕੇ ਅੰਦਰ ਤੇ ਖਾਓ। 2 ਹਫ਼ਤਿਆਂ ਦੇ 3 ਹਫ਼ਤਿਆਂ ਦੇ ਕੱਦੂ ਕਰੇਲੇ ਇਕੱਠੇ ਕਰ ਲਓ। ਏਡੀ ਲੰਮੀ ਜੰਗ ਹੋਣ ਤੋਂ ਬਾਅਦ ਜਿਹੜੀ ਪਾਰਟੀ ਜਿੱਤੇਗੀ ਉਹ ਤੁਹਾਨੂੰ ਫੜਾ ਦੇਗੀ, ਆ ਜਾਓ ਤੁਸੀਂ ਕੱਦੂ ਕਰੇਲੇ 2 ਹਫ਼ਤੇ ਖਾ ਲੈਣ, ਆ ਜਾਓ ਬਾਹਰ ਤੇ ਆ ਜਾਓ ਆਣ ਕੇ ਦੁਨੀਆ ਸਾਂਭ ਲਓ। ਕਈ ਦਿਮਾਗ ਇਸਤੇਮਾਲ ਕੀਤਾ ਤੁਸੀਂ? ਤੁਹਾਡਾ ਕੋਈ ਜੰਗ ਨਾਲ ਤਲਕ ਹੈ? ਅੱਗੇ ਚੱਲਦੇ ਹਾਂ। ਅੱਗੇ ਆ ਜਾਓ ਅਸੈਂਬਲੀ ਦੀ ਕਾਰਵਾਈ। ਮਿਰਜ਼ੇ ਨਾਸਰ ਨੇ ਇਹ ਕਿਹਾ, ਉਹਨੇ ਕਿਹਾ ਗੱਲ ਇਹ ਵੇ ਕਿ ਅੱਧਾ ਪਾਕਿਸਤਾਨ ਅਸੈਂਬਲੀ ਦੀ ਕਾਰਵਾਈ ਤਾਂ ਛਪਾ ਲਈ ਹੈ ਹਕੂਮਤ ਨੇ, ਪਾਕਿਸਤਾਨ ਨੇ, ਕਿ ਸਾਡਾ ਇਹੋ ਜਿਹੀਆਂ ਦਲੀਲਾਂ ਦੇਹੜੀਆਂ ਨੇ ਉੱਥੇ ਰੋਸ਼ਨ ਕਿ ਅਗਰ ਅਸੈਂਬਲੀ ਦੀ ਕਾਰਵਾਈ ਬਾਹਰ ਆ ਜਾਏ ਤੇ ਹਕੂਮਤ ਨੂੰ ਡਰ ਪੈ ਗਿਆ ਕਿ ਅੱਧਾ ਪਾਕਿਸਤਾਨ ਤੇ ਫੌਰਨ ਆਮਦੀ ਹੋ ਜਾਣਾ। ਠੀਕ ਹੈ ਜੀ। ਮੈਂ ਜਦੋਂ ਮਲੰਗ ਸਾਂ ਮੈਂ ਵੀ ਲੋਕਾਂ ਨਾਲ ਆਂਦਾ ਸਾਂ, ਤੁਸੀਂ ਇਹ ਗੱਲ ਦੱਸੋ ਕਾਰਵਾਈ ਲਿਆ ਕੇ ਸਾਨੂੰ ਦਿਓ। ਮੈਂ ਵੀ ਆਂਦਾ ਰਿਹਾ, ਕਿਉਂਕਿ ਉਹ ਮਿਰਜ਼ਾ ਤਾਹਰ ਜਿਹੜਾ ਬਦਕਾਰ ਸੀ ਉਹ ਵੀ ਆਂਦਾ ਹੁੰਦਾ ਸੀ। ਅਸਾਂ ਉਹ ਗੱਲਾਂ ਸੁਣੀਆਂ, ਸਾਨੂੰ ਕੀ ਪਤਾ ਸੀ। ਮੈਂ ਕਿਹਾ ਲਿਆਓ ਕਾਰਵਾਈ, ਅਸੀਂ ਜਨਾਬ ਛਾਇਆ ਕਰਨੇ ਆ। ਤੇ ਉਹ ਜਨਾਬ ਦੁਨੀਆ ਜਿਹੜੀ ਵੇਖਿਓ ਜੇ ਅੱਧਾ ਪਾਕਿਸਤਾਨ ਨਾ ਆਮਦੀ ਹੋ ਗਿਆ, ਉਹ ਤੇ ਪਾਕਿਸਤਾਨ ਵਾਲੇ ਨੇ ਡਰਦਿਆਂ ਲੁਕਾਈ ਇਹ ਕਾਰਵਾਈ। ਉਸ ਤੋਂ ਬਾਅਦ ਆ ਗਿਆ ਤੁਹਾਡਾ ਮਿਰਜ਼ਾ ਜਿਹੜਾ ਪਹਿਲੋਂ ਨਾਸਰ ਸੀ, ਫਿਰ ਮਿਰਜ਼ਾ ਤਾਹਰ। ਉਹਨੇ ਆਣ ਕੇ ਨਾਰਾ ਮਾਰਿਆ, ਉਹਨੇ ਆਖਿਆ ਅੱਧਾ ਤੇ ਥੋੜੀ ਗੱਲ ਏ, ਅਗਰ ਉਹ ਕਾਰਵਾਈ ਬਾਹਰ ਆ ਜਾਏ ਤੇ ਸਾਰਾ ਹੀ ਪਾਕਿਸਤਾਨ ਆਮਦੀ ਹੋ ਜਾਏਗਾ। ਤੁਹਾਨੂੰ ਵੀਡੀਓ ਵਿਖਾਈਆਂ ਨੇ। ਮਲੰਗ ਮਲੰਗਣੀਆਂ ਵੀ ਇਹ ਬਕ ਕਰਦੇ ਫਿਰਦੇ ਹਨ ਗਲੀਆਂ 'ਚ, ਜਿੱਥੇ ਜਿੱਥੇ ਕੋਈ 2-4 ਹੈ ਸਨ। ਅਕਲ ਹੈ ਕੋਈ ਨਹੀਂ ਸੀ, ਨਾ ਕੋਈ ਕਿਤਾਬ ਪੜ੍ਹੀ ਸੀ, ਨਾ ਕੋਈ ਗੱਲ, ਨਾ ਬਾਤ, ਬਸ 2 ਲੈਣਾ ਯਾਦ ਕੀਤੀਆਂ ਹਨ, ਕਾਰਵਾਈ ਦਿਓ ਅੱਧਾ ਪਾਕਿਸਤਾਨ। ਆਹ ਕਾਰਵਾਈ ਜਿਹੜੀ ਉੱਥੇ ਬੜਾ ਕਮਾਲ ਕੀਤਾ। ਚਲੋ ਜੀ, 30-32 ਸਾਲ ਤੁਸੀਂ ਲਾਲਾ ਕਰਦੇ ਰਹੇ। 1974 ਤੋਂ ਲੱਗ ਕੇ 2011 'ਚ ਮੇਰਾ ਖਿਆਲ ਹੈ ਉਹ ਕਾਰਵਾਈ ਬਾਹਰ ਆ ਗਈ, ਨੈਟ ਤੇ ਪਈ ਹੈ। ਅਸੀਂ ਕਈ ਉੱਤੇ ਪ੍ਰੋਗਰਾਮ ਕੀਤੇ ਨੇ, ਕਾਰਵਾਈ ਆ ਗਈ ਹੈ ਬਾਹਰ। ਹੁਣ ਅਸਾਂ ਪੜ੍ਹ ਕੇ ਸੁਣਾਈ ਹੈ, ਉਹ ਤੁਸੀਂ ਤੇ ਆਂਦੇ ਸੋ ਅਸੀਂ ਦੁਨੀਆ ਨੂੰ ਵਹਾਵਾਂਗੇ। ਤੁਹਾਡੇ MTA ਦੇ ਉੱਤੇ ਕਾਰਵਾਈ ਵਿਖਾਈ ਉਹਨਾਂ? ਕਿਸੇ ਬੰਦੇ ਨੇ ਮੰਨਿਆ ਤੁਹਾਨੂੰ? ਕੈਨੇਡਾ, ਅਮਰੀਕਾ, ਜਰਮਨੀ, ਫਰਾਂਸ, ਪਾਕਿਸਤਾਨ ਸਾਡੇ ਤੇ ਪਾਬੰਦੀ ਹੈ ਤੇ ਤੁਹਾਨੂੰ ਕੈਨੇਡਾ ਤੋਂ ਵਹਾਓ ਅਸੈਂਬਲੀ ਦੀ ਕਾਰਵਾਈ ਹੈ, ਵਹਾਓ ਕੋਈ ਬੰਦਾ ਤੁਹਾਨੂੰ ਮੰਨੇ ਨਾ? ਕਿਸੇ ਨੇ ਮੰਨਿਆ। ਉਹ ਤੁਸੀਂ ਨਾਂ ਨਹੀਂ ਲਿਆ। ਇਸ ਬਦਕਾਰਾਂ ਨੇ, ਇਹ ਜਿਹੜੇ ਆਪਣੀ ਕੁੜੀਆਂ ਨਾਲ ਜ਼ਨਾ ਕਰਦੇ ਨੇ ਨਾ ਮਿਰਜ਼ੇ, ਜਦੋਂ ਕਾਰਵਾਈ ਬਾਹਰ ਨਿਕਲੀ ਹੈ ਥੋਬਾ ਲੱਗ ਗਿਆ ਮੂੰਹਾਂ ਤੇ। ਹੁਣ ਤੁਸੀਂ ਨਾਂ ਹੀ ਨਹੀਂ ਕਦੇ ਲਿਆ। 2011, 10, 11, 12 ਸਾਲ ਹੋ ਗਏ ਨੇ ਉਹ ਕਾਦੀਆਨੀ ਮਲੰਗੋ। ਕਾਰਵਾਈ ਬਾਹਰ ਪਈ ਹੈ, ਲਿਖੋ ਨੈਟ ਦੇ ਉੱਤੇ 1974 ਦੀ ਕਾਰਵਾਈ ਸਾਹਮਣੇ ਆ ਜਾਏਗੀ। ਮੈਂ ਇੱਥੇ ਇੱਕ ਲੌਂਡੇਬਾਜ਼ ਮੁਰੱਬੀ, ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਉਹ ਕਾਰਵਾਈ ਆ ਗਈ ਹੈ ਬਾਹਰ, ਤੇ ਮੈਂ ਕਿਹਾ ਬਦਕਾਰ ਬੰਦਿਆ ਹੁਣ ਦੱਸ। ਮੈਨੂੰ ਆਖਣ ਲੱਗਾ, ਮੈਂ ਗਿਆ ਤੇ ਉਹਨੂੰ ਮਿਲਣ, ਮੈਂ ਕਿਹਾ ਕੀ ਪਿਆ ਪੜ੍ਹਨਾ? ਆਂਦਾ ਜੀ ਮੈਂ ਮਾਜ਼ਰਨਾਮਾ ਪਿਆ ਪੜ੍ਹਨਾ। ਮੈਂ ਕਿਹਾ ਮਾਜ਼ਰਨਾਮਾ ਕੀ ਹੈ? ਮੈਂ ਕਿਹਾ ਮੈਨੂੰ ਤਾਂ ਵੀ ਨਹੀਂ ਪਤਾ, ਐਵੇਂ ਨਾ ਆਖੀ ਪੇ ਜਾਣ ਕੇ ਸਵਾਲ ਕਰਦਾ, ਮੈਨੂੰ ਨਹੀਂ ਪਤਾ। ਆਂਦਾ ਜੀ ਮਾਜ਼ਰਨਾਮਾ ਉਹ ਕਿਤਾਬ ਏ ਜਿਹੜੀ ਸਾਡਿਆਂ ਮੁਰੱਬੀਆਂ ਲੌਂਡੇਬਾਜ਼ਾਂ ਨੇ ਲਿਖੀ ਏ। ਲਾ ਲਓ ਧੋਤੀਆਂ, ਪਾਓ ਭੰਗੜਾ, ਫੇਰ ਖੰਘ ਆਈ। ਮਾਜ਼ਰਨਾਮਾ ਉਹ ਕਿਤਾਬ ਏ ਕਿ ਜਿਹੜੀ ਸਾਡੇ ਮੁਰੱਬੀਆਂ ਨੇ ਯਾਦਦਾਸ਼ਤਾਂ ਲਿਖੀਆਂ ਨੇ। ਯਾਦਦਾਸ਼ਤਾਂ ਕੀ ਲਿਖੀਆਂ ਨੇ? ਜੋ ਅਸੈਂਬਲੀ 'ਚ ਹੋਇਆ ਸੀ ਉਹ ਉਹਨਾਂ ਯਾਦਾਂ ਦੀ ਬੁਨਿਆਦ ਦੇ ਉੱਤੇ ਉਹਨਾਂ ਕਿਤਾਬ ਲਿਖੀ ਹੈ। ਮੈਂ ਕਿਹਾ ਅੱਛਾ, ਮੈਨੂੰ ਤਾਂ ਪਤਾ ਨਹੀਂ ਸੀ। ਮੈਂ ਕਿਹਾ ਹੁਣ ਤੇ ਜਨਾਬ ਉਹ ਕਾਰਵਾਈ ਬਾਹਰ ਆ ਗਈ ਹੈ, ਸਾਹਮਣੇ ਆ। ਆਂਦਾ ਜੀ ਹਕੂਮਤ ਨੇ ਉਹਦੇ ਕੁਝ ਵਰਕੇ ਵਿੱਚੋਂ ਛਪਾਲੇ ਨੇ, ਸਾਰੀ ਨਹੀਂ ਆਈ, ਆ ਗਈ ਹੈ। ਉਹ ਕਾਦੀਆਨੀਓ ਚੌਂਕੇ ਹੁਣ ਆਜ਼ਾਦੀ ਮਿਲ ਗਈ ਹੈ, ਇਜਾਜ਼ਤ ਮਿਲ ਗਈ ਹੈ।
ਜਿਹੜੇ 2 4 10 20 50 100 200 500 ਵਰਕਾ ਹਕੂਮਤ ਨੇ ਛਪਾ ਲਿਆ, ਉਹ ਨੈਟ ਤੇ ਨਾਲ ਜੋੜ ਦਿਓ। ਜਿਹੜਾ ਤੁਹਾਨੂੰ ਕੋਈ ਦੂਜਾ ਬੰਦਾ ਪੁੱਛੇ, ਮੁਸਲਮਾਨ ਭਰਾ, ਵੀ ਤੁਸੀਂ ਤੇ ਆਂਦੇ ਸੋ ਕਿ ਕਾਰਵਾਈ ਤੋਂ ਬਾਅਦ ਸਾਰਾ ਪਾਕਿਸਤਾਨ ਹੋ ਜਾਏਗਾ, ਕਲਟ ਚ ਆ ਜਾਏਗਾ, ਤੇ ਤੁਸੀਂ ਉਹਨੂੰ ਜਦੋਂ ਉਹ ਆਖੇ ਵੀ ਨਹੀਂ ਆਇਆ, ਤੇ ਤੁਸੀਂ ਉਹ ਆਖੋ ਵੀ ਆਹ ਵਰਕੇ ਛਪਾਏ ਨੇ, ਆ ਵੀ ਨਾਲ ਪੜ੍ਹ ਲੈ। ਚਲੋ ਉਹ ਵੀ ਨਾਲ ਪੜ੍ਹ ਲਿਓ। ਪੜ੍ਹਨ ਤੋਂ ਬਾਅਦ ਉਹ ਮੰਨ ਜਾਏ, ਲਿਆਓ ਵਰਕੇ ਕਿਹੜੇ ਨੇ ਜਿਹੜੇ ਛੁਪੇ ਨੇ। ਮੈਂ ਕਿਹਾ ਮਰੱਬੀ ਸਾਹਿਬ, ਮੈਂ ਕਿਹਾ ਲੌਂਡੇਬਾਜ਼ੀ ਤੋਂ ਇਲਾਵਾ ਵੀ ਕੋਈ ਕੰਮ ਕਰਿਆ ਕਰੋ। ਇਹ ਜਨਾਬ ਕਾਰਵਾਈ ਬਾਹਰ ਆ ਗਈ ਹੈ, ਤੇ ਕੋਈ ਵੀ ਮੈਂ ਪਾਕਿਸਤਾਨ ਚ ਨਹੀਂ ਹੋਇਆ ਯਾਰ ਆਮ ਦੀ। ਆਖਣ ਲੱਗਾ ਉੱਥੇ ਸਾਨੂੰ ਸਨਾਨ ਦੀ ਇਜਾਜ਼ਤ ਨਹੀਂ, ਤੇ ਮੈਂ ਕਿਹਾ ਇੱਥੇ ਕੈਨੇਡਾ ਚ ਸੁਣਾ ਲਓ। ਆਂਦਾ ਇੱਥੇ ਮਾਦੀ ਦੁਨੀਆ ਹੈ, ਲੋਕੀ ਪੈਸੇ ਪਿੱਛੇ ਦੌੜਦੇ ਨੇ, ਇੱਥੇ ਕੋਈ ਸੁਣਦਾ ਨਹੀਂ, ਉੱਥੇ ਤੈਨੂੰ ਇਜਾਜ਼ਤ ਨਹੀਂ ਸਨਾਨ ਦੀ, ਇੱਥੇ ਤੇਰੀ ਕਾਰਵਾਈ ਸੁਣਦਾ ਕੋਈ ਨਹੀਂ, ਤੂੰ ਕਾਰਵਾਈ ਲੱਤਾਂ 'ਚ ਲੈਣੀ ਹੈ, ਕਿੱਥੇ ਖੜਨੀ ਹੈ ਤੁਹਾਂ ਕਾਰਵਾਈ। ਏਡੇ ਬਦਕਾਰ। ਤੁਹਾਨੂੰ ਤਕਰੀਬਨ 74 ਤੋਂ 26 ਤੇ 10 36 ਸਾਲ ਇਹਨਾਂ ਬਦਕਾਰਾਂ ਨੇ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਨ ਵਾਲਿਆਂ ਮਿਰਜ਼ਿਆਂ ਨੇ ਤੁਹਾਨੂੰ ਝੂਠ ਪਿੱਛੇ ਲਾਈ ਫਿਰਿਆ। ਉਹ ਤੁਹਾਨੂੰ ਝੂਠ ਸੁਣਾਉਂਦੇ ਰਹੇ ਮਲੰਗੋ ਕਿ ਕਾਰਵਾਈ ਆ ਲੈਣ ਦਿਓ, ਵੇਖੋ ਧਮਾਲ ਪੈਂਦੀ। ਕਿੱਧਰ ਗਈ ਤੂੰ ਤੁਹਾਡੀ ਕਾਰਵਾਈ? ਓਏ ਤੁਹਾਡੇ ਮੂੰਹ ਦੇ ਉੱਤੇ ਅੱਜ ਛਿੱਤਰ ਹੈ ਕਾਰਵਾਈ ਵਾਲਾ। ਜਿੱਥੇ ਵੀ ਕੈਨੇਡਾ, ਜਰਮਨੀ, ਫਰਾਂਸ ਲੋਕੀ ਛੱਡ ਜਾਣ ਡਏ ਨੇ, ਕੋਈ ਇਸ ਕਲਟ ਨੂੰ ਮੰਨਦਾ ਨਹੀਂ। ਲੋਕੀ ਲਾਂਤ ਪਾਪਾ ਟੁੱਟੇ ਜਾਂਦੇ ਨੇ, ਨਹੀਂ ਜਾਂਦੇ ਪਏ। ਤੁਹਾਡੇ ਮਿਰਜ਼ਿਆਂ ਦੀ ਕੁੜੀ ਨਸ ਗਈ ਹੈ ਘਰੋਂ। ਜਿਹੜਾ ਤੁਸੀਂ ਆਂਦੇ ਨਾ ਹਜ਼ੂਰ ਨੂੰ ਅੱਗੋਂ ਫੜ ਲਓ, ਪਿੱਛੋਂ ਫੜ ਲਓ, ਖਿਲਾਫਤ ਨਾਲ ਜੁੜ ਜਾਓ, ਖਿਲਾਫਤ ਦੇ ਥੱਲੇ ਪੈ ਜਾਓ, ਉੱਤੇ ਪੈ ਜਾਓ। ਉਹ ਜਿਹੜੀ ਕੁੜੀ ਨਿਦਾ ਖਲੀਫਿਆਂ ਦੇ ਘਰ ਜੰਮੀ ਹੈ, ਉਹ ਛੱਡ ਕੇ ਦੌੜ ਗਈ ਹੈ। ਤੁਸੀਂ ਬਾਹਰੋਂ ਕੀ ਲਿਆਉਣਾ ਓਏ? ਅੱਗੇ ਚੱਲੋ, ਅੱਗੇ ਆ ਜਾਓ ਜੀ। ਕਰੋੜਾਂ ਬੈਤਾਂ, 18 ਕਰੋੜ ਮਿਰਜ਼ੇ ਤਾਹਰ ਨੇ ਤੇ ਆੜਾ ਮਸੂਰਾ ਜਾਹਲੇ, ਇਹਨਾਂ ਐਲਾਨ ਕੀਤੇ ਨੇ ਬੈਤਾਂ ਦੇ। ਇੰਨੇ ਨਵੇਂ ਮਲੰਗ ਮਲੰਗਣੀਆਂ ਹੋ ਗਏ ਨੇ। ਕਿੱਥੇ ਨੇ ਕਾਦੀਆਨੀ ਉਹ ਮਲੰਗ ਮਲੰਗਣੀਆਂ? ਕਿੱਥੇ ਨੇ ਬੈਤਾਂ? ਕੈਨੇਡਾ ਦੇ ਵਿੱਚ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ ਕਾਦੀਆਨੀ ਬਦਨਸੀਬ ਮਲੰਗ ਮਲੰਗਣੀਆਂ ਤੋਂ ਇਲਾਵਾ ਕੋਈ ਬੰਦਾ ਨਹੀਂ ਹੋਰ ਮੰਨਦਾ ਇਹਨਾਂ ਨੂੰ। ਕੋਈ ਗੋਰਾ, ਕੋਈ ਕਾਲਾ, ਕੋਈ ਸਿੱਖ, ਕੋਈ ਹਿੰਦੂ। ਵਹਾਓ ਕਿਉਂ ਓਏ? ਓਏ ਤੁਹਾਡਾ ਮਿਰਜ਼ਾ ਤਾਹਰ ਲੱਗਾ 93 ਤੇ ਝੂਠ ਬੋਲਣ। ਦੁਨੀਆ ਦਾ 21ਵੀਂ ਸਦੀ ਦਾ ਸਭ ਤੋਂ ਝੂਠਾ ਬਦਕਾਰ ਸੀ ਉਹ ਮਿਰਜ਼ਾ ਤਾਹਰ। 1 ਸਾਲ ਝੂਠ ਨਹੀਂ ਬੋਲਿਆ। ਤੇ ਉਸ ਤੋਂ ਵੱਡੇ ਬਦਕਾਰ ਕਾਦੀਆਨੀ ਮਲੰਗ ਮਲੰਗਣੀਆਂ, ਜਿੰਨਾ ਸਾਹਮਣੇ ਬਹਿ ਕੇ ਝੂਠ ਸੁਣਿਆ। ਤੁਹਾਨੂੰ ਗੈਰਤ ਨਹੀਂ ਸੀ ਆਉਂਦੀ ਜਦੋਂ ਉਹ ਝੂਠ ਬੋਲਦਾ ਸੀ? ਉਹ ਤੁਸੀਂ ਜੋ ਥੱਲੇ ਨੂੰ ਸਿਰ ਕੀਤੇ ਹੁੰਦੇ ਹਨ, ਜਿਵੇਂ ਥੱਲੇ ਤੇਲ ਨਿਕਲ ਰਿਹਾ ਹੈ, ਤੁਸੀਂ ਤਾਂ ਧੌਣ ਕਰਕੇ ਸਰੀਆ ਤੇ ਨਹੀਂ ਨਾ ਵਿੱਚ ਪਿਆ ਧੌਣ 'ਚ, ਕਿ ਜਦੋਂ ਜਲਸੇ 'ਚ ਲਿਆਉਂਦੇ ਨੇ ਧੌਣ ਨਾਲ ਸਰੀਆ ਬੰਨ ਕੇ ਤੇ ਤੁਹਾਨੂੰ ਇੰਜ ਕੁੱਕੜ ਬਣਾ ਕੇ ਲਿਆਉਂਦੇ ਨੇ। ਤੁਸੀਂ ਧੌਣ ਤਾਂ ਕਰਕੇ ਪੁੱਛ ਨਹੀਂ ਹੋ ਸਕਦੇ ਕਿ ਮਿਰਜ਼ਾ ਸਾਹਿਬ ਬੰਦੇ ਤੇ ਉਹ ਹੀ ਨੇ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ 4। ਉਹ ਤੂੰ ਕਰੋੜਾਂ ਦਾ ਝੂਠ ਬੋਲੀ ਜਾਂਦਾ, ਉਹ ਬਦਕਾਰ ਬੋਲੀ ਜਾਂਦਾ ਸੀ, ਤੁਸੀਂ ਬਦਕਾਰੋ ਬਹਿ ਕੇ ਸਾਹਮਣੇ ਸੁਣੀ ਜਾਂਦੇ ਸੋ। ਲਿਆਓ ਮੈਨੂੰ ਵਹਾਓ ਕਰੋੜਾਂ ਬੈਤਾਂ, ਕਿੱਥੇ ਨੇ ਉਹ? ਕਿਹੜੀ ਦੁਨੀਆ 'ਚ ਵਸਦੀਆਂ ਨੇ ਉਹ? ਕਿਉਂ ਓਏ? ਓਏ ਜ਼ੁਲਮ ਦਾ ਸਾਥ ਤੁਸੀਂ ਦਿੰਦੇ ਹੋ, ਝੂਠ ਦਾ। ਆਂਦੇ ਹੋ ਅਸਾਂ ਖੁਦਾ ਦੀ ਅਲਾਹੀ ਜਮਾਤ, ਮਾਸੂਮ ਜਮਾਤ, ਜਿਹੜੀ ਜਮਾਤ ਦਾ ਸਰਬਰਾਹ ਏਡੇ ਏਡੇ ਝੂਠ ਬੋਲੇ, ਤੇ ਜਿਹੜੇ ਅੱਗੇ ਮੰਨਣ ਵਾਲੇ ਮਲੰਗ ਬਦਕਾਰ ਬਹਿ ਕੇ ਉਹ ਸੁਣਨ ਤੇ ਨਾਰਾ ਲਾਉਣ ਅਸੀਂ ਮਾਸੂਮ ਜਮਾਤ ਹਾਂ। ਜੇ ਐਵੇਂ ਦੇ ਮਾਸੂਮ ਹੁੰਦੇ ਨੇ, ਬਦਕਾਰ ਕਿਵੇਂ ਦੇ ਹੁੰਦੇ ਨੇ? ਉਹ ਵੀ ਸਾਨੂੰ ਆਣ ਕੇ ਦੱਸੋ। ਹੈ ਇੱਥੇ ਇੱਕ ਬਦਕਾਰ ਆਇਆ ਲਿਖਦਾ ਪਿਆ। ਅੱਗੇ ਚਲੋ, ਕੋਈ ਬੈਤਾਂ ਸ਼ੈਤਾਂ ਨਹੀਂ, ਮੁੱਕ ਗਈਆਂ ਡਰਾਮਾ ਤੁਹਾਡਾ ਬੈਤਾਂ ਦਾ। ਹੈ ਪਰ ਤੁਸੀਂ ਬਾਜ਼ ਨਹੀਂ ਆਏ, ਤੁਸੀਂ ਨਹੀਂ ਸੋਚਿਆ।
ਅੱਗੇ ਮਿਰਜ਼ੇ ਤਾਹਰ ਨੇ 22 ਬਾਦਸ਼ਾਹ ਪੇਸ਼ ਕੀਤੇ ਕਿ 22 ਬਾਦਸ਼ਾਹ ਨੇ ਮਿਰਜ਼ੇ ਟੱਟੀ ਮੂਤਰ ਨੂੰ ਮੰਨ ਲਿਆ ਤੇ ਉਹਨੇ ਵੀਡੀਓ ਵੀ ਵਿਖਾਈਆਂ, ਕਿਸੇ ਨੂੰ ਮਿਰਜ਼ੇ ਦੀ ਤੰਬੀ ਉਹ ਟੱਟੀ ਮੂਤਰ ਵਾਲੀ ਤੇ ਕਿਸੇ ਨੂੰ ਕਮੀਜ਼ ਤੇ ਪਤਾ ਨਹੀਂ ਕਿੱਥੋਂ ਪਾੜ ਲੀਰਾਂ ਉਹਨਾਂ ਨੂੰ ਦਿੰਦਾ ਰਿਹਾ ਕਿ ਲਓ ਜੀ ਬਾਦਸ਼ਾਹ ਤੇਰੇ ਕੱਪੜੋਂ ਸੇ ਬਰਕਤ ਢੂੰढेंगे। ਕਿੰਨੇ ਬਾਦਸ਼ਾਹ? 22। ਕੀ ਬਾਦਸ਼ਾਹ ਤੁਹਾਂ ਵੇਖੇ ਨਹੀਂ MTA ਤੇ? ਉਹ ਬਾਦਸ਼ਾਹ ਤੇ ਦੂਰ ਹੈ, ਉਹਨਾਂ ਦਾ ਕੋਈ ਰਿਸ਼ਤੇਦਾਰ ਹੀ ਲਿਆ ਦਿਓ ਸਾਨੂੰ। ਉਹ ਝੂਠਿਓ, ਇਹੋ ਜਿਹੇ ਝੂਠ ਵੀ ਕੋਈ ਬੋਲਦਾ? ਤੁਹਾਡੇ 22 ਬਾਦਸ਼ਾਹ ਅੱਜ ਦੇ ਦੌਰ 'ਚ ਗੁੰਮ ਹੋ ਗਏ। ਕਿਉਂ? ਕਾਦੀਆਨੀ ਹੋ। ਔਰ ਇਹ ਉਹ ਮਿਰਜ਼ੇ ਨੇ ਜਿਨ੍ਹਾਂ ਦੇ ਬਾਰੇ 'ਚ ਦੁਨੀਆ ਪਹਿਲੇ ਦਿਨ ਤੋਂ ਕਿਤਾਬਾਂ ਰੱਬਵਾ ਦਾ ਰਾਸਪੁਟੀਨ ਲੋਕਾਂ ਕਸਮਾਂ ਖਾ ਕੇ ਕਿਹਾ ਕਿ ਕੁੜੀਆਂ ਆਪਣੀਆਂ ਨਾਲ ਬਦਕਾਰੀ ਕਰਦੇ ਨੇ, ਮਲੰਗਣੀਆਂ ਨਾਲ ਵੀ ਕਰਦੇ ਨੇ ਤੇ ਆਪਣੀਆਂ ਕੁੜੀਆਂ ਨਾਲ ਵੀ ਕਰਦੇ ਨੇ। ਤੇ ਹੁਣ ਤੇ ਨਿਦਾ ਦੀ ਆਈਡੀ ਉਹਨੇ ਮੋਹਰ ਲਾ ਛੱਡੀ ਹੈ। ਉਹ ਬਸ਼ਰਮੋ, ਉਹ ਆਂਦੀ ਹੈ ਮੈਂ 8 ਸਾਲ ਦੀ ਸਾਂ ਤੇ ਮੇਰੇ ਨਾਲ 2-2 4-4 ਵਾਰੀ ਹਫ਼ਤੇ 'ਚ ਜ਼ਨਾਹ ਕਰਦੇ ਹਨ। ਉਹ ਮੌਲਵੀ ਕਰਦੇ ਸਨ ਨਾ, ਤੁਹਾਡੇ ਖਲੀਫਿਆਂ ਦੇ ਮੁੰਡੇ, ਤੁਹਾਡੇ ਖਲੀਫਿਆਂ ਦੇ ਚਾਚੇ ਬਾਬੇ, ਉਹ ਬਗੈਰਤੋ ਮਿਰਜ਼ੇ ਤਾਹਰ ਨੂੰ ਆਂਦੇ ਹੋ ਸ਼ੇਰ ਬੋਲਦਾ ਸਾਡਾ ਸ਼ੇਰ। ਕਿਉਂ ਓਏ ਮੁਨਾਫਕੋ? ਤੇ ਸਵੇਰੇ ਉਹਦੇ ਹੱਥ ਚੁੰਮਦੇ ਸੋ, ਰਾਤ ਨੂੰ ਉਹਦੀ ਕੁੜੀਆਂ ਨਾਲ ਜ਼ਨਾਹ ਕਰਦੇ ਸੋ ਤੇ ਨਾਰਾ ਤੁਹਾਡਾ ਮਾਸੂਮ ਜਮਾਤ। ਸ਼ਰਮ ਗੈਰਤ ਹਯਾ ਤੁਹਾਡੇ 'ਚ ਹੈ ਹੀ ਕੋਈ ਨਹੀਂ, ਉਹ ਹੋਣੀ ਕੋਈ ਵਿੱਚ ਹੈ। ਤੁਸੀਂ ਇਹੋ ਜਿਹੇ ਬਦਕਾਰਾਂ ਦਾ ਸਾਥ ਦਿਓਗੇ, ਤੁਸੀਂ ਖੁਦਾ ਦੇ ਅਜ਼ਾਬ ਨੂੰ ਵਾਜ਼ਾ ਮਾਰ ਦਿਓ ਪਏ। ਉਹ ਇਹਨਾਂ ਨੂੰ ਚੰਦੇ ਦੇ ਪਾਲਦੇ ਹੋ ਜਿਹੜੇ ਦੁਨੀਆ ਦੇ ਸਭ ਤੋਂ ਵੱਡੇ ਝੂਠੇ ਨੇ। ਤੁਹਾਨੂੰ ਖੁਦਾ ਪਕੜੇਗਾ ਨਾ, ਜ਼ਰੂਰ ਪਕੜ ਹੋਏਗੀ। ਜਿੰਨਾ ਕਾਦੀਆਨੀਆਂ ਨੂੰ ਪਤਾ, ਮੈਂ ਦਾਅਵੇ ਨਾਲ ਕਹਿਣਾ, ਜਿਹੜਾ ਮੇਰੀ ਆਵਾਜ਼ ਸੁਣਦਾ, ਜਿਹੜਾ ਇਹਨਾਂ ਗੱਲਾਂ ਨੂੰ ਪਰਖਦਾ, ਉਹਦਾ ਹੱਕ ਬਣਦਾ ਹੈ। ਜਿਹੜਾ ਮੇਰਾ ਪ੍ਰੋਗਰਾਮ ਸੁਣੇ ਉਹਦਾ ਹੱਕ ਬਣਦਾ ਕਾਦੀਆਨੀ ਦਾ। ਮੈਂ ਗਵਾਹ ਇਸ ਚੀਜ਼ ਦਾ ਕਿ ਜਦੋਂ ਮੈਂ ਕਾਦੀਆਨੀ ਹਾਂ, ਸਾਨੂੰ ਦੱਸਣ ਵਾਲਾ ਕੋਈ ਨਹੀਂ ਸੀ। ਮੈਂ ਤੁਹਾਨੂੰ ਦੱਸਣਾ ਇਹ ਵੀ ਮੇਰੀ ਲਫ਼ਜ਼ ਯਾਦ ਰੱਖ ਲਓ। ਉਹ ਤੁਹਾਨੂੰ ਨਹੀਂ ਕਿਸੇ ਨੇ ਬਚਾਉਣਾ ਇਸ ਲਾਨਤ ਤੋਂ, ਲਿਖ ਲਓ। ਹਰ ਸ਼ਹਿਰ ਦੇ ਵਿੱਚ 50-50 100-100 10-10 20-20 ਦਰਬਾਰ ਨੇ। ਕੋਈ ਪੀਟਰ ਸ਼ਾਹ ਦਾ, ਕੋਈ ਕਿੱਕਰ ਸ਼ਾਹ ਦਾ, ਕੋਈ ਬਲਡੋਜ਼ਰ ਸ਼ਾਹ ਦਾ, ਕੋਈ ਹੈਲੀਕਾਪਟਰ ਸ਼ਾਹ ਦਾ। ਉਹਨਾਂ ਮਲੰਗਾਂ ਨੂੰ ਕੋਈ ਬੰਦਾ ਜਾ ਕੇ ਮਨਾ ਨਹੀਂ ਕਰਦਾ ਤੇ ਤੁਹਾਡੀ ਵੀ ਹਸੀਅਤ 4 ਮਲੰਗਾਂ ਦੀ ਏ। ਤੋਹਾਂ ਮਿਰਜ਼ਾ ਮੰਨਿਆ ਸ਼ਾਹ, ਉਹਦੇ ਸ਼ਾਹ ਆਖਣਾ ਵੀ ਸ਼ਾਹਾਂ ਦੇ ਲਫ਼ਜ਼ ਦੀ ਤੋਹੀਨ ਹੈ। ਤੁਹਾਡੀ ਮਿਰਜ਼ੇ ਤਾਹਰ ਦੀ ਕੁੜੀ ਫਾਇਜ਼ਾ ਸਾਹਿਬਾ ਦੀ ਆਈਡੀਓ ਸੁਣੋ 6-7 ਮਿੰਟ ਦੀ, ਉਹ ਬਦਕਾਰੋ। ਉਹ ਆਂਦੀ ਏ ਜੋ ਸਾਡੇ ਨਾਲ ਜ਼ੁਲਮ ਹੋਇਆ ਦੁਨੀਆ 'ਚ, ਮੌਲਵੀਆਂ ਜਿਨ੍ਹਾਂ ਨੂੰ ਮੌਲਵੀਆਂ ਨੂੰ ਅਸੀਂ ਗਾਲਾਂ ਕੱਢਨੇ ਆ, ਉਹਨਾਂ ਦੇ ਘਰ ਵੀ ਨਹੀਂ ਇੰਦਾ ਜ਼ੁਲਮ ਹੋਇਆ। ਮਿਰਜ਼ਿਆਂ ਨੂੰ ਸ਼ਾਹ ਕਹਿਣਾ ਸ਼ਾਹ ਦੇ ਲਫ਼ਜ਼ ਦੀ ਤੋਹੀਨ ਹੈ। ਤੁਸੀਂ ਉਹਨਾਂ ਬਦਕਾਰਾਂ ਦਾ ਸਾਥ ਦਿੰਦੇ ਹੋ, ਆਂਦੇ ਹੋ ਖੁਦਾ ਦੀ ਰਹਿਮਤ ਹੋਏਗੀ, ਖੁਦਾ ਦਾ ਅਜ਼ਾਬ ਹੋਏਗਾ। ਜਿਹੜਾ ਮੇਰੇ ਪ੍ਰੋਗਰਾਮ ਸੁਣਦਾ ਕਾਦੀਆਨੀਓ, ਜਿਵੇਂ ਉਹਨਾਂ ਮਲੰਗਾਂ ਨੂੰ ਕੋਈ ਨਹੀਂ ਮਨਾ ਕਰਦਾ, ਸਿਰਫ ਉਦੋਂ ਹੀ ਮਨਾ ਹੁੰਦੇ ਨੇ ਜਾਂ ਪੀਰ ਮਲੰਗਾਂ ਦੀ ਕੁੜੀ ਨਾਲ ਫੜ ਕੀਤੇ, ਫਿਰ ਪੁਲਿਸ ਆਉਂਦੀ ਹੈ, ਉਹ ਆਣ ਕੇ 4 ਦਿਨ ਕੇਸ ਭੁਗਤਾਉਂਦੀ ਹੈ, ਬਾਕੀ ਮਨਾ ਨਹੀਂ ਕਰਦੀ। ਇਸ ਤਰ੍ਹਾਂ ਹੀ ਤੁਸੀਂ ਮਿਰਜ਼ੇ ਨੂੰ ਦਿਨੇ ਮੰਨੋ ਰਾਤੀ ਮੰਨੋ, ਤੁਹਾਨੂੰ ਨਹੀਂ ਕਿਸੇ ਬਚਾਣਾ। ਇਹ ਯਾਦ ਰੱਖ ਲਓ। ਜਿਹੜੇ ਮੈਂ ਹਵਾਲੇ ਦੇਣਾ ਖੁਦਾ ਦਾ ਵਾਸਤਾ ਉਹਨੂੰ ਚੈੱਕ ਕਰ ਲਓ, ਇਹ ਸੱਚੇ ਜੇ, ਤੁਹਾਡੇ ਪੱਲੇ ਕੱਖ ਨਹੀਂ। ਤੁਹਾਨੂੰ ਲੁੱਟ ਲਿਆ ਆਪਣੀਆਂ ਕੁੜੀਆਂ ਨਾਲ ਜ਼ਨਾਹ ਕਰਨ ਵਾਲਿਆਂ ਨੇ, ਤੁਹਾਡੇ ਪੈਸੇ, ਤੁਹਾਡੇ ਰਿਸ਼ਤੇ, ਤੁਹਾਡੀਆਂ ਇੱਜ਼ਤਾਂ। ਅੱਗੇ ਚਲੋ। 50 ਕਿਸਮ ਦੇ ਚੰਦੇ। ਮਿਰਜ਼ਿਆਂ ਤੁਹਾਨੂੰ ਨਾਅਰਾ ਦਿੱਤਾ ਕਿ ਇਸਲਾਮ ਨੂੰ ਛੱਡੋ। ਤੁਸੀਂ ਪਹਿਲੀ ਗੱਲ ਤੇ ਗੌਰ ਕਰੋ, ਤੁਹਾਡੇ ਮਾਂ ਪਿਓ ਗੁਜਰਾਂਵਾਲਾ, ਸਿਆਲਕੋਟ, ਹਾਫਸਾਬਾਦ ਦੇ ਜਿੰਨੇ ਬਦਨਸੀਬ ਕਾਦੀਆਨੀ ਮਲੰਗ ਨੇ, ਉਹ ਕਾਦੀਆਂ ਤੋਂ ਲੱਗ ਕੇ ਸਿਆਲਕੋਟ ਤੱਕ ਮਿਰਜ਼ੇ ਨੂੰ ਕਿਸੇ ਜੁੱਤੀ ਨਹੀਂ ਮਾਰੀ। ਆਹ 4 ਮਲੰਗ ਨੂੰ ਲੱਭ ਗਏ ਨੇ। 1.5 ਅਰਬ ਤੋਂ 1 ਅਰਬ ਤੋਂ ਉੱਤੇ ਆਬਾਦੀ ਇੰਡੀਆ ਦੀ, ਕਿਸੇ ਨੇ ਮੂੰਹ ਨਹੀਂ ਲਾਇਆ। ਸਾਡੇ ਇਲਾਕੇ ਦੇ 4 ਜਿਹੜੇ ਨੇ, ਇਹਨਾਂ ਪੀਰ ਮੰਨ ਲਿਆ, ਇਹਨਾਂ ਕਿਹਾ ਸਭ ਕੁਝ ਤੂੰ ਹੀ ਹੈ, ਮੁਰਸ਼ਦ ਸਾਡਾ ਤੂੰ ਹੀ ਹੈ। ਤੇ ਮੁਰਸ਼ਦ ਕੋਈ ਬੰਦੇ ਦੇ ਪੁੱਤਰਾਂ ਦਾ ਮੰਨਣਾ ਸੀ। ਉਹ ਲੋਕੀ ਦੇ ਪਹਿਲੇ ਦਿਨ ਪਿੱਟਦੇ ਹਨ ਕਿ ਆਪਣੀਆਂ ਕੁੜੀਆਂ ਨਾਲ ਜ਼ਨਾਹ ਕਰਨ ਵਾਲੇ ਨੇ।
ਦੁਨੀਆ ਸੁਣਦੀ ਹੈ, ਮੁਸਲਮਾਨ ਸੁਣਦੇ ਹਨ ਜਿਹਦੇ 'ਚ ਥੋੜਾ ਜਿਹਾ ਵੀ ਹਯਾ ਸੀ, ਉਹ ਵੀ ਨਹੀਂ ਮੰਨਦਾ ਹੁੰਦਾ ਸੀ ਨਹੀਂ ਇਸ ਤਰ੍ਹਾਂ ਦਾ ਗੰਦ ਨਹੀਂ ਹੋ ਸਕਦਾ, ਐਵੇਂ ਲੋਕੀ ਪੇ ਕਰਦੇ ਨੇ। ਹੁਣ ਤੇ ਮੋਹਰ ਲੱਗ ਗਈ ਹੈ। ਹੁਣ ਤੇ ਤੁਹਾਡੇ ਮਸਰੂਰੇ ਜਾਹਲ ਨੇ ਨਿਦਾ ਨੂੰ ਕਿਹਾ ਹੈ, ਜੇ ਤੇਰੇ ਨਾਲ ਜ਼ਨਾ ਹੋਇਆ ਜਾਂ ਨਹੀਂ ਹੋਇਆ, ਉਹਦੀ ਗਵਾਹੀ ਹੈ ਵਿੱਚ ਹੁਣ, ਨਹੀਂ ਤੇ ਆਂਦਾ ਪੁੱਤਰ ਇਹ ਕੰਮ ਹੋ ਹੀ ਨਹੀਂ ਸਕਦਾ। ਤੁਹਾਡੇ ਮਸੂਰੇ ਦੀ ਗਵਾਹੀ ਹੈ ਜਾਹਲ ਦੀ। ਆਂਦਾ ਜੇ ਹੋਇਆ, ਨਹੀਂ ਤੇ ਉਹਨੂੰ ਆਂਦਾ ਅਸੀਂ ਸੋਚ ਨਹੀਂ ਸਕਦੇ ਇੰਜ ਦਾ ਗੰਦ। ਉਹ ਤੁਹਾਡਾ ਹਜ਼ੂਰ ਨਹੀਂ ਵਿੱਚ ਬੋਲਦਾ, ਕਿਉਂ ਏ? ਕਿਉਂ ਚੰਦਾ ਦੇਣ ਵਾਲੇ ਹੋ ਬਦਕਾਰੋ, ਜਨਾਹ ਦੇ ਅੱਡੇ ਚਲਾਉਂਦੇ ਹੋ? ਹੈ ਤੁਹਾਡੇ ਸਾਰੇ ਮਾਂ ਪਿਓ ਬਜ਼ੁਰਗ ਉਹ ਮੁਸਲਮਾਨ ਸਨ। ਇਹਨਾਂ ਜ਼ਾਨੀ ਬਦਕਾਰਾਂ ਨੇ ਕਿਹਾ ਕਿ ਮੁਸਲਮਾਨੀ ਛੱਡੋ ਤੇ ਹਕੀਕੀ ਇਸਲਾਮ ਲੱਭ ਲਓ, ਇਸਲਾਮ ਛੱਡ ਦਿਓ। ਤੁਸੀਂ ਇਸਲਾਮ ਛੱਡਿਆ ਤੇ ਹਕੀਕੀ ਇਸਲਾਮ ਚ ਵੜ ਗਏ। 50 ਕਿਸਮ ਦੇ ਚੰਦੇ ਕਿਹੜੇ ਇਸਲਾਮ ਦਾ ਵਿੱਚ, ਇਹ ਦੱਸੋ? ਤੁਸੀਂ ਜ਼ੁਲਮ ਨਹੀਂ ਕਰਦੇ? ਓਏ 50 ਕਿਸਮ ਦੇ ਚੰਦੇ ਦੇਣਾ ਜ਼ੁਲਮ ਨਹੀਂ ਕਰਦੇ? ਤੁਸੀਂ ਆਪਣੇ ਬਜ਼ੁਰਗਾਂ ਦੀਆਂ ਦਵਾਈਆਂ ਦੇ ਪੈਸੇ, ਉਹ ਬੱਚਿਆਂ ਦੀਆਂ ਫੀਸਾਂ ਦੇ ਪੈਸੇ ਜਿਹੜੇ ਇੱਥੇ ਉਹਨਾਂ ਨੂੰ ਬੈਨੀਫਿਟ ਮਿਲਦੇ ਨੇ, ਉਹ ਓਏ ਮਲੰਗ ਮਲੰਗਣੀਆਂ ਤੁਸੀਂ ਖੋ ਖੋਏ ਜ਼ਨਾਹ ਦੇ ਅੱਡੇ ਚਲਾਣ ਡੇ ਸੋ। ਤੇ ਫਿਰ ਜੇ ਤੁਸੀਂ ਇੰਨਾ ਜ਼ੁਲਮ ਕੀਤਾ ਹੀ, ਇੰਨੀ ਕੁਰਬਾਨੀ ਕੀਤੀ, ਤੁਹਾਨੂੰ ਮਿਲਿਆ ਕੀ ਏ? ਨਿਦਾ ਆਂਦੀ ਹੈ 36 ਸਾਲ ਉਹ ਕੰਜਰਖਾਨੇ ਚ ਮੇਰੇ ਨਾਲ ਜ਼ਨਾਹ ਕਰਦੇ ਰਹੇ ਨੇ, ਤੇ ਬਾਹਰ ਇਹਨਾਂ ਕਾਦੀਆਨੀ ਮਲੰਗ ਮਲੰਗਣੀਆਂ ਦੇ ਮੁੰਡੇ ਕੁੜੀਆਂ ਡਿਊਟੀਆਂ ਦਿੰਦੇ ਹਨ ਕਿ ਹਮਾਰੇ ਹਜ਼ੂਰ ਅੰਦਰ ਸੋਏ ਹੋਏ ਹੈ, ਕੁੜੀ ਆਪਣੀ ਨਾਲ ਨਹੀਂ, ਆਪਣੀ ਕੁੜੀ ਨਾਲ ਸੁੱਤਾ ਫੜਿਆ ਗਿਆ। ਗੈਰਤ ਹੈ ਹੀ ਕੋਈ ਨਹੀਂ। ਆ ਜਾਂਦੇ ਨੇ ਗਾਲਾਂ ਕੱਢਣ। ਉਹ ਇੱਕ ਜਰੀ ਮਲੰਗੇ ਬਦਕਾਰ, ਉਹਨੇ ਵੀਡੀਓ ਲਾਈ ਆਪਣੇ ਉੱਥੇ ਚੈਨਲ ਤੇ, ਐਸੇ ਚੋਰੀ ਨੂੰ ਅੱਲਾ ਮਾਰ ਦੇ, ਕਿ ਸ਼ੇਖ ਨੂੰ ਮਾਰ ਦੇ, ਫਲਾਣੇ ਨੂੰ ਮਾਰ ਦੇ, ਫਲਾਣੇ ਨੂੰ ਮਾਰ ਦੇ। ਹੈ ਉਹ ਜੇ ਅਸੀਂ ਸਾਰੇ ਮਰ ਜਾਾਂਗੇ ਫਿਰ ਉਹ ਜ਼ਨਾਹ ਤੁਹਾਡਾ ਸਾਫ਼ ਹੋ ਜਾਣਾ ਬਦਕਾਰੋ। ਫਿਰ ਜਿਹੜੀ ਤੁਸੀਂ ਆਪਣੇ ਮਿਰਜ਼ੇ ਦੀ ਕੁੜੀ ਨਾਲ ਜ਼ਨਾਹ ਕੀਤਾ ਉਹ ਧੁੱਲ ਜਾਣਾ ਤੁਹਾਡਾ ਗੁਨਾਹ। ਜਿਹੜਾ ਮਿਰਜ਼ਾ ਤਾਹਰ ਬਦਕਾਰ ਕਰੋੜਾਂ ਬੈਤਾਂ ਦੇ ਝੂਠ ਬੋਲਦਾ ਰਿਹਾ, ਫਿਰ ਉਹ ਸਾਫ਼ ਹੋ ਜਾਣੀਆਂ ਨੇ ਬੈਤਾਂ ਮੇਰੇ ਮਰਨ ਨਾਲ। ਕੈਸੇ ਅੰਨੇ ਮਲੰਗ ਨੇ। ਅੱਗੇ ਚਲੋ, ਲਿਆਓ ਮੈਨੂੰ 50 ਕਿਸਮ ਦੇ ਚੰਦੇ ਵਹਾਓ, ਕਿਹੜਾ ਤੁਹਾਡਾ ਇਸਲਾਮ ਚ ਚੰਦੇ? ਖੁਦਾ ਦਾ ਖੌਫ ਕਰੋ, ਕਿਉਂ ਜ਼ੁਲਮ ਕਰਦੇ ਹੋ? ਕਿਉਂ ਆਪਣੇ ਬੱਚਿਆਂ ਦਾ ਪੇਟ ਕੱਟ ਕੇ ਉਹ ਪੈਸੇ ਜਿਹੜੇ ਗਵਰਨਮੈਂਟ ਤੁਹਾਨੂੰ ਕੈਨੇਡਾ 'ਚ ਦਿੰਦੀ ਹੈ ਕਿ ਤੁਸੀਂ ਆਪਣੇ ਬੁੱਢੇ ਪਿਓ ਦੀ ਦਵਾਈ ਲੈ ਲਓ, ਬਦਕਾਰੋ ਉਹਦੇ ਚ ਮਿਰਜ਼ੇ ਮਸਰੂਰ ਨੂੰ ਦੇ ਦਿੰਦੇ ਹੋ ਕਿ ਜ਼ਨਾਹ ਕਰ, ਤੇ ਘੋੜੇ ਲੈ ਲੈ ਕਰੋੜਾਂ ਦੇ, ਤੇ ਨਾਲ ਗੱਡੀਆਂ ਲੈ ਲੈ। ਹੈ ਤੁਹਾਡੀ ਮਾਂ ਦੇ ਜਿਹੜੇ ਪੈਸੇ ਮਿਲਦੇ ਨੇ ਉਹ ਵੀ ਉਹ ਖੋ ਕੇ ਲਾਈ ਜਾਂਦਾ ਵੈਲਫੇਅਰ, ਉਹ ਤਾਂ ਪਹਿਲਾਂ ਸਦਕਾ ਹੈ ਵੈਲਫੇਅਰ। ਤੁਹਾਡੇ ਬੱਚਿਆਂ ਦੇ ਬੈਨੀਫਿਟ ਚੋਂ ਬਦਕਾਰ ਲਾਈ ਜਾਂਦਾ। ਇਹ ਕਿਹੜਾ ਇਸਲਾਮ ਹੈ? ਮੈਨੂੰ ਦੱਸੜੋ। ਉਹ ਜੀ ਮਸੀਤਾਂ ਅਸੀਂ ਬਣਾਉਂਦੇ ਆ। ਓਏ ਬਾਕੀ ਦੁਨੀਆ ਦੇ ਵਿੱਚ ਇੰਨੇ ਅਰਬ ਮੁਸਲਮਾਨ ਨੇ, ਭਈ ਉਹ ਰਾਵਾਂ ਦੇ ਵਿੱਚ ਨਮਾਜ਼ ਪੜ੍ਹਦੇ ਨੇ, ਤੁਸੀਂ ਚਰਚ ਮਸੀਤਾਂ ਬਣਾਈਆਂ ਨੇ। ਹੈ ਕੁਰਾਨ ਦਾ ਤਰਜਮਾ ਕੀਤਾ ਕਿਹੜਾ? ਕੈਨੇਡਾ ਦੇ ਵਿੱਚ ਉਹ ਇੱਕ ਆਦਿਆਂ ਨਹੀਂ ਮਲੰਗ ਮਲੰਗਣੀਆਂ ਨੇ, ਤੁਸੀਂ ਕੁਰਾਨ ਦਾ ਤਰਜਮਾ ਕਰਕੇ ਦਿੱਤਾ ਕਿਹਨੂੰ ਹੈ? ਤੇ ਦੁਨੀਆ ਦੇ ਵਿੱਚ ਕਈ 100 ਕਿਸਮ ਦੀਆਂ ਜ਼ਬਾਨਾਂ ਬੋਲੀਆਂ ਜਾਂਦੀਆਂ ਨੇ, ਤੇ ਪੂਰੀ ਦੁਨੀਆ 'ਚ ਮੁਸਲਮਾਨ ਨੇ। ਉਹ ਮੁਸਲਮਾਨ ਕੁਰਾਨ ਨਹੀਂ ਪੜ੍ਹਦੇ, ਉਹਨਾਂ ਕੋਲ ਤਰਜਮਾ ਨਹੀਂ ਹੋਇਆ ਪਹਿਲੋਂ। ਤੁਹਾਡੀ ਅਕਲ ਕੰਮ ਕਰਦੀ ਹੈ ਕਿ ਕੰਮ ਮੁੱਕ ਗਿਆ ਹੈ? 50 ਕਿਸਮ ਦੇ ਚੰਦੇ ਲਾਏ ਨੇ। ਅਸੀਂ ਜਨਾਬ ਤਰੱਕੀ ਕਰਨੀ ਹੈ, 130 ਸਾਲ 'ਚ ਤਰੱਕੀ ਕੀ ਕੀਤੀ ਹੈ? ਸਿੰਧ 'ਚ ਜ਼ਮੀਨਾਂ, ਪਨਾਮਾ ਲੀਗ 'ਚ ਤੁਹਾਡੇ ਮਸੂਰੇ ਜਾਹਲ ਦਾ ਨਾਂ, ਜਿਹਨੂੰ ਉਰਦੂ ਨਹੀਂ ਪੜ੍ਹਨੀ ਆਉਂਦੀ, ਉਹ ਤੁਹਾਡੀਆਂ 6-6 ਸਾਲ ਦੀਆਂ 10-10 ਸਾਲ ਦੀਆਂ ਕੁੜੀਆਂ 'ਚ ਬਹਿ ਕੇ ਯੂਟਰਸ ਦੀਆਂ ਗੱਲਾਂ ਕਰਦਾ। ਉਹ ਖਲੀਫਾਤੁਲ ਯੂਟਰਸ, ਕਿ ਯੂਟਰਸ ਇੰਨੀ ਲੰਮੀ ਹੋਣੀ ਚਾਹੀਦੀ ਹੈ, ਇੰਨੀ ਚੌੜੀ ਹੋਣੀ ਚਾਹੀਦੀ ਹੈ। ਸੁਣੀ ਨਹੀਂ ਜੀ ਵੀਡੀਓ? ਯੂਟਰਸ ਸ਼ਰਿੰਕ ਹੋ ਜਾਂਦੀ ਹੈ, ਯੂਟਰਸ ਖੁੱਲ ਜਾਂਦੀ ਹੈ, ਕੋਈ ਯੂਟਰਸ ਬੰਦ ਹੋ ਜਾਂਦੀ ਹੈ। ਕੋਈ ਸ਼ਰਮ ਹਯਾ ਹੈ ਤੁਹਾਡੇ 'ਚ? ਉਹ ਤੇ ਆਪਣੀਆਂ ਕੁੜੀਆਂ ਦੇ ਨਾਲ ਜ਼ਨਾਹ ਕਰਦੇ ਫੜੇ ਗਏ ਨੇ, ਤੁਸੀਂ ਉੱਥੇ ਕੁੜੀਆਂ ਕਾਹਦੇ ਵਾਸਤੇ ਘਲਾਉਂਦੇ ਹੋ? ਯੂਟਰਸ ਸੁਣਨ ਵਾਸਤੇ। ਫਿਰ ਜਿੱਥੇ ਤੁਹਾਡੀਆਂ ਕੁੜੀਆਂ ਬਹਿੰਦੀਆਂ ਨੇ
ਉੱਥੇ ਚਫੇਰੇ ਸਾਰੇ ਉਸ ਜਾਮੇ ਇਸ਼ਕ ਖਾ ਕੇ ਖਲੋਤੇ ਨੇ। ਜਿਹੜੇ MTA ਦੇ ਉੱਤੇ ਤੁਹਾਡਾ ਪ੍ਰੋਗਰਾਮ ਆਉਂਦਾ ਉਹਦੀ ਸ਼ੇਂਡੀ ਸ਼ਾਹ ਦੀ ਵੀਡੀਓ ਨਹੀਂ ਜੇ ਸੁਣੀ ਆਈਡੀਓ। ਤੁਹਾਡੇ ਖਲੀਫੇ ਦੀ ਕੁੜੀ ਵੀ ਪੁੱਛਦੀ ਏ ਤੇ ਤੁਹਾਡਾ ਸ਼ੇਂਡੀ ਸ਼ਾਹ ਪਿਆ ਬੋਲਦਾ ਆਂਦਾ ਖਲੀਫੇ ਦੀ ਕੁੜੀ ਨਾਲ ਮੈਂ ਜ਼ਨਾ ਕੀਤਾ। ਕਿਉਂ ਓਏ? ਉਸੇ MTA ਦੀ ਘਰ ਲਕਾਉਂਦੇ ਹੋ ਨਾ ਕੁੜੀਆਂ ਨੂੰ। ਤੇ ਫਿਰ ਉਹ ਇਹ ਵੀ ਆਂਦਾ ਨਾ ਮੈਨੂੰ ਨਹੀਂ ਪਤਾ ਮੈਂ ਕਿੰਨੀਆਂ ਨਾ ਕੀਤਾ, ਮੈਂ ਹਿਸਾਬ ਕਿਤਾਬ ਨਹੀਂ ਰੱਖਿਆ, ਜਿਹੜੀ ਆਈ ਬਸ ਮੈਂ ਰਗੜ ਛੁੱਟੀ ਏ। ਉਸ MTA ਤੇ ਬਹਿ ਕੇ ਤੁਸੀਂ ਕੁੜੀਆਂ ਭੇਜਦੇ ਹੋ। ਉਹ ਕੁਰਸੀਆਂ ਡਾਹਣ ਵਾਲੇ ਉੱਥੇ ਡਸ਼ਕਰੇ ਖਲੋਤੇ, ਕੈਮਰਿਆਂ ਨਾਲ ਫੋਟੋ ਲਾਹਣ ਵਾਲੇ ਡਸ਼ਕਰੇ ਖਲੋਤੇ, ਤੁਹਾਡੀਆਂ ਉੱਥੇ ਬੀਬੀਆਂ ਨੰਬਰ ਦੇ ਕੇ ਆਉਂਦੀਆਂ ਨੇ ਮੁਲਾਕਾਤ ਲਹਾਣ, ਉਹ ਸਾਰੇ ਡਸ਼ਕਰੇ ਖਲੋਤੇ, ਬਾਅਦ ਚ ਉਹ ਹੀ ਨੰਬਰ ਚਲਾ ਕੇ ਤੁਹਾਡੀਆਂ ਕੁੜੀਆਂ ਨਾਲ ਇਸ਼ਕ ਕਰਦੇ ਨੇ। MTA ਦਾ ਚੇਅਰਮੈਨ ਆਂਦਾ ਮੈਨੂੰ ਪਤਾ ਹੀ ਨਹੀਂ ਕਿ ਮੈਂ ਕਿੰਨੀਆਂ ਨਾਲ ਜ਼ਨਾ ਕੀਤਾ। ਕਿਉਂ? ਇਹ ਸੁਣੀ ਜੇ ਕਿ ਨਹੀਂ ਆਈਡੀਓ? ਕਿਉਂ ਬਦਕਾਰਾਂ ਦਾ ਸਾਥ ਦਿੰਦੇ ਹੋ? ਕਿਉਂ ਦਫਾ ਕਰਦੇ ਹੋ ਉਹਨਾਂ ਦਾ? ਕਿਉਂ ਖੁਦਾ ਦੇ ਅਜ਼ਾਬ ਨੂੰ ਆਵਾਜ਼ਾਂ ਦਿੰਦੇ ਹੋ? ਅੱਗੇ ਚਲੋ ਜੀ, ਹਕੀਕੀ ਇਸਲਾਮ ਵਾਲਿਓ, ਕਬਰਾਂ ਲਵੋ ਤੇ ਜੰਨਤ ਲਵੋ। ਮਾਂ ਦਿਓ ਪੁੱਤਰੋ, ਇਹ ਕਿਹੜਾ ਇਸਲਾਮ ਹੈ? ਉਹ ਹਕੀਕੀ ਇਸਲਾਮ ਤੇ ਸ਼ੁਰੂ ਹੋਇਆ ਮੱਕੇ ਤੋਂ। ਓਏ ਮੱਕਾ ਦੇ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਨੇ, ਸਹਾਬਾ ਨੇ, ਸਾਊਦੀ ਅਰਬ ਚ, ਮਲੇਸ਼ੀਆ ਚ, ਦੁਨੀਆ ਦੇ ਕਿਸੇ ਮੁਲਕ ਚ ਕਬਰਾਂ ਵਿਕੀਆਂ ਨੇ। ਤੁਹਾਨੂੰ ਕਿਹੜਾ ਹਕੀਕੀ ਇਸਲਾਮ ਹੈ ਓਏ? ਇਹ ਕਾਦੀਆਂ ਵਾਲਾ ਇਸਲਾਮ ਹੋ ਸਕਦਾ, ਕਾਦੀਆਂ ਵਾਲਾ ਲੋਚੇ ਹੋ ਸਕਦਾ ਇਸਲਾਮ ਤੇ ਨਾ ਇਹਨੂੰ ਕਹੋ। ਇਹ ਬਿਦਅਤ ਹੈ, ਹਰ ਬਿਦਅਤ ਗੁਮਰਾਹੀ ਹੈ, ਜ਼ਲਾਲਤ ਹੈ। ਤੁਸੀਂ ਕਬਰਾਂ ਲਈ ਜਾਂਦੇ ਹੋ ਤੇ ਜੰਨਤ ਪੈਸੇ ਦੇਈ ਜਾਂਦੇ ਹੋ। ਉਹ ਤੁਹਾਂ ਕਦੀ ਸੋਚਿਆ ਹੈ ਕਿ ਦਾ ਇਸਲਾਮ ਨਾਲ ਤਲਕ ਹੈ? ਕਿਉਂ ਪੈਸੇ ਦਿੰਦੇ ਹੋ? ਉਹ ਨਾ ਤੇ ਖੁਦਾ ਦਾ ਹੁਕਮ ਹੈ, ਨਾ ਰਸੂਲ ਦਾ ਹੁਕਮ ਹੈ। ਤੇ ਨਾਰਾ ਤਾਂ ਤੁਹਾਡਾ ਇਹ ਵੇ ਕਿ ਸਾਡਾ ਹਕੀਕੀ ਇਸਲਾਮ ਹੈ। ਵਹਾਓ ਉੱਥੇ ਕਿੱਥੇ ਕਬਰਾਂ ਲਿਖੀਆਂ ਨੇ? ਕੋਈ ਗੈਰਤ ਕੋ ਨਹੀਂ ਤੁਹਾਡੇ ਚ? ਜਿੱਥੇ ਮਿਰਜ਼ੇ ਜਾਂਦੇ ਨੇ ਨਾਲ ਉਹ ਜੰਨਤ ਵੀ ਕੱਛੇ ਮਾਰੀ ਫਿਰਦੇ ਨੇ। ਤੁਹਾਡੀਆਂ ਹੀ ਪੈਸਿਆਂ ਤੋਂ 4 ਕਿੱਲੇ ਖਰੀਦ ਕੇ ਤੁਹਾਨੂੰ ਕਬਰਾਂ ਵੇਚਣ ਡੈ ਪੈਂਦੇ ਨੇ। ਕਿਉਂ ਹੋਏ? ਤੁਸੀਂ ਇਹ ਕੀ ਇਸ ਮੈਦਾਨ ਚ ਲੈਣਾ? ਅੱਗੇ ਚਲੋ, ਸ਼ਾਦੀਆਂ ਤੇ ਪਾਬੰਦੀ। ਹਕੀਕੀ ਇਸਲਾਮ ਵਾਲਿਓ, ਤੁਹਾਡੀ ਧੀ ਪੁੱਤਰ ਨੇ ਵਿਆਹ ਕਰਨਾ ਹੋਏ ਇੱਕ ਐਸੇ ਬੰਦੇ ਨਾਲ ਜਿਹੜਾ ਨਹੀਂ ਆਮਦੀ, ਜਿਹੜਾ ਇਹਨਾਂ ਜ਼ਾਨੀਆਂ ਨੂੰ ਨਹੀਂ ਮੰਨਦਾ, ਜਿਹੜੇ ਆਪਣੀ ਕੁੜੀਆਂ ਨੂੰ ਜ਼ਨਾਹ ਕਰਦੇ ਨੇ ਮਸੂਰੇ ਜਾਹਲ ਵਰੀ, ਉਹ ਮਸੂਰਾਂ ਦਾ ਮੈਨੂੰ ਸਾਲ ਚੰਦਾ ਦਿਓ, ਤੁਹਾਡੀ ਮੈਂ ਕੁੜੀ ਦਾ ਵਿਆਹ ਨਹੀਂ ਹੋਣ ਦੇਣਾ। ਉਹ ਹੁਕਮ ਤੇ ਵੇ ਕਿ ਜੇ ਕੁੜੀ ਮੁੰਡਾ ਜਵਾਨ ਹੋ ਜੇ, ਉਹਦੇ ਵਿਆਹ ਦੀ ਉਮਰ ਹੋਏ, ਮਾਂ ਪਿਓ ਜੇ ਕਰ ਸਕਣ ਨਾ ਕਰਨ, ਅਗਰ ਉਹ ਕੁੜੀ ਮੁੰਡਾ ਜ਼ਨਾਹ ਦੇ ਮੁਰਤਕਬ ਹੁੰਦੇ ਨੇ, ਮਾਂ ਪਿਓ ਤੇ ਗੁਨਾਹ ਏ, ਬੋਝ ਏ, ਤੇ ਮਸਰੂਰ ਹੈ ਤੁਹਾਡਾ ਸਾਲ ਕੁੜੀ ਮੁੰਡੇ ਦਾ ਵਿਆਹ ਨਹੀਂ ਹੋਣ ਦਿੰਦਾ। ਕਿਉਂ ਮਲੰਗੋ? ਇੰਜ ਹੁੰਦਾ ਕਿ ਨਹੀਂ? ਜੇ ਤੁਸੀਂ ਕਰ ਲਓ, ਮਾਰ ਜੁੱਤੀਆਂ ਖਰਾਜ ਦੀਆਂ ਤੁਹਾਡਾ ਫੈਮਲੀਆਂ ਦਾ ਬਰਬਾਦ ਕਰ ਛੱਡਦਾ ਹੈ। ਉਹ ਖੁਦਾ ਦੇ ਉਹ ਬੰਦੇ ਹੋ, ਇਹ ਕਿਹੜਾ ਇਸਲਾਮ ਹੈ? ਹੋਏ ਉਹ ਸੋਚੋ, ਗੌਰ ਕਰੋ, ਹੈ ਇਹ ਇਸਲਾਮ ਤੇ ਨਹੀਂ, ਇਹ ਤੇ ਖੁਦਾ ਦੇ ਨਾਲ ਜੰਗ ਹੈ। ਖੁਦਾ ਦਾ ਹੁਕਮ ਹੈ ਕਿ ਜਿੰਨੀ ਜਲਦੀ ਹੋਏ ਬੱਚੀ ਬੱਚਾ ਜਵਾਨ ਹੋਏ ਵਿਆਹ ਕਰੋ, ਤੇ ਤੁਸੀਂ ਇਹ ਜੰਗ ਕਰਦੇ ਹੋ ਕਿ ਤੁਸੀਂ ਵਿਆਹ ਹੋਣ ਨਹੀਂ ਦਿੰਦੇ, ਬਲਕਿ ਮਸਰੂਰੇ ਜਾਹਲ ਨੂੰ ਪੈਸੇ ਦਿੰਦੇ ਹੋ ਤੇ ਕੁੜੀ ਮੁੰਡੇ ਨੂੰ ਜ਼ਨਾਹ ਤੇ ਲਾ ਛੱਡਦੇ ਹੋ। ਉਹ ਵਿਆਹ ਰੋਕੀ ਰੱਖੋਗੇ, ਜ਼ਨਾਹ ਹੋਏਗਾ ਹੈ, ਉਹਦੇ ਆਪਣੀਆਂ ਕੁੜੀਆਂ ਨਾਲ ਜ਼ਨਾਹ ਕਰਦੇ ਨੇ, ਉਹਨਾਂ ਨੂੰ ਕੀ ਮਸਲਾ ਹੈ? ਕਿਉਂ ਖੁਦਾ ਨਾਲ ਜੰਗ ਕਰਦੇ ਹੋ? ਕਿਉਂ ਇਹ ਜ਼ੁਲਮ ਕਰਦੇ ਹੋ? ਕਿਉਂ ਇਹ ਜ਼ੁਲਮ ਸਹਿੰਦੇ ਹੋ? ਅੱਗੇ ਆ ਜਾਓ, ਅਖਰਾਜ ਦੀਆਂ ਸਜ਼ਾਵਾਂ। ਹਕੀਕੀ ਇਸਲਾਮ ਦਾ ਨਾਰਾ ਹੈ, ਉਹ ਇਸਲਾਮ ਦੇ ਵਿੱਚ ਧੀਆਂ ਪੁੱਤਰਾਂ ਦਾ, ਮਾਵਾਂ ਭੈਣਾਂ ਦਾ, ਬਜ਼ੁਰਗਾਂ ਦਾ ਇੰਜ ਗਲੀ ਗਲੀ ਐਲਾਨ ਹੋਇਆ। ਉਹ ਤੁਹਾਡਾ ਬਦਨਸੀਬੋ ਕੈਨੇਡਾ 'ਚ ਵੀ ਐਲਾਨ ਹੁੰਦਾ ਹੈ। ਕੈਨੇਡੀਅਨ ਸ਼ਹਿਰੀ ਦੀ ਇਨਫੋਰਮੇਸ਼ਨ ਪੂਰੀ ਦੁਨੀਆ 'ਚ ਲੀਕ ਹੁੰਦੀ ਹੈ, ਨਾ ਵਲਦੀਅਤ, ਇਲਾਕਾ, ਸ਼ਹਿਰ। ਕੋਈ ਗੈਰਤ ਹੈ ਤੁਹਾਡੇ 'ਚ? ਇਹ ਜ਼ੁਲਮ ਕਿਉਂ ਬਰਦਾਸ਼ਤ ਕਰਦੇ ਹੋ ਮਲੰਗੋ? ਕਿਉਂ ਨਹੀਂ ਬੋਲਦੇ? ਕਿਉਂ ਨਹੀਂ ਆਵਾਜ਼ ਉਠਾਉਂਦੇ? ਇਹ ਨੇਕੀ ਹੈ?
ਇਹ ਇਸਲਾਮ ਹੈ? ਇਹ ਇਸਲਾਮ ਦੀ ਤਲੀਮ ਹੈ? ਨਾ ਇਹ ਇਸਲਾਮ ਦੀ ਤਲੀਮ ਹੈ, ਨਾ ਇਹ ਨੇਕੀ ਹੈ। ਇਸ ਜ਼ੁਲਮ ਨੂੰ ਰੋਕਦੇ ਵੀ ਨਹੀਂ, ਇਹਦੇ ਖਿਲਾਫ ਸਵਾਲ ਵੀ ਨਹੀਂ ਕਰਦੇ ਹੋ, ਬਲਦੀ ਤੇ ਤੇਲ ਪਾਉਂਦੇ ਹੋ, ਚੰਦਾ ਦੇਈ ਜਾਂਦੇ ਹੋ ਤੇ ਮਾਫੀਆਂ ਮੰਗੀ ਜਾਂਦੇ ਹੋ, ਹਜ਼ੂਰ ਸਾਨੂੰ ਮਾਫ ਕਰ ਦਿਓ। ਆਪਣੀ ਕੁੜੀ ਨਾਲ ਜ਼ਨਾਹ ਕਰਕੇ ਸੁੱਤਾ ਹੁੰਦਾ, ਸਵੇਰੇ ਉੱਠ ਕੇ ਤੁਹਾਡੇ ਖਾਤੇ ਕੋਈ ਵਹਿੰਦਾ ਹੀ ਨਹੀਂ। ਉਹ ਤੁਹਾਡੇ ਖਾਤੇ ਤੇ ਸ਼ਿੰਡੀ ਸ਼ਾਹ ਨੇ ਵੇਖਣੇ ਹਨ, ਉਹ ਤੇ ਆਂਦਾ ਮੈਂ ਤੁਹਾਡੇ ਖਲੀਫੇ ਦੀ ਕੁੜੀ ਨਾਲ ਕਈ ਵਾਰੀ ਜ਼ਨਾਹ ਕੀਤਾ। ਉਹ ਸਵੇਰੇ ਜ਼ਨਾਹ ਕਰਕੇ ਸੁੱਤਾ ਹੋਣਾ, ਸਵੇਰੇ ਉੱਠ ਕੇ ਵਹਿੰਦਾ ਹੋਣਾ ਕਿ ਪੰਡ ਪਈ ਹੈ ਮਲੰਗਾਂ ਦੇ ਖਤਾਂ ਦੀ। ਕਿਉਂ ਹੋਏ? ਉਹ ਤੁਹਾਨੂੰ ਖੁਦਾ ਦਾ ਖੌਫ ਕੋਈ ਨਹੀਂ। ਅੱਗੇ ਚੱਲਨੇ ਆ, ਅੱਗੇ ਆ ਜਾਓ ਨਿਦਾ ਦੀ ਆਈਡੀ ਉੱਤੇ। ਨਿਦਾ ਇਨਸਾਨ ਨਹੀਂ, ਉਹਦੇ ਨਾਲ ਜ਼ੁਲਮ ਨਹੀਂ ਹੋਇਆ। ਤੁਹਾਡਾ ਮਸਰੂਰ ਸਾਹਿਬ ਉਹਦੇ ਨਾਲ ਜੋ ਗੁਫ਼ਤਗੂ ਕਰਦਾ ਪਿਆ, ਪਹਿਲਾਂ ਤੇ ਤੁਹਾਨੂੰ ਜਿਹੜੀਆਂ ਇਹ ਮਲੰਗੋ ਇੱਥੇ ਹੀ ਕੋਈ ਅਕਲ ਕਰੋ। ਉਹ ਜਿਹੜਾ मसरूर ਤੁਹਾਨੂੰ ਆਂਦਾ ना कि मुकर्रम मोहतरम राना साहब आप आगे आ जाएं और आप अजान दे दें और आप बात सुने, और मुकर्रम लुकमान साहब और मुकर्रम जज्जा साहब, ਉਹ ਮੁਕਰਮ ਤੁਹਾਨੂੰ ਸੁਣਾਉਂਦੇ ਨੇ ਬਾਹਰ ਚੰਦਾ ਲੈਣ ਵਾਸਤੇ। ਮਿਰਜ਼ਿਆਂ ਦੇ ਘਰ ਦੀ ਜ਼ੁਬਾਨ ਸੁਣੋ, ਨਿਦਾ ਦੀ ਤੇ ਮਸਰੂਰੇ ਜਾਹਲ ਦੀ ਆਈਡੀਓ ਸੁਣੋ। ਖੋਤਾ, ਕੁੱਤਾ, ਕੰਜਰ, ਸੂਰ, ਜ਼ਨਾ, ਕੰਜਰਖਾਨਾ, ਬਕਵਾਸ, ਇਹ ਆ ਜ਼ਬਾਨ ਉਹਨਾਂ ਦੀ। ਲੁੱਚਾ। ਤੁਹਾਡੇ ਮਿਰਜ਼ੇ ਮਸਰੂਰ ਨੇ ਕੁੜੀ ਨੂੰ ਕਿਹਾ ਚੱਲ ਬਕਵਾਸ ਕਰ ਲਈਏ, ਬੰਦ ਹੋ ਗਈ ਹੈ, ਤੇ ਸਵੇਰੇ ਪਗੜੀ ਬਣ ਕੇ ਤੁਹਾਨੂੰ ਆਂਦਾ ਅਸਲਾਮ ਅਲੈਕੁਮ ਅਜ਼ਾਨ ਦੇ ਦੇ। ਉਹ ਕਿਹਦਾ ਹੱਕ ਬਣਦਾ? ਉਹ ਪਿੰਡਾਂ ਦੇ ਵਿੱਚ ਪੀਰ ਫੜ ਕੇ ਤੇ ਨਾ ਕਿਸੇ ਦੀ ਕੁੜੀ ਨਾਲ, ਉਹ ਜਿਨ੍ਹਾਂ ਨੂੰ ਮਾਸਾ ਵੀ ਨਹੀਂ ਅਕਲ, ਉਹ ਵੀ ਸੱਚ ਜੁੱਤੀਆਂ ਮਾਰਦੇ ਹੁੰਦੇ ਨੇ। ਅਸੀਂ ਤੁਹਾਨੂੰ ਇਹ ਤੇ ਨਹੀਂ ਆਂਦੇ ਕਿ ਜੁੱਤੀਆਂ ਮਾਰੋ ਉਹਦੇ ਸਿਰ 'ਚ। ਕੋਈ ਅਸੀਂ ਆਨੇ ਕਮ ਅਜ਼ ਕਮ ਸਵਾਲ ਹੀ ਕਰੋ। ਉਹ ਤੁਹਾਡਾ ਕਿਹਦਾ ਹੱਕ ਬਣਦਾ ਸੀ ਪੁੱਛਣਾ ਸਵੇਰੇ? ਕਿਉਂ ਮਲੰਗੋ? ਕਿਉਂ ਬਲਦੀ ਤੇ ਤੇਲ ਪਾਉਂਦੇ ਹੋ? ਨਿਦਾ ਦੀ ਆਈਡੀਓ ਪੂਰੀ ਦੁਨੀਆ ਦੇ ਅਖਬਾਰਾਂ 'ਚ ਲਿਖਿਆ, ਤੇ ਤੁਹਾਡੇ ਸਾਰੇ ਜਿਹੜੇ ਤੁਹਾਡੇ ਚੈਨਲ ਨੇ ਕਾਦੀਆਨੀ ਮਲੰਗ ਮਲੰਗਣੀ, ਉਹ ਚੈਨਲ ਕਾਦੇ ਨੇ ਤੁਹਾਡੇ? 2.5 ਟੋਟਰੂ 3-4 ਤੁਹਾਡੇ ਚੈਨਲ ਨੇ, ਉਹ ਵੀ ਚੈਨਲਾਂ ਦੀਆਂ ਪੂਛਲਾਂ ਨੇ। ਉੱਥੇ ਤੁਹਾਡੇ ਮਲੰਗ ਮਲੰਗਣੀਆਂ ਨੇ ਐਲਾਨ ਕੀਤਾ ਕਿ ਸਾਡੇ ਹਜੂਰ ਮਿਰਜ਼ੇ ਮਸਰੂਰ ਦੀ ਵੀਡੀਓ ਏ, ਮੰਨਿਓ ਕਿ ਨਹੀਂ? ਹੁਣ ਪੁੱਤਰ ਕੇਸ ਵੀ ਹੋਇਆ, ਜੁੱਤੀਆਂ ਵੀ ਪੈਣੀਆਂ ਨੇ, ਹੁਣ ਪੈਂਦੀਆਂ ਨੇ ਪਈਆਂ। ਮੰਨ ਗਏ ਹੋ ਨਾ? ਉਹਦੇ 'ਚ ਕਾਨੂੰਨ ਤੋੜਨ ਦੀਆਂ ਗੱਲਾਂ, ਉਹਦੇ 'ਚ ਉਹ ਯੂਕੇ ਦੇ ਵਿੱਚ 36 ਸਾਲ ਜਿਹਦੇ ਨਾਲ ਜ਼ਨਾਹ ਹੋਏ, ਉਹਦੀ ਇਹ ਸਜ਼ਾ ਹੈ ਕਿ ਚੁੱਪ ਕਰੋ। ਤੁਸੀਂ ਤਾਂ ਆਂਦੇ ਹੋ ਅਸੀਂ ਜਿਹੜੇ ਮੁਲਕ 'ਚ ਰਹੀਏ ਉਸ ਮੁਲਕ ਦੇ ਕਾਨੂੰਨ ਨੂੰ ਮੰਨਦੇ ਆ, ਤੇ ਤੁਹਾਡਾ ਬਦਕਾਰ ਮਸੂਰਾ ਨਹੀਂ ਮੰਨਦਾ ਪਿਆ। ਯੂਕੇ ਦਾ ਕਾਨੂੰਨ ਤੋੜਦਾ ਕਿ ਨਹੀਂ ਪਿਆ? ਉਹ ਕੁੜੀ ਨੂੰ ਡਰਾਉਂਦਾ ਧਮਕਾਉਂਦਾ ਕਿ ਨਹੀਂ? ਉਹਦੇ ਨਾਲ ਬੇਹਯਾਈ ਬਦਮਾਸ਼ੀ ਦੀਆਂ ਗੱਲਾਂ ਕਰਦਾ ਕਿ ਨਹੀਂ ਪਿਆ? ਓਏ ਉਹਦੇ ਨਾਲ ਜ਼ਨਾਹ ਕਿਹਨੇ ਕੀਤਾ? ਕਿਉਂ ਮਲੰਗੋ? ਕਿਸੇ ਮੌਲਵੀ ਕੀਤਾ? ਜਿਨ੍ਹਾਂ ਨੂੰ ਤੁਸੀਂ ਆਂਦੇ ਹੋ ਕੰਜਰ ਕਸੂਰ ਹੈ? ਉਹਦੇ ਨਾਲ ਜ਼ਨਾਹ ਕੀਤਾ ਤੁਹਾਡੇ ਲੁਕਮਾਨ ਨੇ, ਤੁਹਾਡੇ ਖਲੀਫੇ ਦੇ ਮੁੰਡੇ ਨੇ। ਉਹ ਆਪ ਆਂਦੀ ਹੈ ਸੱਕੇ ਪਿਓ ਨੇ। ਡਾਕਟਰ ਮੁਬਸ਼ਰ ਉਹ ਵੀ ਮਿਰਜ਼ਿਆਂ ਦਾ ਮੁੰਡਾ। ਮਹਮੂਦ ਖੋਤਾ ਉਹਦੀ ਸਬੂਈ ਹੈ ਜਿਹਨੇ ਕਰਵਾਇਆ ਸਾਰਾ ਜ਼ਨਾਹ। ਸਬੂਈ ਨੇ ਤੇ ਮਿਰਜ਼ੇ ਮਸਰੂਰ ਨੇ ਜ਼ੁਲਮ ਕਰਵਾਇਆ। ਉਹਨਾਂ ਕੁੜੀਆਂ ਦਾ ਵਿਆਹ ਨਹੀਂ ਸੀ ਹੋਣ ਦਿੰਦਾ। ਇਹਨਾਂ ਜ਼ੁਲਮ ਕਰਵਾਇਆ। 18-20 ਸਾਲ ਇਹਦੇ ਦੌਰ 'ਚ ਜ਼ਨਾਹ ਹੋਇਆ। ਇਹਨੇ ਕਰਵਾਇਆ ਕਿਉਂਕਿ ਇਹ ਦੁਸ਼ਮਣ ਮਿਰਜ਼ੇ ਤਾਹਰ ਦਾ ਸੀ। ਹੈ ਸਾਰੇ ਦੁਸ਼ਮਣ ਇੱਕ ਦੂਜੇ ਦੇ, ਹੈ ਤਾਂ ਉਹ ਵੀ ਬਦਕਾਰ ਸੀ। ਇਹਨੇ ਉਹਦੀ ਕੁੜੀਆਂ ਨੂੰ ਬਰਬਾਦ ਕੀਤਾ। ਫਿਰ ਉਸ ਤੋਂ ਵੱਧ ਏਡੇ ਬਦਨਸੀਬ ਮਲੰਗ ਨੇ, ਏਡੇ ਬਦਕਾਰ ਕੋਈ ਸਾਹਮਣੇ ਨਹੀਂ ਆਇਆ। ਇੱਕ ਮੁੰਡਾ ਆਇਆ ਅਲੀ ਬਾਈ ਜਰਮਨੀ ਤੋਂ। ਉਹ ਕਾਦੀਆਨੀ ਹੋਣ ਦੇ ਬਾਵਜੂਦ ਉਹਨੇ ਆਣ ਕੇ ਉਹਨੇ ਆਖਿਆ ਮੈਂ ਆਵਾਜ਼ ਉਠਾਨਾ ਕਿ ਜ਼ੁਲਮ ਹੋਇਆ, ਹੋਰ ਨਹੀਂ ਕੋਈ ਆਇਆ। ਅੱਲਾਹ ਪਾਕ ਉਹਨੂੰ ਜਜ਼ਾ ਦੇ, ਅੱਲਾਹ ਪਾਕ ਉਹਨੂੰ ਸਿਹਤ ਦੇ। ਅਲੀ ਨੂੰ ਮੈਂ ਉਹਨੂੰ ਕਿਹਾ ਸੀ ਪ੍ਰੋਗਰਾਮ 'ਚ, ਉਹਨੇ ਕਿਹਾ ਮੇਰਾ ਖਰਾਜ ਹੋਏਗਾ। ਮੈਂ ਕਿਹਾ ਮੈਂ ਦੱਸ ਦੇਣਾ ਕਿ ਮੇਰੀ ਗੱਲ ਤੋਂ ਬਾਅਦ ਮੇਰਾ ਨਹੀਂ ਉਮੀਦ ਮੈਨੂੰ ਕਿ ਤੇਰਾ ਖਰਾਜ ਕਰਨਾ। ਜਾ ਮਸਰੂਰ ਨੂੰ ਆਖੇ ਉਹਦਾ ਖਰਾਜ ਕਰਕੇ ਵਹਾਏ।
2-4 ਮਹੀਨੇ ਹੋ ਗਏ ਨੇ, ਦੜ ਵੱਟੀ ਮਸਰੂਰੇ ਨੇ, ਕਰੇ ਹਾਂ ਖਰਾਜ ਉਹਦਾ, ਦੇ ਹਾਂ ਸਜ਼ਾ। ਓਏ ਨਿਦਾ ਦਾ ਖਰਾਜ ਹੋਇਆ। ਮਸਰੂਰਾ ਨੂੰ ਆਂਦਾ ਹੈ ਕਿ ਪਿਛਲੀ ਵਾਰੀ ਤੂੰ ਜ਼ਨਾ ਕਰਵਾਉਣ ਗਈ ਸੈਂ, ਜਦੋਂ ਮਸਰੂਰੇ ਨੂੰ ਇਹ ਪਤਾ ਸੀ, ਅਖਰਾਜ ਕੀਤਾ ਸੂ, ਕਿਉਂ ਹੈ? ਓਏ ਸ਼ਿੰਡੀ ਸ਼ਾਹ ਦਾ ਖਰਾਜ ਹੋਇਆ, ਮਿਰਜ਼ੇ ਲਕਮਾਨ ਦਾ ਹੋਇਆ, ਕਿਉਂ ਮਲੰਗਣੀਓ? ਤੇ ਤੁਹਾਡੇ 2 ਮਿੰਟ ਲੱਗਦਾ ਮਾਰ ਮਾਰ ਜੁੱਤੀਆਂ ਦਾ ਤਾਲੂ ਨੀਵਾਂ ਕਰ ਛੱਡਦੇ ਨੇ, ਕਿਉਂ? ਤੁਹਾਡੇ ਕੋਲ ਡਰਾ ਕੇ ਚੰਦਾ ਲੈਣਾ ਹੁੰਦਾ। ਅਖਰਾਜ ਦੀ ਲਾਨਤ ਇਸਲਾਮ ਚ ਕੋਈ ਨਹੀਂ। ਨਿਦਾ ਦੀ ਆਈਡੀਓ ਸੁਣੋ, ਉਹ ਇਨਸਾਨ ਹੈ, ਉਹ ਤੁਹਾਡੇ ਮਿਰਜ਼ਿਆਂ ਦੀ ਧੀ ਹੈ, ਜਿਹਨੂੰ ਤੁਸੀਂ ਹਜ਼ੂਰ ਹਜ਼ੂਰ ਆਂਦੇ ਹੋ। ਬਦਕਾਰੋ, ਜਿਹੜਾ ਮੇਰੇ ਪ੍ਰੋਗਰਾਮ ਸੁਣਦੇ ਨੇ ਮਲੰਗ ਮਲੰਗਣੀਆਂ, ਪਿੱਛੇ ਨੂੰ ਧਿਆਨ ਮਾਰੋ। ਜਿੱਥੇ ਤੁਸੀਂ ਮਸਰੂਰੇ ਬਦਕਾਰ ਦੀ ਫੋਟੋ ਟੰਗੀ ਹੈ, ਨਾਲ ਤਾਹਰ ਬਦਕਾਰ ਦੀ ਵੀ ਟੰਗੀ ਹੈ, ਤੇ ਮਿਰਜ਼ੇ ਤਾਹਰ ਦੀ ਤੋਂ ਨਵਾਸੀ ਹੈ। ਉਹਨੂੰ ਹਜ਼ੂਰ ਕਹਿੰਦੇ ਹੋ। ਸ਼ਿੰਡੀ ਸ਼ਾਹ ਤੇ ਐਲਾਨ ਕੀਤਾ ਪੂਰੀ ਦੁਨੀਆ 'ਚ ਕਿ ਮੈਂ ਤੁਹਾਡੇ ਹਜ਼ੂਰ ਦੀ ਕੁੜੀ ਨਾਲ ਜ਼ਨਾਹ ਕੀਤਾ, ਸੁਣੀ ਨਹੀਂ ਜੇ? ਤੁਸੀਂ ਆਵਾਜ਼ ਉਠਾਈ ਹੈ, ਤੁਸੀਂ ਪੁੱਛਿਆ ਨਾ? ਉਹ ਤੁਸੀਂ ਐਡਾ ਵੱਡਾ ਜ਼ੁਲਮ ਸਾਹਮਣੇ ਵੇਂਦੇ ਹੋ। ਉਹ ਕੁੜੀ ਟਵਿੱਟਰ ਦੇ ਉੱਤੇ ਨਿਦਾ, ਰੋਜ਼ ਉਹਦੇ ਕਮੈਂਟ ਨੇ, ਰੋਂਦੀ ਪਿੱਟਦੀ, ਮਜਬੂਰ ਮਾਵਾਂ ਧੀਆਂ ਧੱਕੇ ਖਾਂਦੀਆਂ ਫਿਰਦੀਆਂ ਨੇ। ਓਏ ਉਹਨਾਂ ਨੂੰ ਸਿੱਧਾ ਰਾਹ ਕਿਹਨੇ ਦੱਸਣਾ ਸੀ? ਤੁਹਾਨੂੰ ਤੇ ਮਿਰਜ਼ਾ ਆਂਦਾ ਹੈ ਕਿ ਸਾਰੇ ਆਂਦੇ ਨੇ ਬਦਕਾਰ ਚੰਦਾ ਖਾਣ ਵਾਲੇ, ਪਈ ਖਲੀਫੇ ਨੂੰ ਜੁੜ ਜਾਓ, ਅੱਗੋਂ ਫੜ ਲਓ, ਪਿੱਛੋਂ ਫੜ ਲਓ, ਉੱਤੇ ਚੜ ਜਾਓ, ਥੱਲੇ ਵੜ ਜਾਓ, ਤਾਂ ਕਿ ਤੁਸੀਂ ਬਚ ਜਾਓ, ਤੁਹਾਡੀ ਤਰਬੀਅਤ ਹੋ ਜਾਏ। ਉਹ ਕੁੜੀਆਂ ਤੇ ਮਿਰਜ਼ੇ ਦੇ ਖਲੀਫੇ ਦੀ ਝੋਲੀ 'ਚ ਖੇਡੀਆਂ ਨੇ, ਉਹਨਾਂ ਦਾ ਕੀ ਕੀਤਾ ਜੇ? ਔਰ ਉਹਨਾਂ ਨੂੰ ਕਿਸੇ ਗੋਰੇ ਕਾਲੇ ਨੇ, ਕਿਸੇ ਮੁਸਲਮਾਨ ਨੇ, ਕਿਸੇ ਮੌਲਵੀ ਨੇ ਛੇੜਿਆ। ਤੁਹਾਡੇ ਮਿਰਜ਼ਿਆਂ ਨੇ ਉਹਨਾਂ ਨਾਲ ਜ਼ਨਾਹ ਕੀਤਾ ਦਿਨ ਰਾਤ ਹੈ। ਉਹਨਾਂ ਬਦਕਾਰਾਂ ਨੂੰ ਤੁਸੀਂ ਪਾਲਦੇ ਹੋ ਤੇ ਖੁਦਾ ਦੇ ਅਜ਼ਾਬ ਨੂੰ ਵਾਅਦਾ ਦਿੰਦੇ ਹੋ। ਤੁਸੀਂ ਸਟੈਂਡ ਲੈਣਾ ਸੀ ਉਹ ਕੁੜੀ ਵਾਸਤੇ, ਉਹ ਇਨਸਾਨ ਨਹੀਂ, ਉਹਦੇ ਨਾਲ ਜ਼ੁਲਮ ਨਹੀਂ ਹੋਇਆ। ਕਈ ਮਲੰਗ ਆਂਦੇ ਹਨ ਕਿ ਸ਼ਫੀਕ ਬਾਪ ਦੀ ਤਰ੍ਹਾਂ ਸਾਡਾ ਹਜੂਰ ਉਹਨੂੰ ਸਮਝਾ ਰਿਹਾ ਸੀ। ਓਏ ਨਿਦਾ ਵਿਚਾਰੀ ਹਸਪਤਾਲ 'ਚ ਰਹੀ ਏ ਤੇ ਸ਼ਫੀਕ ਬਾਪ ਤੇ ਉੱਥੇ ਇੱਕ ਵਾਰੀ ਨਹੀਂ ਵੜਿਆ। 50 ਗੱਡੀਆਂ ਕਰੋੜਾਂ ਡਾਲਰਾਂ ਦੀਆਂ ਬੂਹੇ ਅੱਗੇ ਖਲੋਤੀਆਂ ਨੇ, ਸ਼ਫੀਕ ਬਾਪ ਨਹੀਂ ਗਿਆ ਕੁੜੀ ਦਾ ਪਤਾ ਲੈਣ ਕਿ ਜ਼ਨਾਹ ਕਰਕੇ ਸੁੱਟੀ ਏ। ਸ਼ਫੀਕ ਬਾਪ ਨੂੰ ਇਹ ਸੀ, ਉਹ ਡੈਪਰ ਤਾਂ ਨੂੰ ਖੜ ਕੇ ਨਾ ਖੜਾ ਤੋਂ ਦੁਆਵਾਂ ਕਰਦਾ ਕਿ ਮਰ ਜਾ ਤੇ ਗਲੋਂ ਲੈ ਜੇ। ਉਦੋਂ ਸ਼ਫੀਕ ਬਾਪ ਕਿੱਥੇ ਗਿਆ? ਤੇ ਜਿਹੜੀ ਉਹ ਸਬੂਈ ਸ਼ਫੀਕ ਮਾਂ ਹੈ, ਉਹਨੇ ਜ਼ੁਲਮ ਕਰਵਾਇਆ ਕਿ ਮਿਰਜ਼ੇ ਤਾਹਰ ਦੀ ਔਲਾਦ ਨੂੰ ਬਰਬਾਦ ਕਰ ਦੇ, ਤੇ ਮਿਰਜ਼ੇ ਮਸਰੂਰ ਨੇ ਜ਼ੁਲਮ ਆਪਣੀ ਕੰਟਰੋਲ 'ਚ ਕਰਵਾਇਆ। ਔਰ ਇਹ ਵੀ ਦੇਖੋ ਕਿ ਉਹ ਕੁੜੀ ਉਸ ਆਈਡੀਆ ਚਾਹੁੰਦੀ ਹੈ ਕਿ ਮੈਨੂੰ ਕਈ ਮਹੀਨੇ ਹੋ ਗਏ ਨੇ ਤੇਰੇ ਤਰਲੇ ਪਾਉਂਦਿਆਂ। ਇਹ ਬਦਕਾਰ ਬੋਲਿਆ, ਅਜੇ ਵੀ ਆਂਦਾ ਜ਼ਨਾਹ ਕਰਵਾਈ ਜਾ, ਚੁੱਪ ਕਰ ਜਾ। ਕਿਉਂ ਜੀ? ਸੋਚੋ ਨਾ ਸਾਥ ਦਿਓ, ਫਿਰ ਉਹ ਤੁਹਾਡੇ ਉਹ ਫਾਇਜ਼ਾ ਦੀ ਸੁਣ ਲਓ, ਨਸੀਰ ਸ਼ਾਹ ਦੀ ਆਈਡੀਆ ਸੁਣ ਲਓ, ਕਾਦੀਆਨੀ ਹੋ, ਇਸ ਜ਼ੁਲਮ ਦਾ ਸਾਥ ਨਾ ਦਿਓ। ਮੈਂ ਦਾਅਵੇ ਨਾਲ ਨਾ ਕੀਤਾ ਨਾ ਕਰਤਾਰ, ਕੋਈ ਸ਼ੈ ਤੁਹਾਡੇ ਕੋਲ ਖੁਦਾ ਵਾਲੀ ਇਹਨਾਂ ਮਿਰਜ਼ਿਆਂ ਦੀ ਨਹੀਂ ਸਹੀ। ਇਹਨਾਂ ਬਦਕਾਰਾਂ ਨੇ ਤੁਹਾਨੂੰ ਲੁੱਟ ਲਿਆ, ਤੁਹਾਡਾ ਛੱਡਿਆ ਕੱਖ ਨਹੀਂ। ਈਮਾਨ ਤੁਹਾਡਾ ਲੁੱਟ ਲਿਆ, ਪੈਸਾ ਤੁਹਾਡਾ ਲੁੱਟ ਲਿਆ, ਰਿਸ਼ਤੇ ਤੁਹਾਡੇ ਬਰਬਾਦ ਕਰ ਛੱਡੇ। ਉਹਨਾਂ ਦੇ ਆਪਣੇ ਰਿਸ਼ਤੇ ਨਹੀਂ ਛੱਡੇ। ਉਹ ਪਿਓ ਧੀ ਦੇ ਰਿਸ਼ਤੇ ਤੋਂ ਵੱਡਾ ਕੋਈ ਰਿਸ਼ਤਾ ਹੈ? ਮਾਂ ਧੀ ਤੋਂ ਵੱਡਾ ਕੋਈ ਰਿਸ਼ਤਾ ਹੈ? ਉਹ ਕੁੜੀ ਆਂਦੀ ਹੈ ਮੇਰੇ ਨਾਲ ਮੇਰੇ ਪਿਓ ਨੇ ਜ਼ੁਲਮ ਕੀਤਾ, ਉਸੇ ਆਈਡੀਆ 'ਚ ਆਂਦੀ ਹੈ ਮੇਰੀ ਮਾਂ ਨੇ ਵੀ ਜ਼ੁਲਮ ਕੀਤਾ, ਉਸੇ ਆਈਡੀਆ 'ਚ ਆਂਦੀ ਹੈ ਮੇਰੇ ਚਾਚਿਆਂ ਬਾਬਿਆਂ ਨੇ ਜ਼ੁਲਮ ਕੀਤਾ, ਮੇਰੇ ਭਰਾ ਨੇ ਮੇਰੇ ਨਾਲ ਜ਼ੁਲਮ ਕੀਤਾ। ਉਹਦੇ ਆਪਣੇ ਰਿਸ਼ਤਿਆਂ ਨੂੰ ਨਹੀਂ ਵਹਿੰਦੇ। ਓਏ ਬਦਕਾਰੋ, ਜੇ ਮਲੰਗ ਨੂੰ ਸਮਝ ਆ ਜਾਂਦੀ ਏ, ਉਹ ਮਲੰਗਣੀ ਨੂੰ ਆਂਦਾ ਗੁਰਾ ਮੇਰੀ ਗੱਲ ਸੁਣ, ਮੈਂ ਸਮਝਣਾ ਬੈਤਾਂ ਝੂਠ ਨੇ। ਮਲੰਗਣੀ ਮਾਰਦੀ ਏ ਛਾਲ, ਕੰਧੋਂ ਛੜੱਪਾ ਦੂਜੀ ਵਜੇ ਜਾ ਪੈਂਦੀ ਹੈ। ਨਾ ਉਹਨੂੰ ਇਹ ਪਤਾ ਬੈਤਾਂ ਕੀ ਨੇ, ਨਾ ਉਹਨੂੰ ਇਹ ਪਤਾ ਕਿਤਾਬ ਕੀ ਹੈ, ਨਾ ਉਹਨੂੰ ਇਹ ਪਤਾ ਜਨਾਬ ਜਮਾਤ ਕੀ ਹੈ।
ਤੇ ਜੇ ਕਿਸੇ ਘਰ 'ਚ ਮਲੰਗਣੀ ਨੂੰ ਸਮਝ ਆ ਜਾਂਦੀ ਏ, ਉਹ ਆਣ ਕੇ ਮਲੰਗ ਨੂੰ ਰੋਟੀ ਪਾਣੀ ਦੇ ਕੇ ਪਾਣੀ ਦਾ ਗਲਾਸ ਕੋਲ ਰੱਖ ਕੇ ਉਹਨੂੰ ਪਿਆਰ ਨਾਲ ਸਮਝਾਉਂਦੀ ਹੈ ਕਿ ਯਾਰ ਆ ਕੀ ਹੈ ਤਮਾਸ਼ਾ, ਆ ਨਿਦਾਨਾ ਜ਼ੁਲਮ ਹੋਇਆ। ਮਲੰਗ ਸੁੱਟ ਕੇ ਰੋਟੀ ਮਾਰਦਾ ਛੜੀਆਂ ਕੰਧੋਂ ਬਾਹਰ ਜਾ ਪੈਂਦਾ। ਮੈਂ ਛੱਡ ਦਿੱਤੀ ਮਲੰਗਣੀ। ਕਿਉਂ ਘਰ ਬਰਬਾਦ ਕਰਦੇ ਹੋ? ਕੀ ਲੈਣਾ ਜਿਸ ਗੱਲ ਚੋਂ? ਕਿੰਨਾ ਵਾਸਤੇ ਕਰਦੇ ਹੋ? ਸੋਸ਼ਲ ਮੀਡੀਆ ਤੇ ਜਿਹੜੇ ਮਲੰਗ ਮਲੰਗਣੀਆਂ ਇਹਨਾਂ ਮਿਰਜ਼ਿਆਂ ਦਾ ਦਫਾ ਕਰਦੇ ਨੇ ਮਿਸਾਲ ਦੇ ਤੌਰ ਤੇ, ਉਹ ਕਾਮਯਾਬ ਹੋ ਜਾਣਾ ਆਪਣੇ ਮਕਸਦ 'ਚ। ਮਿਸਾਲ ਦੇ ਤੌਰ ਤੇ ਇਹਨਾਂ ਆਮਦੀਆਂ ਨੂੰ ਕਿਹਦੇ ਹਵਾਲੇ ਕਰਨਾ ਚਾਹੁੰਦੇ ਹੋ? ਸ਼ੇਂਡੀ ਸ਼ਾਹ ਦੇ, ਮਿਰਜ਼ੇ ਮਸਰੂਰ ਦੇ, ਮਿਰਜ਼ੇ ਲਕਮਾਨ ਦੇ, ਮਹਿਮੂਦ ਸ਼ਾਹ ਖੋਤੇ ਦੇ? ਕੀ ਕਰਦੇ ਹੋ ਪਏ? ਕਿਉਂ ਜ਼ੁਲਮ ਕਰਦੇ ਹੋ? ਖੁਦਾ ਦਾ ਵਾਸਤਾ ਜ਼ੁਲਮ ਨਾ ਕਰੋ ਤੇ ਜ਼ੁਲਮ ਦਾ ਸਾਥ ਨਾ ਦਿਓ। ਉਸ ਨਿਦਾ ਦੀ ਮਦਦ ਕਰੋ ਜਿਹਦਾ ਉਹਦੇ ਨਾਲ ਰਾਬਤਾ ਹੈ, ਉਹਦੀ ਮਦਦ ਕਰੋ। ਉਹਨੂੰ ਇਹਨਾਂ ਬਦਕਾਰਾਂ ਦੇ ਜ਼ੁਲਮ ਤੋਂ ਬਚਾਓ। ਉਹ ਫਿਜ਼ੀਕਲੀ ਵੀ ਤੰਗ ਹੈ, ਉਸ ਤਰ੍ਹਾਂ ਵੀ ਪਰੇਸ਼ਾਨ ਹੈ। ਉਹਨਾਂ ਦੀ ਮਦਦ ਕਰੋ। ਉਹ ਇਨਸਾਨ ਹੈ, ਉਹਦਾ ਸਾਥ ਦਿਓ ਜਿੰਨੇ ਜੋਗੇ ਹੋ। ਜਿਹੜੇ ਕਾਦੀਆਨੀ ਭੈਣ ਭਰਾ ਜਿਨ੍ਹਾਂ ਦਾ ਤਲਕ ਹੈ, ਉਹ ਵੀ ਉਹਦਾ ਸਾਥ ਦੇਣ। ਜੇ ਕੋਈ ਮੁਸਲਮਾਨ ਦਾ ਕਿਸੇ ਦਾ ਉਹਦੇ ਨਾਲ ਰਾਬਤਾ ਹੈ, ਉਹ ਵੀ ਉਹਦਾ ਸਾਥ ਦਿਓ। ਉਹਦੇ ਨਾਲ ਜ਼ੁਲਮ ਹੋਇਆ ਕਿ ਨਹੀਂ ਹੋਇਆ? ਉਹਦੇ ਨਾਲ ਜ਼ੁਲਮ ਹੋਇਆ। ਦੂਸਰੀ ਚੀਜ਼, ਕਾਦੀਆਨੀ ਜਿਹੜੇ ਕਾਦੀਆਨੀ ਭੈਣ ਭਰਾ ਇਸ ਕਲਟ ਨੂੰ ਛੱਡ ਕੇ ਜਾਣਾ ਚਾਹੁੰਦੇ ਨੇ, ਪਹਿਲੀ ਤੇ ਗੱਲ ਇਹ ਆ, ਖੁਦਾ ਦਾ ਵਾਸਤਾ, ਜੇ ਕੋਈ ਕਾਦੀਆਨੀ ਮਲੰਗ ਮਲੰਗਣੀ ਨੂੰ ਸਮਝਾਉਣਾ ਚਾਹੁੰਦਾ, ਉਹ ਮੈਂ ਮਲੰਗਣੀ ਨੂੰ ਆਨਾ ਖੁਦਾ ਦਾ ਵਾਸਤਾ ਉਹਦੀ ਗੱਲ ਸੁਣ ਲੈ। ਉਹ ਮਾਰ ਛੜੱਪਾ ਘਰੋਂ ਬਾਹਰ ਨਾ ਜਾ ਪਾਓ। ਉਹ ਕਿਹਦੇ ਵਾਸਤੇ ਛੜੱਪਾ ਮਾਰ ਕੇ ਬਾਹਰ ਡਿੱਗਦੇ ਹੋ? ਜਿਹੜੇ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਦੇ ਨੇ। ਹੈਂ, ਆਵਾਜ਼ ਨਹੀਂ ਜੋ ਮਸੂਰ ਦੀ ਸੁਣੀ, ਨਿਦਾ ਦੀ, ਫਾਇਜ਼ਾ ਦੀ, ਸ਼ੇਂਡੀ ਸ਼ਾਹ ਦੀ। ਆ ਪਿੱਛੇ ਇੱਕ ਹੋਰ ਲੌਂਡਾ ਤੁਹਾਂ ਉਹ ਹਜ਼ਰਤ ਮਿਰਜ਼ਾ ਇਮਰਾਨ ਅਹਿਮਦ ਖਾਨ MP ਤੁਹਾਂ ਭੇਜਿਆ ਸੀ। ਤੁਹਾਡੇ ਕੁੜੀਆਂ ਮੁੰਡਿਆਂ ਵਕਾਰੇ ਅਮਲ ਕਰ ਕਰਕੇ ਉਹ UK ਦੀ ਅਸੈਂਬਲੀ 'ਚ ਇੱਕੋ ਤੁਸਾਂ ਮੈਂਬਰ ਭੇਜਿਆ। ਉਹਨਾਂ ਮੋਹਰ ਲਾ ਕੇ ਉਹਨਾਂ ਕਿਹਾ ਲੌਂਡਾ ਹੀ ਹੈ। ਜਿੱਡਾ ਉਹ ਗੰਦਾ ਲੌਂਡਾ ਨਿਕਲਿਆ, ਹੁਣ ਤੇ ਅਦਾਲਤ ਨੇ ਮੋਹਰ ਲਾ ਛੱਡੀ ਏ। ਦੁਨੀਆ ਦੀਆਂ ਅਖਬਾਰਾਂ 'ਚ ਜੁੱਤੀਆਂ ਵੱਜਣ ਡਈਆਂ ਨੇ। ਤੇ ਤੁਹਾਡੇ ਤੇ ਬੱਚੇ ਸਵਾਬ ਵਾਸਤੇ ਜਾ ਕੇ ਉਹਦੀ ਮਦਦ ਕਰਦੇ ਹਨ ਕਿ ਸਾਡਾ MP ਸਾਹਿਬ ਪਾਕ ਸਾਫ ਸੁਥਰਾ ਹੀ ਲੱਗੇ ਆ ਅਸੈਂਬਲੀ 'ਚ ਭੇਜਣ। ਐਵੇਂ ਤੁਹਾਡੇ ਕੁੜੀਆਂ ਮੁੰਡੇ ਹਜ਼ੂਰ ਜਿੱਥੇ ਜਾਂਦੇ ਨੇ ਬਦਕਾਰ ਮਿਰਜ਼ੇ, ਉੱਥੇ ਚਫੇਰੇ ਤੁਹਾਡੇ ਕੁੜੀਆਂ ਮੁੰਡੇ ਤੁਸੀਂ ਭੇਜ ਦਿੰਦੇ ਹੋ। ਮਲੰਗੋ, ਜਾਓ ਮੇਰਾ ਪੁੱਤਰ ਸਵਾਬ ਏ, ਪੜ੍ਹਾਈ ਵੀ ਛੱਡ, ਨੌਕਰੀ ਵੀ ਛੱਡ, ਪੈਸੇ ਵੀ ਦੇ ਕੇ ਆ, ਰਾਤ ਸਾਰੀ ਡਿਊਟੀ ਕਰਕੇ ਆ। ਅੰਦਰ ਹਜ਼ੂਰ ਤੋਂ ਦਾ ਖਾਨਦਾਨ ਕੁੜੀਆਂ ਨਾਲ ਜ਼ਨਾ ਕਰਨ ਡਿਆ ਆਪਣੀਆਂ ਨਾਲ। ਨਿਦਾ ਆਂਦੀ ਏ ਜਦੋਂ ਮੈਂ 8 ਸਾਲ ਦੀ ਹਾਂ, 3-3 4-4 ਵਾਰੀ ਹਫ਼ਤੇ 'ਚ ਜ਼ਨਾ ਕਰਦੇ ਹਨ ਮੇਰੇ ਨਾਲ। ਇਹ ਕੌਣ? ਮਿਰਜ਼ੇ। ਹੋਰ ਇੱਕ ਗੱਲ ਸੁਣੋ, ਦੋ ਗੱਲਾਂ। ਸ਼ੇਂਡੀ ਸ਼ਾਹ ਦਾ ਮੈਨੂੰ ਪਤਾ ਹੀ ਨਾ ਮੈਂ ਕਿੰਨੀਆਂ ਕੁੜੀਆਂ ਨਾਲ ਜ਼ਨਾ ਕੀਤਾ। ਨੰਬਰ 1। ਨੰਬਰ 2, ਉੱਥੇ ਲਕਮਾਨ ਵੀ ਜ਼ਾਨੀ, ਉੱਥੇ ਲਕਮਾਨ ਵੀ ਜ਼ਾਨੀ, ਉੱਥੇ ਉਹ ਬਸ਼ਰ ਵੀ ਜ਼ਾਨੀ, ਉੱਥੇ ਆਮਰ ਵੀ ਜ਼ਾਨੀ, ਉੱਥੇ ਮਹਿਮੂਦ ਖੋਤਾ ਵੀ ਜ਼ਾਨੀ, ਉੱਥੇ ਮਹਿਮੂਦ ਸ਼ਾਹ ਵੀ ਜ਼ਾਨੀ, ਨਸੀਰ ਸ਼ਾਹ, ਉੱਥੇ ਮਸਰੂਰਾ ਜਾਹਲ ਵੀ ਜ਼ਾਨੀ। ਮਸਰੂਰਾ ਜਾਹਲ ਇਹਨਾਂ ਸਾਰਿਆਂ ਤੋਂ ਵੱਡਾ ਜ਼ਾਨੀ। ਉੱਥੇ ਜਾਓ, ਜਾ ਕੇ ਜ਼ਤੂਨ ਦਾ ਪ੍ਰੋਗਰਾਮ ਸੁਣੋ। ਉੱਥੇ ਆਮ ਦੀ PT ਮਾਸਟਰ ਜਿਹੜਾ ਰਵੀ 'ਚ ਪੜ੍ਹਾਉਂਦਾ ਰਿਹਾ, ਮੁਹੰਮਦ ਅਸਲਮ ਮੰਗਲਾ, ਉਹਨੇ ਕਲਮਾ ਪੜ੍ਹ ਕੇ ਕਿਹਾ ਕਿ ਮੈਂ ਮਸੂਰੇ ਜਾਹਲ ਨਾਲ ਬਦਫੇਲੀ ਕਰਦਾ ਰਿਹਾ। ਫਿਰ ਸਾਡੇ ਪ੍ਰੋਗਰਾਮ 'ਚ ਆਇਆ ਸੀ ਰਫੀਕ ਅਹਿਮਦ ਅਖਤਰ, ਉਹ ਰਿਸ਼ਤੇਦਾਰ ਹੈ ਕਾਦੀਆਨੀਆਂ ਦਾ। ਰਫੀਕ ਅਹਿਮਦ ਅਖਤਰ ਸਾਹਿਬ ਨੇ ਕਿਹਾ ਸੀ ਕਿ ਰਬਵਾ ਦੇ ਵਿੱਚ ਥਾਣੇਦਾਰਾਂ ਦਾ ਮੁੰਡਾ ਸਈਦ, ਉਹ ਮਸੂਰੇ ਜਾਹਲ ਨਾਲ ਬਦਕਾਰੀ ਕਰਦਾ ਸੀ। ਉਸ ਤੋਂ ਬਾਅਦ ਮੈਨੂੰ ਕਿਸੇ ਬੰਦੇ ਦੱਸਿਆ ਕਿ ਜਿਹੜਾ ਬਸ਼ੀਰ ਬਿੱਲਾ ਹੈ, ਉਹਦਾ ਭਰਾ ਸੀ ਸਈਦ ਜਿਹੜਾ ਸੀ। ਠੀਕ ਹੈ। ਫਿਰ ਉਹਨਾਂ ਰਫੀਕ ਅਹਿਮਦ ਅਖਤਰ ਸਾਹਿਬ ਨੇ ਇੱਕ ਹੋਰ ਆਈਡੀਆ ਦੱਸਿਆ ਕਿ ਇੱਕ ਵਾਰੀ ਉਹ ਤੰਬੂ 'ਚ ਗਏ, ਟੈਂਟ ਲੱਗਾ ਸੀ, ਉਹਦੇ 'ਚ ਮਸਰੂਰਾ ਕਿਸੇ ਵੱਡੇ ਬੰਦੇ ਨਾਲ ਉੱਪਰ ਤਲੇ ਹੋ ਰਿਹਾ ਸੀ। ਉਹ ਵੀ ਸਾਡੇ ਕੋਲ ਵੀਡੀਓ ਹੈ। ਜਿੱਥੇ ਇੰਨੇ ਜ਼ਾਨੀ ਹੋਣ, ਉਹ ਉੱਥੇ ਇੱਕ ਕੁੜੀ ਹੁੰਦੀ ਏ, ਅੰਦਰ ਜ਼ਨਾ ਚੱਲਣ ਡਿਆ ਤੇ ਬਾਹਰ ਮਲੰਗਣੀਆਂ ਨੇ ਆਪਣੇ ਯਾਨੇ ਖੜੇ ਕੀਤੇ ਨੇ। ਸਵਾਬ ਲਵੋ, ਸਵਾਬ। ਹਜ਼ੂਰ ਪਾਕ ਆਏ ਨੇ ਤੁਹਾਡੇ,
ਉਹ ਖੁਦਾ ਦਾ ਖੌਫ ਕਰੋ। ਤੁਸੀਂ ਮਸਰੂਰ ਸਾਹਿਬ ਨੂੰ ਮੰਨੋ, ਜਿਹਨੂੰ ਮਰਜ਼ੀ ਮੰਨੋ, ਤੁਹਾਡਾ ਹੱਕ ਹੈ ਮੰਨਣਾ, ਪਰ ਮਸਰੂਰ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਕਰੇ, ਸਟੇਟ ਅੰਦਰ ਸਟੇਟ ਬਣਾਏ, ਤੁਹਾਡੀਆਂ ਕੁੜੀਆਂ ਨਾਲ ਜ਼ਨਾਹ ਕਰੇ ਜਾਂ ਕਰਵਾਏ, ਇਹ ਦੁਨੀਆ ਦਾ ਕੋਈ ਕਾਨੂੰਨ ਇਜਾਜ਼ਤ ਨਹੀਂ ਦਿੰਦਾ। ਤੁਸੀਂ ਮੰਨਣਾ ਮੰਨੀ ਜਾਓ, ਤੁਸੀਂ ਚੰਦਾ ਦੇਣਾ ਪੰਡਾ ਨਾ ਦੇਈ ਜਾਓ, ਪਰ ਅਖਰਾਜ ਦੀਆਂ ਜੁੱਤੀਆਂ ਦੇਣਾ ਨਾ ਲੋਕਾਂ ਨੂੰ। ਇਹ ਤੇ ਵਾਇਓਲੇਸ਼ਨ ਹੈ ਬੇਸਿਕ ਹਿਊਮਨ ਰਾਈਟਸ ਦੀ। ਆਪਣੀਆਂ ਕੁੜੀਆਂ ਨਾਲ ਅੰਦਰੋਂ ਜ਼ਨਾਹ ਕਰਨ ਡਿਆ, ਤੁਹਾਡੀਆਂ ਨਾਲ ਵੀ ਕਰਾਉਣ ਡਿਆ, ਇਹ ਜ਼ੁਲਮ ਤੇ ਨਾ ਕਬੂਲ। ਬਾਕੀ ਤੁਸੀਂ ਪੀਰ ਮੰਨੋ, ਤੁਹਾਨੂੰ ਕਿਹੜਾ ਡੱਕਦਾ, ਤੁਹਾਨੂੰ ਆਜ਼ਾਦੀ ਹੋਣੀ ਚਾਹੀਦੀ ਹੈ, ਮੌਜਾਂ ਕਰੋ, ਲੇਕਿਨ ਸੋਚੋ ਕਿਹਦਾ ਸਾਥ ਦਿੰਦੇ ਹੋ। ਜੇ ਇਹੋ ਜਿਹੇ ਬਦਕਾਰਾਂ ਦਾ, ਇਹੋ ਜਿਹੇ ਗਲਤ ਕੰਮਾਂ ਦਾ ਜਾਣਨ ਦੇ ਬਾਵਜੂਦ ਤੁਸੀਂ ਸਾਥ ਦਿੰਦੇ ਹੋ, ਤੁਸੀਂ ਖੁਦਾ ਦੇ ਅਜ਼ਾਬ ਨੂੰ ਆਵਾਜ਼ਾਂ ਦੇ ਰਹੇ ਹੋ। ਬੰਦ ਕਰੋ ਇਸ ਅੱਗ ਦੇ ਉੱਤੇ ਤੇਲ ਪਾਣਾ, ਇਹ ਚੰਦਾ ਬੰਦ ਕਰੋ। ਜੇ ਤੁਸੀਂ ਨਹੀਂ ਬੋਲਣ ਜੋਗੇ, ਉਹ ਦਿਲ 'ਚ ਬੁਰਾ ਮਨਾਓ। ਉਹ ਸੋਚੋ, ਇਹਨਾਂ ਦੀਆਂ ਤਸਵੀਰਾਂ ਤੁਸੀਂ ਲਾਈਆਂ ਨੇ, ਮੈਨੂੰ ਇੱਕ ਬੰਦੇ ਨੇ ਕਿਹਾ, ਉਹਨੇ ਕਿਹਾ ਮੈਂ ਸਵੇਰੇ ਉੱਠਿਆ, ਮੈਂ ਵੇਖਿਆ ਪ੍ਰੋਗਰਾਮ, ਮੈਂ ਸੁਣੇ ਸਨ, ਜ਼ਤੂਨ ਦੇ ਸੁਣੇ, ਆਕਾ ਦਾ ਗੁਲਾਮ ਚੈਨਲ ਸੁਣਿਆ, ਹੋਰ ਕਈ ਚੈਨਲ ਸੁਣੇ। ਆਖਣ ਲੱਗਾ, ਮੈਂ ਕਿਹਾ ਬੁੱਤ ਸਾਡੇ ਘਰੋਂ ਨਹੋਸਤ, ਮੇਰੇ ਤੇ ਬੱਚੇ ਬਦਕਾਰ ਹੋ ਜਾਣਗੇ। ਉਹ ਤੁਸੀਂ ਇਹਨਾਂ ਬਦਕਾਰਾਂ, ਲੌਂਡੇਬਾਜ਼ਾਂ, ਆਪਣੀਆਂ ਕੁੜੀਆਂ ਨਾਲ ਜ਼ਨਾਹ ਕਰਨ ਵਾਲਿਆਂ ਦੀਆਂ ਤਸਵੀਰਾਂ ਆਪਣੇ ਘਰਾਂ 'ਚ ਟੰਗੀਆਂ ਨੇ। ਜਦੋਂ ਤੁਹਾਡੀ ਕੁੜੀ, ਤੁਹਾਡੀ ਘਰ ਵਾਲੀ ਜਦੋਂ ਉਹਨਾਂ ਤਸਵੀਰਾਂ ਨੂੰ ਵੇਖੇਗੀ, ਉਹਦੇ ਜ਼ਿਹਨ 'ਚ ਖਿਆਲ ਨਾ ਆਉਣਗੇ ਹੈ? ਮਿਰਜ਼ੇ ਤਾਹਾ ਦੀ ਜਿਹੜੀ ਤਸਵੀਰ ਵੇਖੇਗੀ, ਉਹ ਵੇਖੇਗੀ ਨਾ ਇਹਦੀਆਂ ਆਪਣੀਆਂ ਕੁੜੀਆਂ ਦਾ ਕੀ ਹਾਲ ਹੋਇਆ। ਮਸਰੂਰੇ ਜਾਹਲ ਦੀ ਜਿਹੜੀ ਤਸਵੀਰ ਵੇਖੇਗੀ, ਉਹ ਕੁੜੀ ਸੋਚੇਗੀ ਨਾ ਕਿ ਇਹ ਤੇ ਹਜ਼ੂਰ ਕਹਿੰਦਾ ਪਈ 36 ਸਾਲ ਚੱਲਦਾ ਰਹੇ ਕੰਮ, ਚੁੱਪ ਕਰ ਜਾਓ, ਤੁਹਾਡੀਆਂ ਕੁੜੀਆਂ ਮੁੰਡੇ ਬਦਕਾਰ ਹੋ ਜਾਣਗੇ। ਸੋਚ ਲਓ, ਗੌਰ ਕਰ ਲਓ, ਤੇ ਖੁਦਾ ਨਾਲ ਮੱਥਾ ਨਾ ਲਾਓ। ਦੂਸਰੀ ਚੀਜ਼, ਜਿਹੜੇ ਕਾਦੀਆਨੀ ਭੈਣ ਭਰਾ ਸੋਚ ਰਹੇ ਨੇ, ਉਹਨਾਂ ਨੂੰ ਹਕੀਕਤ ਦੀ ਸਮਝ ਆ ਗਈ ਹੈ, ਉਹਨਾਂ ਨੂੰ ਬਦਦੁਆਵਾਂ ਨਾ ਦਿਓ। ਤੁਹਾਡੀਆਂ ਬਦਦੁਆਵਾਂ ਤਾਂ ਨਹੀਂ ਲੱਗਣੀਆਂ, ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ, ਮੈਂ ਅੱਜ ਵੀ ਕਹਿਣਾ, ਮਸਰੂਰਾ ਜਾਹਲ ਲੈ ਲਓ, ਉਹ ਸਬੂਈ ਨਾਲ ਲਾ ਲਓ, ਸਾਰੇ ਮਲੰਗ ਮਲੰਗਣੀਆਂ ਲੈ ਲਓ, ਸਾਰੇ ਦਿਨ ਰਾਤ ਮੇਰੇ ਵਾਸਤੇ ਬਦਦੁਆਵਾਂ ਕਰ ਲਓ, ਸਾਰਿਆਂ ਦੀਆਂ ਬਦਦੁਆਵਾਂ ਮੇਰੀ ਜੁੱਤੀ ਦੇ ਥੱਲੇ। ਇਹਨਾਂ ਬਦਕਾਰਾਂ ਦੀਆਂ ਕੋਈ ਬਦਦੁਆਵਾਂ ਨਹੀਂ ਕਬੂਲ ਹੁੰਦੀਆਂ। ਲੇਕਿਨ ਕਾਦੀਆਨੀ ਜਿਹੜੇ ਛੱਡ ਕੇ ਆਉਂਦੇ ਨੇ ਪੈ, ਓਏ ਉਹਨਾਂ ਨੂੰ ਜ਼ਲੀਲ ਨਾ ਕਰੋ। ਉਹ ਤੁਹਾਡੇ ਭੈਣ ਭਰਾ ਨੇ, ਤੁਸੀਂ ਉਹਨਾਂ ਤੋਂ ਦੂਰ ਕਿਉਂ ਹੁੰਦੇ ਹੋ? ਕਿਹਨਾਂ ਵਾਸਤੇ? ਮਿਰਜ਼ੇ ਲਕਮਾਨ ਵਾਸਤੇ, ਮਿਰਜ਼ੇ ਮਸਰੂਰ ਵਾਸਤੇ, ਸ਼ਿੰਡੀ ਸ਼ਾਹ ਵਾਸਤੇ? ਕੌਣ ਨੇ? ਸੋਚੋ 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 ਸੋਚੋ, ਕੌਣ ਨੇ ਲੋਕ? ਇੱਕ ਤੇ ਇਹ ਕੰਮ ਕਰੋ। ਦੂਜਾ, ਮੈਂ ਮੁਸਲਮਾਨ ਜਿਹੜੇ ਭਰਾ ਨੇ ਉਹਨਾਂ ਨੂੰ ਵੀ ਮੈਂ ਕਹਿਣਾ, ਜਿਹੜੇ ਆਮ ਦੀ ਭੈਣ ਭਰਾ ਨੇ ਮੈਂ ਉਹਨਾਂ ਨੂੰ ਵੀ ਕਹਿਣਾ, ਕਈ ਕਾਦੀਆਨੀ ਬੀਬੀਆਂ ਬੰਦੇ ਮਜਬੂਰ ਹੋ ਗਏ ਨੇ, ਉਹਨਾਂ ਦੀ ਮਦਦ ਕਰੋ। ਜੇ ਉਹਨਾਂ ਨੂੰ ਕਿਤੇ ਵਹਿੰਦੇ ਹੋ, ਜੇ ਤੁਸੀਂ ਆਪ ਸੋਚਦੇ ਸਮਝਦੇ ਹੋ ਕਿ ਯਾਰ ਮੈਂ ਤੇ ਮਜਬੂਰ ਹਾਂ, ਤੇ ਜਿਹੜਾ ਕੋਈ ਹਿੰਮਤ ਕਰ ਰਿਹਾ ਉਹਦਾ ਸਾਥ ਦਿਓ, ਉਹਦੀ ਮਾਲੀ ਮਦਦ ਦਿਓ। ਜੇ ਉਹਨੂੰ ਕੋਈ ਰਿਸ਼ਤੇ ਦੀ ਲੋੜ ਹੈ ਤੇ ਉਹਦੇ ਨਾਲ ਤਲਕ ਬਣਾਓ। ਖੁਦਾ ਦੇ ਰਸੂਲ ਨੇ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਇਸਲਾਮ ਨੂੰ ਕਬੂਲ ਕੀਤਾ ਸੀ, ਅੱਲਾਹ ਪਾਕ ਦੇ ਰਸੂਲ ਨੇ ਤੇ ਉਹਨਾਂ ਦੇ ਸਾਹਬਾ ਨੇ ਉਹਨਾਂ ਦਾ ਸਾਥ ਦਿੱਤਾ ਸੀ। ਬੇਸ਼ੁਮਾਰ ਕਾਦੀਆਨੀ ਐਸੇ ਨੇ, 99.9% ਜਿਹੜੇ ਬਿਲਕੁਲ ਹਯਾਦਾਰ ਫੈਮਲੀਆਂ ਨੇ, ਜਿਹੜੇ ਇੱਜ਼ਤ ਬਰੋ ਵਾਲੇ ਲੋਕ ਨੇ, ਜਿਨ੍ਹਾਂ ਨੂੰ ਇਹੋ ਜਿਹੀ ਲਾਹਨਤਾਂ ਦਾ ਕੋਈ ਪਤਾ ਨਹੀਂ। ਉਹ ਸਿਰਫ ਚੰਦਾ ਦੇ ਹਟਦੇ ਨੇ, ਨਾ ਉਹਨਾਂ ਕਿਤਾਬਾਂ ਪੜ੍ਹੀਆਂ ਨੇ। ਬਦਕਾਰ ਨੇ ਮਿਰਜ਼ੇ ਤੇ ਮਿਰਜ਼ਿਆਂ ਦੇ ਕਰੀਬ ਤਰੀਨ ਜਿਹੜੇ ਅਹੁਦੇਦਾਰ ਨੇ, ਬਾਕੀ ਨੇ। ਲੇਕਿਨ ਬਾਕੀਆਂ ਨੂੰ ਜੇ ਪਤਾ ਹੋਏ ਕਿ ਹਕੀਕਤ ਆ ਹੈ, ਤੇ ਫਿਰ ਵੀ ਇਹ ਜ਼ੁਲਮ ਦੇ ਉੱਤੇ ਅੱਗ ਪਾਈ ਜਾਣ, ਚੰਦੇ ਦੇਈ ਜਾਣ, ਤੇ ਫਿਰ ਖੁਦਾ ਦੀ ਮਾਰ ਤੇ ਪਏਗੀ ਉਹਨਾਂ ਤੇ। ਦੂਸਰਾ, ਕਾਦੀਆਨੀ ਜਿਹੜੇ ਐਕਸ ਕਾਦੀਆਨ, ਉਹਨਾਂ ਦਾ ਸਾਥ ਦਿਓ। ਚੰਦੇ ਇਸ ਜ਼ੁਲਮ ਨੂੰ ਦੇਣੇ ਬੰਦ ਕਰੋ। ਔਰ ਇੱਕ ਸਭ ਤੋਂ ਵੱਡੀ ਗੱਲ, ਸਵਾਲ ਕਰੋ। ਜੇ ਤੁਸੀਂ ਸਵਾਲ ਕਰਦੇ,
ਅਗਲੇ ਦਿਨ ਹੀ ਪੁੱਛਦੇ ਕਿ ਮਿਰਜ਼ਾ ਮਸਰੂਰ ਸਾਹਿਬ ਜੋ ਤੁਸੀਂ ਤੁਹਾਡੇ ਘਰ ਦਾ ਹਾਲ ਹੈ, ਤੁਹਾਡਾ ਕੀ ਹੱਕ ਬਣਦਾ ਸਾਨੂੰ ਆਣ ਕੇ ਸਾਡੇ ਲੁੱਟੇ ਚੰਦੇ ਦੀ ਪਗੜੀ ਦੇ ਥੱਲੇ ਉਹ ਇੱਕ ਸੁੱਥਣ ਵੈਲਡ ਕਰਾਈ ਉਹਨੇ, ਤੈਨੂੰ ਸ਼ਰਮ ਨਹੀਂ ਹੁੰਦੀ ਆਣ ਕੇ ਆਂਦੇ ਆ ਕਿ ਪਰਦਾ ਕਰੋ ਤੇ ਇਹ ਕਰੋ। ਉਹ ਅਗਲੇ ਦਿਨ ਸਿੱਧਾ ਹੋ ਜਾਂਦਾ। ਜਿਹੜੀਆਂ ਮੈਂ ਚੀਜ਼ਾਂ ਪੁੱਛੀਆਂ ਨੇ, ਪੁੱਛੋ ਕਿ ਅਸੈਂਬਲੀ ਦੀ ਕਾਰਵਾਈ ਆਈ ਹੈ, ਕਿੱਥੇ ਨੇ ਹੋਰ ਕੋ ਨਵਾਂ ਕੋ ਹੋਇਆ ਕਾਦੀਆਨੀ, ਕਿੱਥੇ ਨੇ ਉਹ ਹਦੀਸਾਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਨੇ, ਕਿੱਥੇ ਨੇ ਬੈਤਾਂ। ਜੇ ਤੁਸੀਂ ਇਹ ਸਵਾਲ ਕਰਦੇ ਹੋ, ਹਿੰਮਤ ਕਰਦੇ ਹੋ, ਤੁਹਾਡੀ ਖੁਦਾ ਮਦਦ ਕਰੇਗਾ। ਇਹਨਾਂ ਸੱਪਾਂ ਨੂੰ, ਇਹਨਾਂ ਬਦਕਾਰਾਂ ਨੂੰ, ਇਹਨਾਂ ਆਪਣੀਆਂ ਕੁੜੀਆਂ ਨਾਲ ਜ਼ਨਾਹ ਕਰਨ ਵਾਲਿਆਂ ਨੇ ਜਿਨ੍ਹਾਂ ਤੁਹਾਡਾ ਮਾਲ ਵੀ ਲੁੱਟ ਲਿਆ ਤੇ ਰਿਸ਼ਤੇ ਲੁੱਟ ਲਏ ਨੇ, ਇਹਨਾਂ ਨੂੰ ਚੰਦਾ ਦੇਣਾ ਬੰਦ ਕਰੋ। ਜਿੱਦਣ ਚੰਦਾ ਬੰਦ, ਉਹਦਾ ਮਸਰੂਰਾ ਜਾਹਲ ਹੈ ਨਾ, ਜਿਹੜੀਆਂ ਤੁਸੀਂ ਸੱਜਣ ਗੱਡੀਆਂ ਦਿੱਤੀਆਂ ਨੇ, ਜੇ ਤੁਸੀਂ ਨਾ ਦਿਓ ਉਹਨੂੰ ਤਾਂ ਉਰਦੂ ਨਹੀਂ ਬੋਲਣੀ ਆਉਂਦੀ, ਉਹ ਉਹਨਾਂ ਗੱਡੀਆਂ ਦਾ ਇੱਕ ਟਾਇਰ ਨਹੀਂ ਖਰੀਦ ਸਕਦਾ। ਤੁਸੀਂ ਉਹਨੂੰ ਚੁੱਕਿਆ, ਡੈਪਰ ਬੰਨਿਆ, ਥੱਲੇ ਸੁੱਥਣ ਵੈਲਡ ਕੀਤੀ ਹੈ, ਉੱਤੇ ਟੋਪੀ ਰੱਖੀ ਹੈ। ਆਪਣੀ ਕੁੜੀ ਨਾਲ ਜ਼ਨਾਹ ਦੀਆਂ ਗੱਲਾਂ ਪਿਆ ਕਰਦਾ ਸੀ। 44 ਮਿੰਟ ਦੀ ਵੀਡੀਓ ਨਹੀਂ ਸੁਣੀ ਆਈਡੀਓ। ਖੁਦਾ ਤੁਹਾਨੂੰ ਸੋਚਣ ਦੀ, ਸਮਝਣ ਦੀ, ਗੌਰ ਕਰਨ ਦੀ ਤੌਫੀਕ ਦੇ। ਜਿਹੜੀਆਂ ਮੈਂ ਗੱਲਾਂ 5-10 ਕੀਤੀਆਂ ਨੇ, ਜੇ ਕਿਸੇ ਆਮ ਦੀ ਭੈਣ ਭਰਾ ਨੂੰ ਇਹਦੇ ਨਾਲ ਇਖਤਲਾਫ ਹੈ, ਮੈਂ ਲੱਗਾ ਤੁਹਾਨੂੰ ਦੇਣ ਆ ਲਿੰਕ, ਆ ਜਾਓ ਆ ਗੋ ਤੇ ਆ ਮੈਦਾਨ। ਜੇ ਕਿ ਮੁਸਲਮਾਨ ਭਰਾ ਨੇ ਵੀ ਇਹਦੇ ਤੇ ਸਵਾਲ ਕਰਨਾ ਹੈ, ਉਹ ਵੀ ਆ ਜਾਏ, ਅਸੀਂ 5-10 ਮਿੰਟ ਸਵਾਲ ਜਵਾਬ ਕਰਾਂਗੇ। ਤੇ ਜੇ ਸਾਡੇ ਨਾਲ ਜ਼ਿਆ ਭਾਈ ਸ਼ਾਮਲ ਹੋ ਗਏ ਤੇ ਮੈਂ ਵੀ ਇਹੀ ਪ੍ਰੋਗਰਾਮ ਲੰਬਾ ਕਰੀਏ, ਨਹੀਂ ਤੇ 10 ਮਿੰਟ 15 ਮਿੰਟ ਤੋਂ ਬਾਅਦ ਅਸੀਂ ਪ੍ਰੋਗਰਾਮ ਬੰਦ ਕਰ ਦੇਣਾ। अस्सलाम वालेकुम चर साहब। वालेकुम सलाम वरहमतुल्लाह जी, की हाल है? अल्हम्दुलिल्लाह जी, आप सुनाओ? अल्लाह दी रहमत है, तुसी माशाल्लाह नाल हो। ते चर साहब ये एक मलंग आया हुआ है कमेंट सेक्शन में, ये सदाकत HD, उसने नाम लिखा हुआ सदाकत HD साहब। ये जो कमेंट में ड्रामेबाजी करने लगे हुए, ये लिंक है, ये मैं दोबारा से दे रहा हूँ। केड़ी सदाकत? यहाँ पे आओ और हमें बताओ। कभी लगाओ इनको पता कुछ नहीं है, मौलवियों के ये वो ड्रामे लगाने लगा हुआ है। इधर आके लाइव हमें बताओ जो कुछ हमें नहीं पता। अरे शाबाश, ये लिंक है, आके बताओ हमें। लिख रहा है गो सर्च एंड देन कम टू टॉक। मैंने सारी सर्च की हुई है, इधर आ जाओ, कम टू टॉक, इधर आ जाओ जरा, करो टॉक। मैंने सर्च सारी की हुई है। ਲਓ ਇਹ ਨਿਸ਼ਾਨ ਹੋ ਗਿਆ, ਮਿਰਜ਼ੇ ਦਾ ਨਿਸ਼ਾਨ ਹੋ ਗਿਆ ਜੀ। ਮੈਂ ਉਹ ਥੱਲੇ ਉਹ ਕੁਰਸੀ ਨੂੰ ਹੱਥ ਲਾਇਆ ਤੇ ਉਹ ਆਪਣੇ ਆਪ ਥੋੜੀ ਥੱਲੇ ਹੋ ਗਈ। ਮੈਂ ਉੱਚੀ ਕਰਨ ਲੱਗਾ, ਮੈਂ ਮਲੰਗੋ कुर्सी तो ऊंची हो जाएगी। मिर्जा इस मलंग को सच्चा नहीं हो सकता। आ रहा भी मलंगा हमारे साथ। मोहम्मद कुरैशी साहब शामिल हुए हैं। अस्सलाम वालेकुम कुरैशी साहब। जी वालेकुम अस्सलाम सर, मिजाज कैसे ने? ठीक हो? ਵਧੀਆ ਜੀ ਵਧੀਆ, ਤੁਸੀਂ ਸੁਣਾਓ? ਚੌਥ ਸਾਹਿਬ, ਮੈਂ ਸਿਰਫ ਤੁਹਾਨੂੰ ਨਾ, ਤੁਸੀਂ ਕਾਫੀ ਦੇਰ ਦੇ ਇਕੱਲੇ ਬੋਲੀ ਜਾ ਰਹੇ ਸੀ, ਮੈਂ ਕਿਹਾ ਥੱਕ ਗਏ ਹੋ, ਥੋੜਾ ਜਿਹਾ ਬ੍ਰੇਕ ਦੇ ਦਵਾਂ। ਬਹੁਤ ਮਿਹਰਬਾਨੀ। ਸਿਹਤ ਠੀਕ ਹੈ? ਸੁਣਾਓ ਕੀ ਹਾਲ ਜੇ? ਰੋਜ਼ੇ ਨੇ ਦੇਖੋ, ਮੇਰੀ ਅਰਜ਼ ਇਹ ਆ, ਬੜਾ ਔਖਾ ਜੇ ਰੋਜ਼ਿਆਂ 'ਚ ਕਰਨਾ ਸਾਰਾ ਕੁਝ, ਲੇਕਿਨ ਅੱਲਾਹ ਤੁਹਾਨੂੰ ਜਜ਼ਾ ਦੇਗਾ। ਤੁਸੀਂ ਇਮਾਨਦਾਰੀ ਨਾਲ ਕੋਸ਼ਿਸ਼ ਕਰਦੇ ਹੋ ਪਏ ਤੇ ਅੱਲਾਹ ਬਿਹਤਰ ਕਰੇਗਾ, ਕੋਈ ਗੱਲ ਨਹੀਂ ਹੈ। ਚਲੋ ਸਭ, ਗੱਲ ਤੁਸੀਂ ਸ਼ੁਰੂ ਕੀਤੀ ਸੀ ਕਿ ਮਿਰਜ਼ਾ ਸਾਹਿਬ ਨੇ ਨਾ ਲਿਖਿਆ ਕਿ ਬਈ ਮੇਰੀ ਜਮਾਤ ਜਿਹੜੀ ਹੈ ਸੂਰ ਤੇ ਬਾਂਦਰ ਹੈ। ਹਾਂਜੀ, ਉਹ ਹਵਾਲਾ ਮੇਰੇ ਖਿਆਲ 'ਚ ਜ਼ਿਆ ਭਾਈ ਦੇ ਕੋਲ ਜੇ ਹੋਇਆ ਲਾਈਨ ਅਪ ਤੇ ਤੁਹਾਨੂੰ ਵਿਖਾ ਦਿੰਨੇ ਆ। ਮੈਂ ਵੀ ਪੜਿਆ ਹੋਇਆ, ਕੋਈ ਐਸੀ ਗੱਲ ਨਹੀਂ, ਮੈਂ ਵੀ ਪੜਿਆ ਹੋਇਆ, ਮੇਰੇ ਕੋਲ ਹੈ ਜਾ। ਹਾਂਜੀ, ਮੈਂ ਵੀ ਪੜਿਆ ਹੈ, ਜੇ ਕਿਸੇ ਮਲੰਗ ਨੂੰ ਚਾਹੀਦਾ ਹੋਇਆ ਤੇ ਦੇ ਦੇਵਾਂਗੇ। ਉਹਦਾ ਸਿੰਪਲ ਇੱਕ ਛੋਟੀ ਜਿਹੀ ਗੱਲ ਕਿ ਉਹਦਾ ਸਿੰਪਲ ਹੱਲ ਇਹ ਵੇ ਕਿ ਜਿਹੜਾ ਮਲੰਗ ਗੂਗਲ ਤੇ ਲਿਖੇ ਕਿ ਕਾਦੀਆਨੀ ਬੰਦਰ ਸੂਅਰ, ਇਹ 3 ਲਫ਼ਜ਼ ਲਿਖ ਲਓ, ਹਵਾਲਾ ਅੱਗੇ ਆ ਜਾਏਗਾ। ਗੂਗਲ ਤੇ ਜਾ ਕੇ ਲਿਖ ਲਓ। ਜੀ ਜੀ ਕੁਰੈਸ਼ੀ ਸਾਹਿਬ। ਜੋ ਸਭ ਅਸਲ ਹਵਾਲਾ ਜਿਹੜਾ ਜੇ ਨਾ, ਇਹ ਸ਼ੁਰੂ ਹੋਇਆ ਸੀ ਕੁਰਾਨ ਪਾਕ ਦੇ ਵਿੱਚ। ਅੱਲਾਹ ਤਾਲਾ ਨੇ ਫਰਮਾਇਆ ਯਹੂਦੀਆਂ ਨੂੰ ਕਿ ਬਈ ਤੁਸੀਂ ਬੰਦਰ ਤੇ ਸੂਰ ਬਣ ਜਾਓਗੇ, ਕਿਉਂਕਿ ਨਾਫਰਮਾਨੀ ਕਰਦੇ ਸੀ। ਖੁਦਾ ਨੇ ਕਿਹਾ ਸੀ ਕਿ ਹਫਤੇ ਵਾਲੇ ਦਿਨ, ਸਬਤ ਵਾਲੇ ਦਿਨ ਮਛਲੀ ਨਾ ਫੜੋ, ਤੇ ਯਹੂਦੀਆਂ ਨੇ ਨਹਿਰ ਖੋਦੀ ਤੇ ਉੱਥੋਂ ਫੜਨੀ ਸ਼ੁਰੂ ਕਰਤੀ। ਉਹ ਜਿੱਥੋਂ ਸੂਏ ਚੋਂ ਟੋਏ ਚੋਂ ਫੜਦੇ ਸੀ ਨਾ, ਫਿਰ ਅੱਲਾ ਨੇ ਉਦੋਂ ਅਜ਼ਾਬ ਦਿੱਤਾ। ਤੇ ਕਿਤਾਬਾਂ 'ਚ ਲਿਖਿਆ ਹੋਇਆ ਕਿ 3 ਕਿਸਮ ਦੇ ਬਨੀ ਇਸਰਾਈਲ ਦੇ ਲੋਕ ਸੀ, ਗਰੋਹ ਸੀ। ਇੱਕ ਜਿਹੜੇ ਅੱਲਾ ਦਾ ਹੁਕਮ ਮੰਨਦੇ ਸੀ, ਇਬਾਦਤ ਕਰਦੇ ਸੀ, ਕੋਈ ਕੰਮ ਨਹੀਂ ਸੀ ਕਰਦੇ। ਇੱਕ ਜਿਹੜੇ ਉਹਨਾਂ ਨੂੰ ਰੋਕਦੇ ਸੀ, ਤੇ ਇੱਕ ਜਿਹੜੇ ਮਛਲੀਆਂ ਫੜਦੇ ਸੀ।
ਜਿਹੜੇ ਮਛਲੀਆਂ ਫੜਦੇ ਸੀ ਨਾ, ਅੱਲਾ ਨੇ ਉਹਨਾਂ ਦੇ ਤੇ ਅਜ਼ਾਬ ਪਾ ਦਿੱਤਾ, ਤੇ ਜਿਹੜੇ ਇਬਾਦਤ ਗੁਜ਼ਾਰ ਸੀ ਅੱਲਾ ਨੇ ਉਹਨੂੰ ਤਬਾਹ ਕਰਤਾ, ਤੇ ਉਹ ਮਛਲੀਆਂ ਫੜਨ ਵਾਲੇ ਬੰਦਰ ਤੇ ਸੂਰ ਬਣ ਗਏ। ਇਹ ਸੀ ਜੇ ਅੱਲਾਹ ਤਾਲਾ ਦਾ ਕਲੀਅਰ ਅਜ਼ਾਬ ਉਹਨਾਂ ਤੇ ਬੰਦਰ ਤੇ ਸੂਰ। ਇਹਦੇ ਵਿੱਚ ਇੱਕ ਇਮਰਾਨ ਹੁਸੈਨ ਨੇ ਬੰਦਾ ਟ੍ਰੈਨੀਡਾਡ ਦਾ, ਤੇ ਉਹਦੀ ਬੜੀ ਅੱਛੀ ਰਿਸਰਚ ਹੈ, ਲੇਕਿਨ ਹਕੀਕਤ ਹੈ ਕਿ ਤੁਹਾਨੂੰ ਇਹੀ ਬੰਦਰ ਤੇ ਸੂਰ ਇਸ ਜਮਾਤ 'ਚ ਨਜ਼ਰ ਆਉਣਗੇ। ਤੁਸੀਂ ਇਹਨਾਂ ਨਾਲ ਗੱਲ ਕਰਕੇ ਦੇਖਿਓ, ਨਜ਼ਰ ਆਉਣਗੇ। ਮਿਰਜ਼ਾ ਦੇ ਅੰਦਰ ਸਾਰੇ ਹੀ ਨੇ। ਹਾਂਜੀ ਮਿਰਜ਼ਾ ਸਾਹਿਬ ਤੇ ਆਂਦੇ ਨੇ ਸਾਰੇ ਹੀ ਨੇ, ਤੇ ਤੁਸੀਂ ਆਂਦੇ ਨਜ਼ਰ ਸਾਹਿਬ ਆਉਣਗੇ। ਉਹ ਵਾਕਈ ਸਹੀ ਕਹਿੰਦਾ ਜੀ, ਉਹ ਵਾਕਈ ਇਹ ਸਾਰੇ ਨੇ। ਇਹਨਾਂ ਵਿੱਚ ਸਾਰੇ ਪਤਾ ਕੌਣ ਕੌਣ ਜੇ? ਉਹ ਜਿਨ੍ਹਾਂ ਨੇ ਗੱਦਾਰਾਂ ਨੇ ਉਹਨਾਂ ਦਾ ਸਾਥ ਦਿੱਤਾ। ਤੇ ਜਿਹੜੀ ਗੱਦਾਰੀ ਹੈ ਨਾ ਜੋ ਸਭ, ਮੇਰੀ ਅਕਲ ਦੇ ਮੁਤਾਬਕ ਇਹ ਸਾਰੇ ਜੁਰਮਾਂ ਤੋਂ ਵੱਡਾ ਜੁਰਮ ਹੈ। ਇਹਦੇ ਨਾਲ ਤੁਸੀਂ ਨਹੀਂ ਇਕੱਲੇ ਮਰਦੇ ਹੋ, ਤੁਹਾਡੇ ਨਾਲ ਬਾਕੀ ਵੀ ਲੋਕੀ ਤੇ ਤੁਹਾਡੀਆਂ ਨਸਲਾਂ ਵੀ ਗੁਲਾਮੀ ਕਰਦੀਆਂ ਨੇ। ਤੇ ਇਹਨਾਂ ਨੇ ਗੁਲਾਮੀ ਕਰਵਾਈ, ਤੇ ਉਹ ਗੁਲਾਮੀ ਦੀ ਸਜ਼ਾ ਅੱਜ ਬੰਦਰ ਤੇ ਸੂਰ ਨੇ। ਤੁਹਾਨੂੰ ਇਸ ਜਮਾਤ ਕੱਲੀ ਦੇ ਵਿੱਚ ਜਿਹੜੇ ਖਾਸ ਇਹਨਾਂ ਦੇ ਬੰਦੇ ਨੇ, ਜਿਹੜੀ ਉਹ ਨਸਲ ਹੈ, ਉਹਦੇ ਵਿੱਚ ਤੁਹਾਨੂੰ ਉਹ ਬਦਕਾਰੀ ਮਿਲਦੀ ਹੈ ਜਿਹੜੀ ਕਿਧਰੇ ਨਹੀਂ ਮਿਲੇਗੀ। ਤੁਸੀਂ ਆਪਣੀ ਮਾਸ਼ਾਅੱਲਾ ਉਮਰ ਗੁਜ਼ਾਰ ਚੁੱਕੇ ਹੋ, ਮੈਂ ਆਪਣੀ ਗੁਜ਼ਾਰ ਚੁੱਕਾ ਹੋਇਆ ਵਾ, ਮੈਂ ਤਾਂ ਹੁਣ ਆਖਰੀ ਵੇਲੇ ਅੱਜ। ਤੇ ਇਹਦੇ ਵਿੱਚ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਹੀ ਘੱਟ ਕੁਝ ਸੁਣਿਆ ਕਿ ਅਕਲ ਵਾਲਾ, ਸਮਝਦਾਰ, ਸੁਲਝਿਆ ਹੋਇਆ ਤੇ ਪੜ੍ਹਿਆ ਲਿਖਿਆ ਤੇ ਪੈਸੇ ਵਾਲਾ ਤੇ ਸਾਰਾ ਕੁਝ, ਉਹ ਇਹੋ ਜਿਹਾ ਕੰਮ ਕਰੇ ਮੈਂ ਨਹੀਂ ਵੇਖਿਆ। ਕੋਈ ਹਾਂ ਪਾਗਲ ਹੋਵੇ, ਇਨਸੈਨ ਹੋਵੇ, ਕਿਧਰੇ ਦਿਮਾਗੀ ਤਵਾਜ਼ਨ ਨਹੀਂ ਠੀਕ ਹੈ, ਉਹ ਕਿਧਰੇ ਗਲਤੀ ਕਰ ਪਵੇ, ਹੋ ਸਕਦਾ। ਇਹਨਾਂ ਦੇ ਵਿੱਚ ਤੇ ਸ਼ੁਰੂ ਦੀ ਗੱਲ ਸ਼ੁਰੂ ਹੈ। ਮਿਰਜ਼ਾ ਗੁਲਾਮ ਅਹਿਮਦ ਕਾਦੀਆਨੀ ਦੀ ਜ਼ਨਾਨੀ ਤੋਂ ਗੱਲ ਚੱਲੋ, ਤੇ ਫਿਰ ਅੱਗੇ ਤੁਸੀਂ ਰਬੋਆ ਦੇ ਰਾਸਪੁਟੀਨ ਦੀ ਗੱਲ ਕੀਤੀ ਹੈ। ਉਹ ਬੰਦੇ ਕਸਮਾਂ ਖਾ ਕੇ ਹਲਫ ਦੇ ਕੇ ਕਹਿੰਦੇ ਨੇ ਕਿ ਜੇ ਅਸੀਂ ਦੇਖਿਆ ਸੀ ਤੇ ਅਸੀਂ ਗਵਾਹ ਹਾਂ। ਤੇ ਇਹ ਵੀ ਨਹੀਂ ਕਿ ਉਹ ਛੱਡ ਕੇ ਇਹਨਾਂ ਨੂੰ ਪਰੇ ਹਟ ਗਏ ਨੇ, ਉਹ ਵੀ ਇਹਨਾਂ ਬਾਂਦਰ ਸੂਰ ਹੀ ਸੀ। ਉਹ ਛੋਟੀ ਕਿਸਮ ਦੇ ਬਾਂਦਰ ਸੂਰ ਸੀ। ਕੋਈ ਸੱਪ ਮਿੱਟੀ ਖਾਣ ਵਾਲੇ ਹੁੰਦੇ ਨੇ, ਕੋਈ ਸੱਪ ਬੰਦੇ ਖਾਣ ਵਾਲੇ ਹੁੰਦੇ ਨੇ। ਇਹ ਦੋਵੇਂ ਉਹੀ ਨਸਲਾਂ ਨੇ। ਕੋਈ ਛੋਟਾ ਜ਼ਰੀਲਾ, ਕੋਈ ਬਹੁਤਾ ਜ਼ਰੀਲਾ, ਕੋਈ ਬਹੁਤਾ ਵੱਡਾ ਆਰਾਮ ਦਾ, ਕੋਈ ਛੋਟਾ ਆਰਾਮ ਦਾ। ਇਹ ਸਾਰੇ ਉਹੀ ਚੱਲ ਰਹੀ ਹੈ। ਹੁਣ ਅਗਲਾ ਸਵਾਲ ਹੈ ਮੇਰਾ, ਮੈਂ ਜਿਹੜਾ ਨਾ ਚੋ ਸਭ ਮੈਨੂੰ ਜਿਹੜੀ ਸਮਝ ਆਈ ਹੈ, ਇਹ ਕਿਉਂ ਇਹ ਕਰਦੇ ਨੇ? ਤੇ ਫਿਰ ਉਹ ਤੇ ਫਖਰ ਮਹਿਸੂਸ ਕਰਦੇ ਨੇ। ਨਹੀਂ ਤੇ ਕੋਈ ਸ਼ਰਮ ਹੁੰਦੀ ਹੈ ਕਿਸੇ ਨੂੰ? ਬੰਦੇ ਨੂੰ ਹੁੰਦੀ, ਕੋਈ ਗੱਲ ਹੋ ਗਈ, ਗਲਤੀ ਹੋ ਗਈ, ਮਾਫੀ ਮੰਗ ਲਵੇ ਯਾਰ। ਇਹ ਫਖਰ ਮਹਿਸੂਸ ਕਰਦੇ ਨੇ। ਤੁਸੀਂ ਉਹ ਸੈਂਡੀ ਸ਼ਾਹ ਦੀ ਗੱਲ ਪੇ ਕਰਦੇ ਹੋ, ਉਹਦੀ ਵੀਡੀਓ ਜਦੋਂ ਸੁਣਦੇ ਹੋ, ਉਹਦੀ ਆਡੀਓ ਜਦੋਂ ਸੁਣਦੇ ਹੋ, ਬੜੇ ਫਖਰ ਨਾਲ ਕਹਿੰਦਾ ਹੈ। ਬਿਲਕੁਲ ਫਖਰ ਨਾਲ ਕਹਿ ਰਿਹਾ, ਕਹਿੰਦਾ ਮੈਂ ਤੇਰੇ ਨਾਲ ਵੀ ਤੇ ਤੇਰੀ ਮਾਂ ਨਾਲ ਵੀ ਮੈਂ ਇਕੱਲੇ ਨਹੀਂ ਜ਼ਨਾ ਕੀਤਾ ਹੋਇਆ। ਉਹ 500-700 ਜਨਾਨੀਆਂ ਦਾ ਖਰੇ, ਉਹਨੂੰ ਪਤਾ ਹੀ ਨਹੀਂ ਹੈ ਕਿੰਨੀ ਗਿਣਤੀ ਹੈ, ਉਹਨਾਂ ਨਾਲ ਕੀਤਾ ਹੈ। ਹੁਣ ਤੁਸੀਂ ਦੇਖੋ, ਸੈਂਡੀ ਸ਼ਾਹ ਪਹਿਲੀ ਵਾਰੀ ਜਦੋਂ ਸ਼ਰਾਬ ਪੀ ਕੇ ਗੱਡੀ ਚਲਾਉਂਦਾ ਫੜਿਆ ਗਿਆ, YouTube ਤੇ ਉਹਦੀ ਵੀਡੀਓ ਪਈ ਹੋਈ ਹੈ, ਪੁਲਿਸ ਨੇ ਫੜਿਆ, ਉਹ ਦੱਸਦਾ ਕਿ ਮੈਂ ਸੈਂਡੀ ਪੀਤੀ ਹੋਈ ਹੈ। ਹਾਂਜੀ, ਉਹਨੂੰ ਕਿਸੇ ਨੇ ਨਹੀਂ ਕਿਹਾ ਕਿ ਪਰੇ ਹਟ ਜਾ ਯਾਰ, ਅਸੀਂ ਤੇ ਬੜੇ ਰੀਅਲ ਇਸਲਾਮ ਵਾਲੇ ਬੰਦੇ ਆ। ਕੋਈ ਗੱਲ ਨਹੀਂ ਹੋਈ, ਉਹ ਉੱਥੇ ਫਿਰ ਲੱਗਾ ਹੋਇਆ। ਫਿਰ ਉਹਦੇ ਦਫ਼ਤਰ 'ਚ ਉਹ ਮਿਰਜ਼ਾ ਮਸਰੂਰ ਨੇ ਫੜੀ, ਫਿਰ ਕੋਈ ਗੱਲ ਨਹੀਂ ਹੈ। ਇਹਦਾ ਮਤਲਬ ਹੈ ਕਿ ਇਹ ਸਾਰੇ ਰਲ ਕੇ ਕਰਦੇ ਨੇ ਤੇ ਕਰੀ ਜਾ ਰਹੇ ਨੇ। ਪਰ ਇੰਜ ਕ੍ਰੇਸ਼ੀ ਸਾਹਿਬ ਹੋਣਾ ਨਹੀਂ ਚਾਹੀਦਾ। ਇਹ ਨਹੀਂ ਕਿ ਕੱਲਾ ਪਿਆ ਕਰਦਾ, ਇੰਜ ਹੋਣਾ ਨਹੀਂ ਚਾਹੀਦਾ। ਮੈਂ ਤੁਹਾਨੂੰ ਹਲਫਨ ਕਹਾਂ, ਜਿੱਦਾਂ ਵੇਂਦਾ ਕੋਈ ਮਰਜ਼ੀ, ਹੁਣ ਮੇਰੇ ਦਿਲ ਨੂੰ ਤੇ ਨਹੀਂ ਕੋਈ ਜਾਣਦਾ ਨਾ ਜੀ। ਜਿਆਦੀ ਮਰਜ਼ੀ ਕੋਈ ਕਸਮ ਲੈ ਲੇ ਜਾਂ ਬਗੈਰ ਕਸਮ ਤੋਂ ਕੋਈ ਯਕੀਨ ਕਰ ਲੇ, ਇਹ ਪ੍ਰੋਗਰਾਮ ਕਰਨੇ, ਇਹ ਗੱਲਾਂ ਕਰਨੀਆਂ ਮੇਰੇ ਵਾਸਤੇ ਬਹੁਤ ਮੁਸ਼ਕਲ ਨੇ। ਪਰ ਮੈਂ ਬਾਰ-ਬਾਰ ਇਹ ਸੋਚਣਾ, ਪੱਥਰ ਜਿਵੇਂ ਆਂਦੇ ਨੇ, ਕਈ ਹੁੰਦੇ ਨੇ ਵਹਾਲੇ ਦਾ ਪੱਥਰ, ਉਹ ਲਾਂਤੀ ਹੋ ਕੇ ਮਰੇ, ਉਹਨੂੰ ਕਦੀ ਸੁੱਖ ਨਸੀਬ ਨਾ ਹੋਏ ਜਿਹੜਾ ਝੂਠ ਬੋਲੇ। ਮੈਂ ਇਹ ਗੱਲਾਂ ਸੀਨੇ ਤੇ ਪੱਥਰ ਰੱਖ ਕੇ ਕਰਨਾ, ਸ਼ਾਇਦ ਇਹਨਾਂ ਦੀਆਂ ਅੱਖਾਂ ਖੁੱਲਣ। ਮੈਨੂੰ ਕਿਸੇ ਆਮਦੀ ਨਾਲ, ਮੈਨੂੰ ਕਿਸੇ ਅਹੁਦੇਦਾਰ ਨਾਲ, ਕਿਸੇ ਬਗਾਨੇ ਨਾਲ ਕੋਈ ਜ਼ਰਾ ਬਰਾਬਰ ਜ਼ਾਤੀ ਇਖਤਲਾਫ ਨਹੀਂ। ਨਾ ਮੈਂ ਚਾਹੁੰਦਾ ਇਹਨਾਂ ਨੂੰ ਕੋਈ ਦੁੱਖ ਦੇ। ਇਹ ਪੀਰ ਮੰਨਦੇ ਨੇ, ਮੰਨਣ, ਇਹਨਾਂ ਦਾ ਹੱਕ ਹੈ। ਪਰ ਪੀਰ ਆਣ ਕੇ ਇਹ ਕੰਮ ਕਰੇ ਜੋ ਮੈਂ ਦੱਸਿਆ, ਇਹ ਤੇ ਹੱਕ ਨਹੀਂ ਨਾ ਬਣਦਾ। ਇਹ ਨਹੀਂ ਹੱਕ ਬਣਦਾ। ਜੋ ਸਭ ਜਿਹੜੀ ਤੁਸੀਂ ਗੱਲ ਪੇ ਕਰਦੇ ਹੋ ਨਾ, ਤੁਹਾਡੇ ਲਈ ਫੇਰ, ਤੁਸੀਂ ਜਵਾਨ ਮੁੰਡੇ ਹੋ, ਤੁਹਾਡੇ ਲਈ ਫੇਰ ਸੌਖਾ ਹੈ। ਮੈਂ 66 ਸਾਲ ਦਾ ਬੰਦਾ ਵਾਂ, ਮੇਰੇ ਲਈ ਇਹ ਗੱਲ ਕਰਨੀ ਬੜੀ ਔਖੀ ਹੈ।
ਮੇਰੇ ਘਰ ਮੇਰੀਆਂ ਨੂੰਹਾਂ ਨੇ, ਮੇਰੀਆਂ ਧੀਆਂ ਨੇ, ਮੇਰੇ ਲਈ ਬੜਾ ਔਖਾ ਹੈ। ਲੇਕਿਨ ਹਕੀਕਤ ਹੈ ਵੇ ਸੱਚ ਵੀ ਬੋਲਣਾ ਜੇ ਕਿ ਨਹੀਂ ਬੋਲਣਾ, ਜਾਂ ਬੋਲਣਾ ਪੈਣਾ। ਸਿੱਧੀ ਗੱਲ ਕਹਿਣੀ ਜੇ ਕਿ ਨਹੀਂ ਕਹਿਣੀ। ਤੁਹਾਨੂੰ ਤੇ ਸਿਰਫ ਇਸ ਲਈ ਕਿ ਵੀ ਤੁਸੀਂ ਇਸ ਜਮਾਤ 'ਚ ਰਹੇ ਹੋ, ਤੁਹਾਡਾ ਅਜੇ ਵੀ ਕੋਈ ਭੈਣ ਭਰਾ ਹੈ, ਮੇਰਾ ਤੇ ਕੋਈ ਵੀ ਨਹੀਂ ਜੇ। ਮੈਂ ਤੇ ਆਪਣੀ ਜ਼ਿੰਦਗੀ ਦੇ ਵਿੱਚ ਇੱਥੇ ਆ ਕੇ ਕੁਝ ਮਨੂਸ ਵੇਖੇ ਨੇ, ਮੈਂ ਤੇ ਵੇਖਿਆ ਹੀ ਨਹੀਂ ਕੋਈ ਮਨੂਸ। ਲੇਕਿਨ ਇਹ ਵੀ ਕਿ ਮਨੂਸੀਅਤ ਕਿਉਂ ਪੇ ਕਰਦੇ ਨੇ ਇਹਨਾਂ ਨੂੰ? ਤੁਹਾਡੀ ਗੱਲ ਕਿਸੇ ਹੋਰ ਦੀ ਗੱਲ, ਕਦੋਂ ਦੀ ਗੱਲ ਸ਼ੁਰੂ ਹੋਈ ਦੀ ਹੈ, ਕਿਸੇ ਦੀ ਸਮਝ ਨਹੀਂ ਆਈ। ਮੁਹੰਮਦ ਹੁਸੈਨ ਬਟਾਲਵੀ ਤੋਂ ਲੈ ਕੇ ਮੌਲਾਨਾ ਸਨਾਉੱਲਾ ਅੰਮ੍ਰਿਤਸਰੀ ਤੇ ਸੋਰਸ਼ ਕਸ਼ਮੀਰੀ ਵੱਲੋਂ ਗੁਜ਼ਰ ਕੇ ਤੇ ਤੁਹਾਡੇ ਤਿਕਰ ਪਹੁੰਚ ਜਾਈਏ, ਕਿਸੇ ਦੀ ਨਹੀਂ ਸਮਝ ਆਉਂਦੀ ਪਈ। ਵਜ੍ਹਾ ਕੀ ਹੈ? ਤੁਸੀਂ ਕੋਈ ਝੂਠ ਤੇ ਨਹੀਂ ਬੋਲਦੇ ਹੋ, ਤੁਸੀਂ ਕੋਈ ਕੋਲੋਂ ਤੇ ਨਹੀਂ ਲਾਉਂਦੇ ਹੋ ਪਏ, ਕੀ ਵਜ੍ਹਾ ਹੈ? ਜੋ ਸਭ ਇਹਨਾਂ ਦੀ ਜੀਨ ਦੇ ਵਿੱਚ ਪ੍ਰੋਬਲਮ ਹੈ, ਜਿਹੜੀ ਤੁਹਾਨੂੰ ਸਮਝ ਆ ਗਈ ਨਾ, ਇਹਨਾਂ ਨੂੰ ਕਿਉਂ ਨਹੀਂ ਆਉਂਦੀ ਪਈ? ਅਸਲ ਤੁਹਾਨੂੰ ਕਿਉਂ ਸਮਝ ਆ ਗਈ ਹੈ? ਤੁਹਾਡੇ ਵੱਡੇ ਵਡੇਰਿਆਂ ਨੇ ਉਹ ਗੱਦਾਰੀ ਨਹੀਂ ਕੀਤੀ। ਤੁਹਾਡੇ ਵੱਡੇ ਵਡੇਰੇ ਕਿਧਰੇ ਰਾਹ ਜਾਂਦੇ ਇਹਨਾਂ ਦੇ ਹੱਥੇ ਚੜ ਗਏ, ਇਹਨਾਂ ਨੇ ਬਣਾ ਲਿਆ, ਉਹਨਾਂ ਵਿਚਾਰਿਆਂ ਨੂੰ ਪਤਾ ਕੋਈ ਨਹੀਂ ਸੀ। ਲੇਕਿਨ ਜਿਨ੍ਹਾਂ ਨੂੰ ਪਤਾ ਹੈ ਉਹ ਕਿਉਂ ਕਰੇ? ਜੋ ਸਭ ਮੈਨੂੰ ਪਤਾ ਹੈ ਕਿ ਮੇਰੇ ਪੱਲੇ ਕੱਖ ਨਹੀਂ ਤੇ ਮੈਂ ਪੀਰ ਬਣ ਜਾਵਾਂ, ਤੇ ਫਿਰ ਜਦੋਂ ਮੈਂ ਕਿਸੇ ਦੇ ਜਜ਼ਬਾਤ ਨਾਲ ਖੇਡਾਂਗਾ, ਕਿਸੇ ਨਾਲ ਜ਼ਿਆਦਤੀ ਕਰਾਂਗਾ, ਕਿਸੇ ਦਾ ਹੱਕ ਖਾਵਾਂਗਾ, ਕਿਸੇ ਦੀ ਜੇਬ 'ਚ ਹੱਥ ਪਾਵਾਂਗਾ, ਤੇ ਕੀ ਖਿਆਲ ਹੈ ਮੈਨੂੰ ਅੱਲਾ ਦਾ ਅਜ਼ਾਬ ਨਹੀਂ ਆਉਣਾ? ਸਭ ਤੋਂ ਪਹਿਲੇ ਮੈਨੂੰ ਆਉਣਾ ਤੇ ਅੱਲਾ ਨੇ ਪੁੱਛਣਾ ਕਿ ਕੰਜਰਾ ਤੈਨੂੰ ਤੇ ਪਤਾ ਸੀ ਨਾ, ਤੇ ਦੂਜਾ ਬੰਦਾ ਤੇ ਤੇਰੇ ਨਾਲ ਅਕੀਦਤ ਦੇ ਨਾਲ ਚੱਲ ਪਿਆ ਤੇ ਤੈਨੂੰ ਤੇ ਪਤਾ ਸੀ। ਤੇ ਇਹ ਜਿਹੜੇ ਤੁਹਾਨੂੰ ਪੇ ਨਜ਼ਰ ਆਉਂਦੇ ਨੇ ਨਾ, ਇਹ ਉਹ ਲੋਕ ਨੇ ਜਿਹੜੇ ਉਹਨਾਂ ਗੱਦਾਰਾਂ ਦੀ ਔਲਾਦ ਹੈ, ਉਸ ਜੀਨ 'ਚ ਚੱਲਿਆ ਹੋਇਆ, ਇਹਨਾਂ ਦਾ DNA ਫਰਕ ਹੈ। ਤੁਸੀਂ ਇਹ ਥੱਲੇ ਜਿਹੜਾ ਮਲੰਗ ਪਿਆ ਬੋਲਦਾ ਸੀ ਪਿਆ, ਕੀ ਨਹੀਂ ਪਿਆ ਕਹਿੰਦਾ? ਤੁਸੀਂ ਕਦੋਂ ਦਾ ਪਿਆ ਕਹਿੰਦੇ ਹੋ ਨਿਦਾ ਦੀ? ਤੁਹਾਨੂੰ ਨਿਦਾ ਤੁਹਾਡੀ ਕਿਹੜੀ ਰਿਸ਼ਤੇਦਾਰ ਹੈ? ਤੁਹਾਨੂੰ ਕਾਹਦੀ ਉਹਦੀ ਤਕਲੀਫ ਹੈ? ਸਿਰਫ ਇਨਸਾਨੀਅਤ ਦਾ ਕਰਕੇ ਕੁੜੀ ਚੀਖਦੀ ਹੈ ਤੇ ਤੁਹਾਡੇ ਕੋਲੋਂ ਬਰਦਾਸ਼ਤ ਨਹੀਂ ਹੋਈ। ਮੇਰੇ ਕੋਲ ਤਾਂ ਕੋਈ ਚੂਹਾ ਵੀ ਚੀਖੇ, ਕੋਈ ਜਾਨਵਰ ਵੀ ਚੀਖੇ ਤਾਂ ਮੈਨੂੰ ਤਕਲੀਫ ਹੁੰਦੀ ਹੈ। ਮੈਂ ਇਹਨਾਂ ਨੂੰ ਕਿਉਂ ਨਹੀਂ ਹੁੰਦੀ? ਕ੍ਰਿਸ਼ੀ ਸਾਹਿਬ ਮਾਦਰਤ ਨਾਲ ਜ਼ਿਆ ਭਾਈ ਨੇ ਕੋਈ ਬੋਲੇ ਨੇ ਥੋੜੇ ਜਿਹਾ, ਤੇ ਉਹਨਾਂ ਜੀ बिस्मिल्लाह, ये सब तो अच्छी गल होती है, तो माशाल्लाह बहुत सोहना बोलते हैं। मलंग जो नीचे आया हुआ है, ये जरा थोड़ा सा मैं बेचारों को पता है कख का नहीं, और ऐसे आते हैं जैसे पता नहीं सारा कुछ इनको पता है, अगला बंदा तो बिल्कुल ही जाहल है। ऐसे ही है। ये दुनिया के वो जाहल हैं जिनको खुद को कुछ नहीं पता होता, और ये सोच के समझते ये है कि हमें सारा पता है, अगले को नहीं पता। मलंग कह रहा है माशाल्लाह आप लोग रोज गालियां से शुरू करते हैं, लानतों से शुरू करते हैं, ये आप लोगों का हाल है। मलंगा ये जरा देखना, आंखें खोल के देखना, मैं तुम्हें एक चीज दिखाने लगा हूं। अब अगर जरा से भी शर्म या हया आप में है तो आपने इस बंदे पे लानत डालनी है। ये आपको नजर आ रही है रूहानी खजाइन? आंखें खोलो, अगर दूर की नजर कमजोर है तो ऐनक लगा लो। ये रूहानी खजाइन जिल्द 8 सफा 158। हमने कौन सी लानतें डाली हैं? झूठों पे तो लानत बनती है, वो तो अल्लाह ताला भी फरमाता है लानतुल्लाहि अलल काज़िबीन। ये देखो, मैंने आपको हवाला बता दिया, लानतें गिननी शुरू करो। ये देखे लानत 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 लानत। मैं तुम्हारे मिर्जे की किताब पढ़ रहा हूँ, फिर ये ना कहना मौलवी लानतें दे रहा था। लानत 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 लानत, मलंगा लानत लानत लानत। ओए होए होए, मलंगा आगे देख यार, ये मैं तो नहीं पढ़ सकता है, थोड़ी ट्राई करता हूँ। मलंग साहब ये देखो आगे सफा नंबर 159, लानत 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 लानत, मलंगा लानत लानत लानत। ये वैसे ही सारी गिन लो कितनी है। अगले सफे पे चलते हैं 160, लानत 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 लानत। अगे अरबी दे विच भी मलंगा, पहले उर्दू दी लानतां सी, हुण अरबी च अल्लाह ना लाना लाना, अगे लानतां वेखी जा मलंगा। जदों तेरा दिल भर जाए उदों मैनूं दसी। अगर जरा सी भी एक रत्ती भी शर्म है तुझ में, वाकई इंसान के बच्चे हो, इस बंदे पे अभी लानत डाल के जाओ, जिसने ये देखो आगे सफा 162 आ गया। लानतें नहीं खत्म हुई, सफे के सफे लानतों के काले किए हुए हैं। किसने? जिसकी तबलीग करने की कोशिश कर रहे हो। मौलवियों को कुछ नहीं पता, मौलवियों को कुछ नहीं पता। तेनू पता सी? अब बताओ जरा, ये जो इसने 2000 लानतें लिखी हुई हैं, बताओ अब इसके बारे में क्या ख्याल है? देख लिया किधर गया मलंग? अब
लो जी पट्टी पुट्टी गई, मलंग ही गायब हो गया। कड मिर्जे दा छितर ते मरबी तितर बितर, ये हाल है। आपको मिर्जे की किताब दिखाते हैं, गायब हो जाते हो साथ ही। देखो सुलेमान ने ज़ियाद भाई, टोपी हाँ रखी जी, हुई है, जैसे मिर्जे का नाम है पहन लेते हैं, मरबी नजर ही नहीं आता। हमें कह रहा था इनको पता कुछ नहीं था, इनको पता सी लान था। हद हो गई है। एक होर चीज कुरैशी साहब मैं एक अर्ज करा, देखो ਆਮ ਪਿੰਡਾਂ 'ਚ ਵੀ ਕੋਈ ਪੀਰ ਬਦਕਾਰੀ ਕਰਦਾ ਫੜ ਕਿਤੇ ਨਾ, ਤੇ ਲੋਕੀ ਆਮ ਜਿਹੜੇ ਜਿਨ੍ਹਾਂ ਨੂੰ ਨਹੀਂ ਪਤਾ ਉਹ ਵੀ ਉੱਠ ਕੇ ਆਵਾਜ਼ ਉਠਾਉਂਦੇ ਨੇ, ਹੈਨਾ। ਤੇ ਯਾਰ ਮਿਰਜ਼ਾ ਮਸਰੂਰ ਤੇ ਉਹਦਾ ਸਾਰਾ ਟੱਬਰ ਆਪਣੀ ਧੀ ਨਾਲ ਫੜ ਕੀਤਾ ਹੈ। ਅਗਲੇ ਦਿਨ ਉਹੀ ਮਿਰਜ਼ਾ, ਉਹੀ ਪਗੜੀ, ਉਹੀ ਸੁੱਥਣ, ਉਹੀ ਮਲੰਗ। ਉਹ ਯਾਰ ਇਹਨਾਂ ਦੇ ਵਿੱਚ ਬੰਦੇ ਦਾ ਦਿਮਾਗ ਬਲੋ ਨਹੀਂ ਹੋ ਜਾਂਦਾ? ਉਹ ਪਲਾਸਟਿਕ ਦੇ ਨੇ ਇਹਦੇ ਅੱਗੇ ਬੰਦੇ ਕਿ ਗੈਰਤ ਮਰ ਗਈ ਏ ਕਿ ਉਹ ਜੇ ਉਹਨਾਂ ਦੀ ਮਰ ਗਈ ਏ ਕਿ ਯੂਕੇ ਤੋਂ ਬਾਹਰ ਕੋਈ 4 ਮੀਲ ਵੇਖ ਲਓ, ਜੇ ਯੂਕੇ ਸਾਰੇ ਦੀ ਮਰ ਗਈ ਏ ਤੇ ਕੈਨੇਡਾ ਵਾਲੇ ਵੇਖ ਲੈਂਦੇ। ਉਹ ਕੋਈ ਬੋਲਿਆ? ਫਿਰ ਇਹਨਾਂ ਦੇ ਚੈਨਲਾਂ ਨੇ ਕਿਹਾ ਸਾਡੇ ਹਜ਼ੂਰ ਦੀ ਵੀਡੀਓ ਏ, ਆਈਡੀਓ ਏ, ਤੇ ਸਾਡੇ ਮਿਰਜ਼ਾ, ਸਾਡੇ ਚੌਥੇ ਜਿਹੜਾ ਬਦਕਾਰ ਸੀ ਮਿਰਜ਼ਾ ਤਾਹਰ, ਉਹਦੀ ਨਵਾਸੀ ਏ। ਉਹ ਫੇਰ ਹੀ ਸੋਚੋ ਪਹਿਲੋਂ ਕਈ ਮਲੰਗਾਂ ਦੇ, ਹਾਂਜੀ ਇਹ ਸੱਚੀ ਨਹੀਂ। ਕੋਈ ਬੋਲਿਆ? ਉਹ ਕੁਰੈਸ਼ੀ ਸਾਹਿਬ ਇਹ 21ਵੀਂ ਸਦੀ ਹੈ, ਉਹ ਦੁਨੀਆ ਚੰਨ ਤੇ ਪਹੁੰਚ ਗਈ ਹੈ। ਇਹ ਬਦਕਾਰ ਇਹ ਕਿਹੜੀ ਨਸਲ ਦੇ ਬਦਕਾਰ ਨੇ? ਉਹ ਉਹਨਾਂ ਦੀਆਂ ਫੋਟੋਆਂ ਲਾਈਆਂ ਨੇ ਉਹ ਜ਼ਾਨੀ ਬਦਕਾਰਾਂ ਦੀਆਂ ਘਰਾਂ 'ਚ, ਤੇ ਸਵੇਰੇ ਉੱਠ ਕੇ ਆਪਣੇ ਬੱਚਿਆਂ ਨੂੰ ਵਹਾਉਂਦੇ ਨੇ। ਉਹ ਬੱਚਿਆਂ ਦੇ ਕਮਰਿਆਂ 'ਚ ਲਾਈਆਂ ਨੇ। ਮੈਂ ਤੁਹਾਨੂੰ ਇਹ ਗੱਲ ਦੱਸਾਂ, ਤੁਹਾਨੂੰ ਸ਼ਾਇਦ ਪਤਾ ਹੋਣਾ, ਜੇ ਮੈਂ ਥੋੜਾ ਜਿਹਾ ਹੈਰਾਨ ਹੋਵਾਂ ਤਾਂ ਮੈਨੂੰ ਦੱਸਿਓ ਕੁਰੈਸ਼ੀ ਸਾਹਿਬ। ਤੁਸੀਂ ਮਾਸ਼ਾਅੱਲਾ ਕੈਨੇਡਾ 'ਚ ਮੈਂ ਵੇਖਿਆ ਕਿ ਜਿਹੜੇ ਘਰ 'ਚ ਅੱਲਾ ਮਾਫ ਕਰੇ, ਅੱਲਾ ਮਾਫ ਕਰੇ, ਕੋਈ ਕਤਲ ਜਾਂ ਇਹੋ ਜਿਹਾ ਵਾਕਿਆ ਹੋ ਜੇ ਨਾ, ਉਸ ਘਰ ਨੂੰ ਲੋਕੀ ਕੀਮਤ ਘਟ ਜਾਂਦੀ ਉਸ ਘਰ ਦੀ, ਨੰਬਰ 1। ਨੰਬਰ 2, ਉਸ ਘਰ ਦਾ ਫਰਸ਼, ਕਿਚਨ ਪੁੱਟ ਕੇ ਉਹ ਨਵਾਂ ਬਣਾਉਂਦੇ ਨੇ। ਉਹ ਕਿਉਂ? ਕਿ ਉਸ ਬੰਦੇ ਨੂੰ ਯਾਦ ਆਉਂਦੀ ਹੈ ਕਿ ਮੈਂ ਇੱਥੇ ਕਿਚਨ 'ਚ ਐਸ ਪੱਥਰ ਕੋ ਖਲੋਤਾ ਤੇ ਮੈਨੂੰ ਛੁਰੀ ਵੱਜੀ ਸੀ। ਉਹਦੀਆਂ ਉਹ ਯਾਦਾਂ ਨਹੀਂ ਦਿਲ 'ਚੋਂ ਨਿਕਲਦੀਆਂ, ਸਮਝਦੇ ਹੋ? ਇਹ ਸਾਇੰਸ ਨੇ, ਇਹ ਅਕਲ ਨੇ ਲੋਕਾਂ ਨੂੰ ਦੱਸਿਆ। ਉਹ ਮਸੂਰਾ ਜਾਹਲ ਕੁੜੀ ਨੂੰ ਆਂਦਾ ਪਿਛਲੀ ਵਾਰੀ ਤੂੰ ਆਪ ਜ਼ਨਾ ਕਰਵਾਉਣ ਗਈ ਸੈਂ। ਉਹ ਮਸਰੂਰੇ ਜਾਹਲ ਦੀ ਤਸਵੀਰ ਇਹਨਾਂ ਬਦਕਾਰਾਂ ਨੇ ਘਰਾਂ 'ਚ ਲਾਈ ਹੈ। ਇਹਨਾਂ ਦੀਆਂ ਕੁੜੀਆਂ ਜਦੋਂ ਵਹਿੰਦੀਆਂ ਨੇ ਉਦੋਂ ਯਾਦ ਨਹੀਂ ਹੁੰਦੀ ਗੱਲ। ਉਹ ਇਹ ਕਿਹੜੀ ਨਸਲ ਦੇ ਬੰਦੇ ਨੇ ਯਾਰ? ਇਹਨਾਂ ਦੇ ਬੱਚਿਆਂ ਨੂੰ, ਇਹਨਾਂ ਜਵਾਨ ਕੁੜੀਆਂ ਨੂੰ ਉਹ ਯਾਦ ਨਹੀਂ ਹੁੰਦੀ ਆਈਡੀਓ? ਕਿਆ ਕੁਰੈਸ਼ੀ ਸਾਹਿਬ ਇੱਥੇ ਉੱਥੇ ਜਿੱਥੇ ਉਹ ਚੀਜ਼ਾਂ ਬਦਲ ਨਹੀਂ ਛੱਡਦੇ ਕਿ ਉਹ ਚੀਜ਼ਾਂ ਦੁਬਾਰਾ ਉਸ ਬੰਦੇ ਨੂੰ ਯਾਦ ਨਾ ਆਉਣ? ਕਰਦੇ ਨਹੀਂ ਇਸ ਤਰ੍ਹਾਂ? ਉਹ ਖਲੀਫਾ ਜ਼ਾਨੀ ਦੀਆਂ ਕਿਤਾਬਾਂ ਲਿਖੀਆਂ ਨੇ, ਹੁਣ ਤੇ ਕੁੜੀ ਤੁਹਾਡੀ ਆਪਣੀ ਬੋਲੀ ਓਏ। ਕਿਆ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਦਾ ਸੀ? ਮਸੂਰੇ ਦੀ ਮਾਂ ਨਾਲ ਵੀ ਕਰਦਾ ਸੀ। ਮੈਂ ਕਈ ਦਫਾ ਕਿਹਾ, ਮੈਂ ਹਲਫਨ ਕਹਿਣਾ ਮੇਰਾ ਨਹੀਂ ਸੀ ਦਿਲ ਮੰਨਦਾ। ਡਾਕਟਰ ਹੋਲੀ ਸਪਿਰਿਟ ਸਾਹਿਬ ਇੱਥੇ ਬਿਆਨ ਕਰਦੇ ਹਨ, ਮੈਂ ਸੁਣਦਾ ਹਾਂ ਪਰ ਯਕੀਨ ਨਹੀਂ ਸੀ ਆਉਂਦਾ। ਹੁਣ ਤੇ ਸ਼ੱਕ ਹੀ ਕੋਈ ਨਹੀਂ ਰਿਹਾ ਯਾਰ। ਇਹ ਫੇਰ ਬਲਦੀ ਤੇਲ ਪਾਈ ਜਾਂਦੇ ਨੇ। ਖੁਦਾ ਮਾਫ ਕਰੇ, ਇਹਨਾਂ ਨੂੰ ਕੋਈ ਖੁਦਾ ਦਾ ਅਜ਼ਾਬ ਹੈ ਜਾਂ ਇਹ ਸੁਸਾਈਡ ਕਰਨਾ ਚਾਹੁੰਦੇ ਨੇ? ਇਹ ਸੁਸਾਈਡ ਹੀ ਹੈ ਨਾ। ਤੁਹਾਨੂੰ ਪਤਾ ਹੈ ਬੰਦਾ ਬਦਕਾਰ ਹੈ, ਤੁਸੀਂ ਉਹਦੀ ਫੋਟੋ ਆਪਣੇ ਨਿਆਣਿਆਂ ਦੇ ਕਮਰੇ 'ਚ ਲਾਈ ਹੈ, ਤੁਸੀਂ ਸੁਸਾਈਡ ਨਹੀਂ ਕਰਨ ਦੇ ਤੇ ਉੜ ਕਰਨ ਦੇ ਹੋ। ਬਦਕਿਸਮਤੀ ਹੈ ਚੋ ਸਭ ਬਦਕਿਸਮਤੀ ਹੈ। ਇਹਦਾ ਕਿਸੇ ਇੱਕ ਨੂੰ ਵੀ ਸ਼ਰਮ ਨਹੀਂ ਆਈ। ਮੈਂ ਜਦੋਂ ਪਹਿਲੀ ਵਾਰੀ ਤੁਹਾਡੇ ਪ੍ਰੋਗਰਾਮ 'ਚ ਆਇਆ ਸੀ ਨਾ, ਉਦੋਂ ਮੈਂ ਕਿਹਾ ਸੀ ਕਿ ਮੈਂ ਕਿਹਾ ਸਾਰੇ ਹੀ ਭੈੜੇ ਨੇ। ਵਾਕਈ ਕੁਛ ਬੰਦੇ ਜਿਹੜੇ ਮਰ ਗਏ ਨੇ ਕਬਰਸਤਾਨ ਨੇ, ਉਹ ਵਾਕਈ ਭੈੜੇ ਨਹੀਂ ਹੈ। ਜਿਹੜੇ ਜਿਉਂਦੇ ਨੇ ਸਾਰੇ ਭੈੜੇ ਨੇ। ਉਹ ਅਗਰ 3 ਲੱਖ ਹੋਣਾ ਮਰਜ਼ੀ ਸਾਰੀ ਦੁਨੀਆ 'ਚ ਜਾਂ ਇਸ ਤੋਂ ਘੱਟ, ਅਗਰ ਕਿਧਰੇ ਕੋ 5-7 ਬੰਦੇ ਬੋਲੇ ਨੇ ਤੇ ਉਹ ਕੁਛ ਗਿਣਤੀ 'ਚ ਨਹੀਂ ਹੈ।
ਬਾਕੀ ਤੁਸੀਂ ਕਿਧਰੇ ਵੀ ਇੰਟਰਨੈਟ ਤੇ ਗੱਲ ਕਰ ਲਓ, ਕਿਧਰੇ ਵੀ ਸੋਸ਼ਲ ਮੀਡੀਆ ਤੇ ਚਲੇ ਜਾਓ, ਇਹ ਸਾਰੇ ਬੜੇ ਫਖਰ ਕਰਦੇ ਨੇ ਉਸ ਗੁਨਾਹ ਤੇ। ਇਹ ਗੁਨਾਹ ਦੇ ਉੱਤੇ ਫਖਰ ਕਰਨ ਵਾਲੀ ਕੌਮ ਹੈ ਚੋਰ ਸਾਹਿਬ। ਇਹਨਾਂ ਦੇ ਵਿੱਚ ਗੈਰਤ, ਇਨਸਾਨੀਅਤ, ਸ਼ਰਾਫਤ, ਇੱਜ਼ਤ ਕੁਛ ਵੀ ਨਹੀਂ ਜੇ ਬਚਿਆ। ਥੋੜੀ ਜਿਹੀ ਵੀ ਹੋਵੇ ਨਾ ਗੈਰਤ, ਥੋੜੀ ਜਿਹੀ ਵੀ, ਮਾਮੂਲੀ ਜਿਹੀ ਵੀ, ਤੇ ਉੱਥੇ ਜਿਹੜੇ ਇਹਦੇ ਕੋਲ ਬੈਠੇ ਹੋਏ ਤੇ ਪਿੱਛੇ ਜੁਮਾ ਪੜ੍ਹਦੇ ਨੇ ਨਾ, ਵਿੱਚੋਂ ਕੋਈ ਇੱਕ ਵੀ ਬੋਲ ਪਵੇ ਕਿ ਵੀ ਭਾਈ ਪਹਿਲੇ ਇਹਦਾ ਤੇ ਜਵਾਬ ਦੇ ਲੈ, ਫਿਰ ਅੱਗੇ ਚੱਲਣੇ ਆ। ਕੋਈ ਇੱਕ ਵੀ ਹੋਵੇ ਕਿ ਏਡਾ ਜਲਸਾ ਹੈ ਜਦੋਂ ਕਰਦੇ ਨੇ, ਕੋਈ ਇੱਕ ਵੀ ਕਵੇ ਭਾਈ ਇਹਦਾ ਤੇ ਜਵਾਬ ਦੇ ਦੇ, ਕੀਤਾ ਕੀ ਜੇ, ਕਿੰਨਾ ਕੁ ਮੂੰਹ ਕਾਲਾ ਕੀਤਾ ਹੋਇਆ ਜੇ। ਫਿਰ ਤੁਸੀਂ ਰੀਅਲ ਇਸਲਾਮ ਸਾਨੂੰ ਦੱਸਿਓ, ਅਸਲੀ ਇਸਲਾਮ, ਨਾ ਅਸਲੀ ਇਸਲਾਮ ਜੇ। ਤੇ ਬਦਕਾਰੀ ਇੰਨੀ ਕਿ ਤੁਹਾਡੇ ਨਬੀਆਂ ਨੂੰ ਇਹ ਬਦਕਾਰ ਬੁਰਾ ਕਹਿੰਦੇ ਨੇ, ਇੱਕ ਨਹੀਂ ਕਹਿੰਦਾ। ये ऐसे बदकार फिर मेरे मुंह से सुनते हैं, उल्लू के पट्टे हैं ये आया हुआ है जो मलंग, ये खबीस मलंग जो सदाकत HD अभी बकवास कर रहा था, आप लोग आते ही लानते देनी शुरू कर देते हैं। ये कौन सा इस्लाम है? मिर्जे का वाला दिखाया, अब बकवास कर रहा है। ये सबके मुंह को गटर लगा, ऐसे ये बगैरत किस्म के लोग हैं। और क्या तुम्हें फूल पहनाए हम जब ऐसी बकवासत करोगे? अब मिर्जे का वाला दिया, अब कह रहे सारे नबियों ने लानते दी। देखो ये हाल है इनका। तो बकवास पहले क्यों की थी? पहले क्यों बकवास कर रहे थे कि लानते देते हैं? ਮੇਰੀ ऐसे ਤੇ उल्लू ਨਾ के पट्टे हैं। ਇੱਕ ਵਾਰੀ ਇਹਨਾਂ ਨਾਲ ਗੱਲ ਹੋਈ ਸੀ, ਉਦੋਂ ਮੈਂ ਦੇਖਿਆ ਕਿ ਇਹ ਤੇ ਨਬੀਆਂ ਦੇ ਗੁਸਤਾਖ ਨੇ। ਉਸ ਤੋਂ ਬਾਅਦ ਮੈਂ ਫੈਸਲਾ ਕਰ ਲਿਆ ਸੀ ਕਿ ਕਿਸੇ ਵੀ ਮਰਜ਼ਈ ਨਾਲ ਗੱਲ ਕਰਾਂਗਾ, ਕਿਸੇ ਵੀ ਮਰਜ਼ਈ ਨਾਲ, ਤੇ ਮੈਂ ਇਨਸ਼ਾਅੱਲਾ ਇਹਨਾਂ ਨਾਲ ਨਾ ਅੱਲਾ ਤੇ ਨਾ ਅੱਲਾ ਦੇ ਰਸੂਲ ਦੀ ਗੱਲ ਕਰਾਂਗਾ, ਮੈਂ ਸਿਰਫ ਮਿਰਜ਼ੇ ਦੀ ਜ਼ਾਤ ਦੀ ਗੱਲ ਕਰਾਂਗਾ, ਕਿਉਂਕਿ ਇਹ ਬਹੁਤ ਜ਼ਿਆਦਾ ਬਦਤਮੀਜ਼ ਲੋਕ ਨੇ। ਝੂਠੀਆਂ ਹਦੀਸਾਂ ਤੇ ਝੂਠੀਆਂ ਤਵੀਲਾਂ, ਝੂਠੀਆਂ ਤਵੀਲਾਂ ਨਹੀਂ, ਮਨ ਪਸੰਦ ਤਵੀਲਾਂ, ਜਿਹੜੀ ਮੇਰੇ ਮਨ ਨੂੰ ਸਹੀ ਲੱਗੇ, ਮਨ ਕੜਤ, ਜਿਹੜੀ ਮੇਰੇ ਮਨ ਨੂੰ ਸਹੀ ਲੱਗੇ, ਮੇਰੇ ਜਿਹੜੀ ਮਨ ਨੂੰ ਪਸੰਦ ਹੈ ਉਹ ਮੈਂ ਕਰਨੀ ਹੈ, ਭਾਵੇਂ ਉਹ ਝੂਠੀ ਹੈ ਤੇ ਭਾਵੇਂ ਸੱਚੀ ਹੈ, ਕਰਨੀ ਮੈਂ ਉਹ ਹੈ। ਤੋਬਾ ਅਸਤਗਫੁਰ। ਸਾਡੇ ਪ੍ਰੋਗਰਾਮ ਚ ਆਏ ਸਨ ਸਰਦਾਰ ਸਾਹਿਬ ਇੰਡੀਆ ਤੋਂ, ਉਹਨਾਂ ਕਿਹਾ ਸੀ ਇਹਨਾਂ ਦੀ ਇਸ ਬਕਵਾਸ ਨੇ ਰੰਗੀਲਾ ਰਸੂਲ ਕਿਤਾਬ ਲਿਖਾਈ ਹੈ। ਬਿਲਕੁਲ ਸੱਚ ਗੱਲ ਹੈ, ਬਿਲਕੁਲ ਸੱਚ ਗੱਲ ਹੈ। ਤੁਸੀਂ ਅਗਰ ਪੰਡਤ ਲੇਖ ਰਾਮ ਦੀ ਜਿਹੜੀ ਤਹਿਰੀਰਾਂ ਨੇ, ਜਿਹੜੇ ਖੱਤ ਨੇ ਨਾ, ਉਹ ਪੜ੍ਹ ਕੇ ਸੁਣ ਲਓ ਨਾ, ਉਹ ਕਹਿੰਦਾ ਮੈਂ ਕਹਿਣਾ ਹੀ ਨਹੀਂ ਚਾਹੁੰਦਾ ਸੀ इस्लाम के खिलाफ। पंडित लेखराम जो था उसने तो बकायदा, मेरे पास हवाला मौजूद है, उनका जो रिसाला निकलता था कुलियात आर्या मुसाफिर, उसमें उसने वाज़े तौर पे लिखा हुआ है कि हमारा इस्लाम के खिलाफ कलम उठाने का कोई इरादा नहीं था। बिल्कुल मिर्जा कादियानी ने हमें मजबूर किया है। जिस तरह इसने बकवास इसने अपनी किताब में लिख दिया हिंदुओं के भगवान के बारे में, परमेश्वर के बारे में, कि वो नाभ से 10 उंगली नीचे है, वो कह रहा था इसकी बकवासात ने हमें मजबूर किया कि हम भी इस्लाम के खिलाफ कलम उठाएं। वाज़े लिखा हुआ है उसने। लेकिन गल है वे कि इन लिखिया क्यों सी? हिंदू ते उस वेले मगलूब कौम सी, 1000 साल तो मुसलमानां दे नाल रह रहे सी। इन्हें लिखिया ही इस लई सी कि मुसलमान इन्हां दा लड़ाई होवे, अंग्रेज दी हुकूमत होवे, सिर्फ इन्हां ने असली किता सी। ਇਹ ਡਿਵਾਈਡ ਐਂਡ ਰੂਲ ਦੀ ਪਾਲਿਸੀ ਸੀ, ਜਿਹਦੇ ਕਰਕੇ ਮਿਰਜ਼ੇ ਨੇ ਸਾਰਾ ਕੰਮ ਕੀਤਾ। ਇਸ ਹਿੰਦੂਆਂ ਦੀ ਕਿਤਾਬ ਇਹਨੇ ਲਿਖੀ ਆਰੀਆ ਧਰਮ, ਉਹ ਤੇ ਬੰਦਾ ਪੜ੍ਹ ਹੀ ਨਹੀਂ ਸਕਦਾ। ਆਰੀਆ ਧਰਮ ਤੋਂ ਬਾਅਦ ਹਜ਼ਰਤ ਈਸਾ ਦੇ ਖਿਲਾਫ ਜੋ ਕੁਛ ਇਹਨੇ ਬਕਵਾਸ ਕੀਤੀ ਹੈ, ਉਸ ਤੋਂ ਬਾਅਦ ਮੁਸਲਮਾਨਾਂ ਦੇ ਖਿਲਾਫ ਜੋ ਇਹਨੇ ਬਕਵਾਸ ਕੀਤੀ ਹੈ, ਸਿੱਖਾਂ ਦੇ ਖਿਲਾਫ ਜਿਹੜੀ ਇਹਦੀ ਕਿਤਾਬ ਹੈ 7 ਬਚਨ, ਉਹ ਵੀ ਪੜ੍ਹ ਲਈਓ। ਉਹਦੇ ਵਿੱਚ ਮਿਰਜ਼ਾ ਨਾਨਕ, ਬਾਬਾ ਨਾਨਕ ਬਣਿਆ ਹੋਇਆ। ਇਹ ਸਿਰਫ ਇੱਕੋ ਹੀ ਇਹਦੀ ਡਿਊਟੀ ਸੀ ਕਿ ਕਿਸ ਤਰ੍ਹਾਂ ਫਸਾਦ ਪਾਇਆ ਜਾਏ, ਕਿਸ ਤਰ੍ਹਾਂ ਲੋਕਾਂ ਦੇ ਆਪਸ 'ਚ ਝਗੜੇ ਹੋਣ। ਅੰਗਰੇਜ਼ਾਂ ਦੇ ਵਕਤ ਹੀ ਉਹ ਮਨਾਜ਼ਰਿਆਂ ਦਾ ਸਿਲਸਿਲਾ ਸੀ, ਹੁਣ ਕਿਉਂ ਨਹੀਂ ਹੁੰਦੇ? ਉਸ ਤੋਂ ਪਹਿਲੇ ਕਿਉਂ ਨਹੀਂ ਸੀ ਹੁੰਦੇ? ਇਹੀ ਰਹਿ ਰਹੀ ਸੀ ਸਾਰੀਆਂ ਕੌਮਾਂ। ਇਹਨੇ ਹੀ ਕਰਵਾਇਆ ਸੀ ਸਿਰਫ ਪੈਸੇ ਲੈ ਕੇ, ਤੇ ਇਹ ਗੱਦਾਰੀ ਸੀ ਜਿਹਦੇ ਅਸਰਾਤ ਚੱਲ ਰਹੇ ਨੇ। ਗੱਦਾਰੀ ਬਹੁਤ ਬੁਰੀ ਚੀਜ਼ ਹੈ। ਇਹਨੇ ਗੱਦਾਰੀ ਲਈ, ਅੰਗਰੇਜ਼ਾਂ ਦਾ ਗੁਲਾਮੀ ਲਈ ਇਹਨੇ ਸਾਰਾ ਕੁਛ ਕੀਤਾ। ਤੇ ਅੰਗਰੇਜ਼ਾਂ ਦੇ ਵਕਤ ਇਹ ਅੰਗਰੇਜ਼ਾਂ ਦੀ ਫੌਜ ਦੇ ਵਿੱਚ, ਮੇਰੀ ਇੱਥੇ ਇੱਕ ਜਾਣਨ ਵਾਲੀ ਔਰਤ, ਉਹ ਹਕੀਮ ਕੀ ਸੀ ਉਹਦਾ ਨਾਮ, ਖੁਦਾਦਾਦ, ਜਿਹਨੂੰ ਪਹਿਲਾ ਵਿਕਟੋਰੀਆ ਪ੍ਰਾਈਜ਼ ਮਿਲਿਆ ਸੀ, ਵਿਕਟੋਰੀਆ ਦਾ ਨਾਮ, ਉਹ ਅੰਗਰੇਜ਼ਾਂ ਵਾਸਤੇ ਲੜਦਾ ਮਰਿਆ ਸੀ। ਤੇ ਮਰਦੇ ਕਿੱਥੇ ਰਹੇ ਨੇ? ਫਲਸਤੀਨ ਦੀ ਜਿਹੜੀ ਰਿਆਸਤ ਹੈ ਉਹ ਇਹਨਾਂ ਨੇ ਅੰਗਰੇਜ਼ਾਂ ਨੂੰ ਦਿੱਤੀ ਹੈ। ਉਹ ਲੜਨ ਨਾ ਚਲੇ ਗਏ ਸੀ ਪਾਕਿਸਤਾਨ ਇੰਡੀਆ ਤੋਂ, ਫਸਟ ਵਰਲਡ ਵਾਰ ਤੇ ਸਲਤਨਤ ਉਸਮਾਨੀਆ ਖਤਮ ਕਰਵਾਉਣ।
ਉਹ ਇਹਨਾਂ ਦਾ ਕੰਮ ਸੀ। ਅੱਜ ਵੀ ਫਲਸਤੀਨ ਦੇ ਵਿੱਚ ਤੁਹਾਨੂੰ ਕੁਝ ਜਗ੍ਹਾ ਲੱਭਣਗੀਆਂ ਜਿੱਥੇ ਇੰਡੀਅਨ ਰਾਇਲ ਆਰਮੀ ਦਾ ਲਿਖਿਆ ਹੋਇਆ ਇਹ ਅੰਗਰੇਜ਼ਾਂ ਦੇ ਹੱਕ 'ਚ ਤੇ ਮੁਸਲਮਾਨਾਂ ਦੇ ਖਿਲਾਫ ਲੜਨ ਗਏ ਸੀ। ਸਾਰਾ ਸਭ ਤੋਂ ਬਹੁਤਾ ਇਹ ਜਿਸਮਾਨੀ ਤੌਰ ਤੇ, ਅਕਲੀ ਤੌਰ ਤੇ, ਇਲਮੀ ਤੌਰ ਤੇ ਇਹਨਾਂ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਸੀ ਮੁਸਲਮਾਨਾਂ ਦੀ। ਤੇ ਅੱਗਿਓਂ ਅੱਲਾਹ ਤਾਲਾ ਦੀ ਮਿਹਰਬਾਨੀ ਹੈ ਸਾਡੇ ਵਿੱਚ ਬੜੇ ਬੜੇ ਗੈਰਤ ਵਾਲੇ ਰਹੇ ਨੇ ਤੇ ਹਮੇਸ਼ਾ ਹੀ ਰਹਿਣੇ ਨੇ। ਤੇ ਇਹਨਾਂ ਵਿੱਚ ਇੱਕ ਵੀ ਨਹੀਂ ਲੱਭਣਾ, ਤੁਹਾਨੂੰ ਢੂੰਢੀਓ ਇੱਕ ਵੀ ਨਹੀਂ ਲੱਭੇਗਾ ਜੀ। ਮੈਂ ਤੇ ਬੜਾ ਹੈਰਾਨ ਹੁੰਦਾ ਵਾ ਇਹਨਾਂ ਨੂੰ ਦੇਖਣਾ ਸੁਣਨਾ ਵਾ। ਇਹ ਤਾਂ ਨਾਮੁਮਕਿਨ ਗੱਲ ਕਿ ਤੁਹਾਨੂੰ ਇਹਨਾਂ 'ਚ ਗੈਰਤ ਦਾ ਇੱਕ ਵੀ ਲੱਭ ਜਾਏ। ਹੁਣ ਉਹ ਕੁੜੀ ਨਿਦਾ ਦੀ ਬੋਲੀ ਹੈ ਤੇ ਨਿਦਾ ਦੀ ਮਾਂ ਵੀ ਬੋਲੀ ਹੈ ਲਫ਼ਜ਼ ਗੈਰਤ। ਜਦੋਂ ਗੈਰਤ ਬੰਦਾ ਵਰਤਦਾ ਲਫ਼ਜ਼ ਫਿਰ ਉਹਨੂੰ ਅਪਣਾ ਲੈਂਦਾ ਹੈ, ਫਿਰ ਛੱਡਣਗੇ। ਇਹਨਾਂ ਵਿੱਚ ਗੈਰਤ ਦਾ ਨਾਂ ਦਾ ਲਫ਼ਜ਼ ਹੀ ਹੈ ਨਹੀਂ। ਮੇਰੇ ਤੇ ਦੋ ਹੀ ਜੀ ਜ਼ਿੰਦਗੀ ਦੇ ਵਿੱਚ, ਇੱਕ ਤੇ ਪਹਿਲਾ ਵੀ ਕਿ ਕਿਸੇ ਮਰਜ਼ੀ ਨੂੰ ਮੈਂ ਘਰ ਨਹੀਂ ਵੜਨ ਦੇਣਾ, ਟੋਟਲੀ ਪਰਵਰਟਿਡ ਲੋਕ ਨੇ। ਦੂਸਰਾ ਮੇਰਾ ਇਹ ਵੇ ਕਿ ਇਹਨਾਂ ਨਾਲ ਬਹਿਸ ਕਰਦੇ ਆ ਨਾ ਕੁਰਾਨ ਨਾ ਹਦੀਸ ਵਾਲਾ ਫਰਕ ਹੀ ਕੋਈ ਨਹੀਂ ਜੇ ਪੈਂਦਾ। ਤੁਸੀਂ ਇੱਕ ਵਾਰੀ ਡਾਕਟਰ ਸਾਹਿਬ ਨਾਲ ਗੱਲ ਕੀਤੀ ਸੀ, ਤੁਸੀਂ ਹਦੀਸਾਂ ਨੂੰ ਪੁੱਛਿਆ, ਉਹ ਮੰਨ ਗਿਆ, ਲੈ ਕੇ ਆਈ ਕੋਈ ਵੀ ਨਹੀਂ ਨਾ, ਉਹਨੂੰ ਫਿਰ ਕੋਈ ਸ਼ਰਮ ਆਈ। ਤੇ ਇਹਦਾ ਕਰਕੇ ਕੁਰਾਨ ਤੇ ਹਦੀਸ ਤੇ ਇਹਨਾਂ ਨਾਲ ਗੱਲ ਹੀ ਨਹੀਂ ਕਰਨੀ, ਕਿਉਂਕਿ ਬਹੁਤ ਗੁਸਤਾਖ ਲੋਕ ਨੇ। ਤੇ ਬਾਕੀ ਆ ਕੇ ਮਿਰਜ਼ੇ ਤੇ ਮਤਜ਼ਾਤ ਦੇ ਮੁਤਲਕ ਜਦੋਂ ਮਰਜ਼ੀ ਗੱਲ ਕਰ ਲੈਣ, ਮਿਰਜ਼ੇ ਦੇ ਕਰੈਕਟਰ ਤੇ ਕਰ ਲੈਣ, ਉਹਦੀ ਫੈਮਿਲੀ ਦੇ ਕਰੈਕਟਰ ਤੇ ਕਰ ਲੈਣ, ਇਹਨਾਂ ਦੇ ਪੱਲੇ ਹੀ ਕੁਛ ਨੇ। ਕੀ ਕਰਨ ਆਣਗੇ ਜੀ, ਕੁਝ ਵੀ ਗੱਲ ਹੀ ਕੋਈ। ਅੱਛਾ ਕੁਰੈਸ਼ੀ ਸਾਹਿਬ ਅਗਰ ਇਜਾਜ਼ਤ ਦਿਓ ਤੇ 3-4 ਦੋਸਤ ਆ ਗਏ ਨੇ, ਉਹਨਾਂ ਨਾਲ ਕਰੀਏ ਗੱਲ। ਅੱਲਾ ਖੁਸ਼ ਰੱਖੇ ਜੇ। ਮੈਂ ਹੁਣ YouTube ਤੇ ਚਲਾ ਜਾਂਦਾ, ਤੁਹਾਨੂੰ ਰੱਬ ਕਾਮਯਾਬੀਆਂ ਦੇਵੇ। ਮੈਂ ਤੇ ਸਿਰਫ ਨਾ ਤੁਹਾਨੂੰ ਦੁਆਵਾਂ ਦੇਣ ਆਉਣਾ ਵਾ ਤੇ ਜਾਂ ਕਿਧਰੇ ਸਾਹ ਦਵਾ ਸਕਾਂ, ਤੇ ਉਸ ਲਈ ਅੱਲਾ ਤੁਹਾਨੂੰ ਬੜੀਆਂ ਕਾਮਯਾਬੀਆਂ ਦੇਵੇ ਜੀ। ਅੱਲਾ ਪਾਕ ਤੁਹਾਨੂੰ ਸਿਹਤ ਦੇ। ਬੜੀ ਮਿਹਰਬਾਨੀ, ਬਹੁਤ ਸ਼ੁਕਰੀਆ ਜੀ। ਜੀ ਜ਼ਿਆ ਬਾਈ 2-3 ਹੋਰ ਭਾਈ ਆ ਗਏ ਨੇ। अच्छा जी ज़िया भाई, अच्छा जी 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 चौर साहब, वजीउल हसन साहब हैं जी मेरे साथ। अस्सलाम वालेकुम जी। वालेकुम सलाम। अच्छा तो जो है ना, मैं यहाँ पे नया नया हूँ, मैंने कुछ सवाल पूछने थे। जी जी मैंने ना ये जो है ना, ये तो बात सही है कि इनकी एक अंधी अकीदत है, वही एक ही रास्ते पे चल रहे हैं, इन्होंने कुछ मतलब जो है ना अपनी रिसर्च नहीं करनी होती। मेरी एक बंदे के साथ बात हो रही थी, वो कह रहा था कि जो है ना कुरान पाक में भी ऐसे अल्फाज हैं जिन पे मतलब शक व शुबा या वो ऐसे करके कर दिया जाता है। मेरा ना वहाँ पे रूह काम पे। और एक और बंदे से मेरी बात हो रही थी, वो कह रहा था कि नौज़ुबिल्लाह मरियम की शादी हुई है। मैंने कहा हवाला दो, कहता बाइबल का हवाला है। तो बाइबल जो थी, मैंने कहा वो तो अपनी रियल फॉर्म में आई नहीं। कहता मैंने आपको हवाला दे दिया, आपने मानना या नहीं मानना। ये इनकी अंधी अकीदत है। तो मैं ये देख रहा हूँ कि जो है ना, इतना सब होने के बाद ये मतलब मानते क्यों नहीं है। बस जी अकलों पे पर्दा पड़ा हुआ है, इन्होंने क्या मानना है। ये ब्रेन वाश्ड लोग हैं, और जिन लोगों ने खुद अपने आप को दोज़ख का ईंधन बनाने का सोच रखा हो, फिर उनको कैसे कोई समझाए। जितना मर्जी इनको बता दें, दिखा दें, ये बिल्कुल अकल से पैदल, अकल से फारग कौम है। बस जो कुछ मिर्जों ने इनके दिमाग में घुसेड़ा हुआ है, बस वही इनके लिए सब कुछ है। अल्लाह और दूसरी बात मैंने एक और बात बोलनी थी। ये बोलते हैं कि जो है ना इनकी जमात 200 कंट्रियों में फैल चुकी है, बड़ा फख्र करते हैं। 200 में तो नहीं, उसका ये एक मलंग आया था मेरे पास, वो कह रहा था 230 मुल्कों में। एक आया था वो 310 मुल्कों में बता रहा था। 300 मुल्क नहीं है मेरे ख्याल से, 230 भी नहीं है, लेकिन इनकी 230 मुमालिक में फैली हुई है। चांद पे है ना 2 मुल्क, उधर से बात हो रही है। अच्छा दूसरी बात मैंने ये बोलनी थी कि आप लोग ना मैं एक मशवरा, मैं तो अभी सीख रहा हूँ इसको, अभी मैं कोर्स भी कर रहा हूँ। मशवरा मेरा ये था कि आजकल ना टिकटॉक थोड़ी ज़्यादा चल रही है, तो अगर बंदा वहाँ पे अपने कुछ शॉर्ट क्लिप्स डाले ना, तो ज़्यादा लोगों तक रीच होगी। जिनको नहीं पता, मैंने कई ऐसे देखे हैं, बल्कि बहुत सारे ही, जिन्होंने किताबें पढ़ी नहीं है इसकी, मिर्ज़ा कादियानी की ये जो रूहानी खजाइन भी नहीं पढ़ी, ये सीरतुल महदी भी नहीं पढ़ी, कोई किताब नहीं पढ़ी। एक तो है बहुत बड़ी, और ऊपर से जो है ना सीधा रिजेक्ट करते हैं, बात को सुनते नहीं है। आपको कोई उनको हवाला दो ना, मैंने उनको हदीस सुनाई एक, तो वो सीधा कहता कि ज़ईफ है।
تو پھر میں نے پتا کیا کہ ضعیف حدیث کا مطلب کیا ہوتا ہے. عالم سے نا، ایک عالم صاحب تھے، ان سے پوچھا. کہتے ہیں ضعیف حدیث کا مطلب یہ ہوتا ہے کہ ایک بندے نے بات کہی ہے جو ایک ممبر پہ بیٹھا ہوا ہے، اور ایک بندے نے بات کہی ہے جو باہر پانی پی رہا ہے کھڑا ہوا. اس کی مثال یہ ہوتی ہے، اس کا مثال یہ نہیں ہوتی کہ جو ہے نا حدیث ہی غلط ہے. ضعیف حدیث کا مطلب یہ ہے کہ جو ہے نا یہ اس بندے نے دی ہے جس بندے سے بندہ کنفرم نہیں کر سکتا کہ یہ بات کنفرم ہے یا نہیں ہے. تو یہ مطلب سیدھا ریجیکٹ کرتے ہیں، یہ ایک اندھی عقیدت. یہ کیوں کرتے ہیں اس چیز کی مجھے سمجھ نہیں آتی. یہ میرا سوال جو ہے نا یہ ہے ان سے، چودھری صاحب سے، کیونکہ وہ پہلے قادیانی رہے ہیں. تو ان کو کیا سکھایا جاتا ہے؟ تو مطلب یہ کیوں نہیں سیکھنا، کیوں نہیں چاہتے؟ یہ ان کی غیرت کیوں نہیں جاگتی؟ دسو جی چور صاحب. چور صاحب شاید ابھی ہیں، چلے آتے ہیں تو ہم ان سے پوچھیں گے. ہمارے ساتھ ہیں جی. جی السلام علیکم. سوری ضیاء بھائی. جی چور صاحب. اچھا جی، بات یہ ہے کہ یہ جو دوست سوال پوچھ رہے ہیں نا، جی یہ میرا سوال جتنے بھی مسلمان بھائی ہیں، جو لوگ ہمارا پروگرام سن رہے ہیں، جو دیکھ رہے ہیں، سبھی سے مجھے خود نہیں سمجھ آئی. مجھے یہ بتائیں کون سی باتیں میں آپ کو بتاؤں. یہ تو ایک ایک بات پہ 4 گھنٹے ہم بات کر سکتے ہیں. مثال کے طور پہ کروڑوں بیعتیں مرزا طاہر نے اعلان کیا، کدھر ہے وہ؟ صحیح. دوسری بات پہ غور کر لیں، جو آئیڈیو ندا صاحبہ کی مسرور صاحب کے سامنے آئی ہے، یار کوئی دنیا کا انسان جس میں تھوڑا سا خدا کا خوف ہو، وہ سوچتا نہیں ہے کہ میں کیا کر رہا ہوں ہے؟ اس کے بعد بجائے اس کے کہ یہ ظالم کے خلاف آواز اٹھاتے، یہ ندا کے خلاف بول رہے ہیں. اب ایسے بیہیویئر پہ، ایسے عمل پہ کیا کہا جا سکتا ہے؟ میں تو چلے ایسے کہہ لیں کہ شاید یا سچ میں خدا کا کوئی عذاب ہے جو ان کو سمجھ نہیں آ رہی. ادروائز جس طرح سورج سامنے ہو، اس طرح سامنے نشان ہے. وہی مرزا مسرور جو اپنی بیٹی کو کہہ رہا ہے کہ کل تو آپ نے وہ گئی تھی اس کے پاس، وہی مرزا ان کا حضور بنا ہوا ہے. کیا کہا جا سکتا ہے؟ آپ بھی ماشاءاللہ جوان ہیں، آپ خود بھی غور کریں اگر کوئی سمجھ آ گئی. مجھے تو سمجھ نہیں آتی اس بات کی کہ اتنا کھلا نشان ہو اور اتنا دل ہلا دینے والا نشان ہو، دل ہلا دینے والا. ہم نے کوئی تقریباً، مجھے یاد نہیں ہے، بے شمار پروگرام کیے ہیں جو ندا سسٹر کے جو یہ ظلم ہے. دنیا کا کوئی بندہ اس آئیڈیو کا احاطہ کر کے بتائے، کوئی کر ہی نہیں سکتا. عقل جواب دے جائے گی، الفاظ نہیں ملیں گے. کوئی اس کا احاطہ کرے اس ظلم کا. اچھا، میرا نا ایک بندے سے بات ہو رہی تھی، وہ ملیشیا میں گیا ہوا ہے، وہ رہتا ہے، اس کے جو ہے نا امی ابو جو ہے تھے وہ قادیانی تھے، اور اس کی جو خالہ ہے نا وہ قادیانی نہیں تھی. مطلب وہ ان کی شادیاں جو ہے نا پھپھو کی طرف ہوئی تو وہ قادیانی نہیں تھے، تو وہ انہی کے فرقے میں چلے گئے. تو یہ کہتا ہے کہ جو ہے نا ہم جو بہن بھائی ہیں وہ تھے قادیانی. میں نے اس سے پوچھا، میں نے کہا یار تمہیں، کہتا مجھے اتنا علم نہیں ہے. میں نے کہا علم حاصل کرنا تو فرض ہے، مطلب اتنا علم تو آپ کو ہونا چاہیے کہ آپ کے عقائد کیا ہیں. ٹھیک ہے. کہتے ہیں کہ اگر عقیدے میں بندے کو شک بھی ہو نا تو وہ کافر ہے. اعمال میں کمی ہوگی تو اللہ تعالیٰ اس کو معاف کر دیں گے. اچھا، میں نے اس سے پوچھا، میں نے کہا تم کیا کرتے ہو، اللہ تعالیٰ سے دعا مانگتے ہو؟ کہتا میں دعا مانگتا ہوں کہ یا اللہ اگر میں غلط ہوں نا تو مجھے صحیح راستے پہ لگا دے. اسی طرح ایک اور بندہ تھا، وہ کہتا میں نے استخارہ کیا ہے، مطلب میں اپنے دین سے مطمئن ہوں. لیکن میں نے اس سے پوچھا، میں نے کہا جو ہے نا آپ جب کرتے ہو بات کسی سے، مطلب مشورہ لیتے ہو تو کیا کرتے ہو؟ میں نے کہا میں تم سے بات کرتا ہوں، میں تمہیں دلائل دیتا ہوں. کہتا تم مجھے دلائل دو، میں پوچھ کے بتاؤں گا، لیکن میں نے بات ان کی ماننی ہے. میں نے کہا جب تم نے بات ان کی ماننی ہے، اتنے تو تم بچے ہو نہیں کہ بھائی دو گود کے اندر بیٹھے ہو یا دودھ پیتے ہو، تمہیں اتنی تو عقل ہونی چاہیے کہ کیا تمہارا ضمیر کیا کہتا ہے.
لیکن اس نے اس بات پہ مجھے کوئی جواب نہیں دیا. اور پھر ان کو ہدایت کیسے ملے گی جب چاہیے ہی نہیں ان کو؟ اچھا میں ایک اور بات کر کے پھر دوسرے دوستوں سے بات کرتے ہیں. بات یہ ہے کہ میرا جو تعلق ہے وہ ہے سب و بڑیار سے. وہاں 5-7 گاؤں ہیں جہاں قادیانی کافی تعداد میں ہیں. کافی سے مراد یہ ہے کہ مسلمانوں کے مقابلے میں تھوڑے ہیں بالکل ہی، لیکن اگر باقی دنیا کو دیکھا جائے تو وہیں زیادہ ملنگا ہیں یہ. اچھا جی، لوگوں کو پتہ ہی نہیں ہے ان کا عقیدہ کیا ہے. لوگوں کو آج تک پتہ ہی نہیں کہ یہ ان کا مرزوں کا کردار کیا ہے. میں یہ سمجھتا ہوں بڑے یقین کے ساتھ کہ یہ جو ندا کی، فائزہ صاحبہ کی اور وہ شینڈی شاہ کی یہ جو 3 آئیڈیو آئی ہیں، یہ ایسے ہی ہے جیسے ٹائٹینک ایک جہاز ڈوبا تھا وہ برف کے وہ جو سیل سے ٹکرا کے. میں یہ یقین کے ساتھ کہتا ہوں کہ ان 3 آئیڈیو نے اس احمدیہ کلٹ کا وہ ایکسیڈنٹ کر دیا، ڈیمیج ہو گیا. یہ کلٹ ڈوب رہا ہے، یہ کلٹ ڈوب جانا ہے. عام قادیانی نہ تو اتنا بے غیرت ہے، نہ اتنا وہ سمجھ لیں کہ اس طرح کے بدکاروں کو مانتا ہے. بے شمار قادیانی جن کو پتہ ہی نہیں ابھی تک، ان کو سمجھانے کی ضرورت ہے. اور یہ بڑی جلدی یہ کلٹ ڈوب جائے گا. اور اگر آپ مائنڈ نہ کریں تو مختصر اگر سوال ہے تو اور پوچھ لیں. ہاں بس ایک چھوٹی سی بات کرنی ہے میں نے. جی مجھے مائنڈ نہیں ہے، ویسے ہی میں زیادہ ٹائم لے لیا. بات یہ ہے کہ جو ہے نا یہ سوچنا ہی نہیں چاہتے. مجھے پتا ہے یہ ڈوب رہا ہے، لیکن جو ہے نا یہ اب سوچ ہی نہیں رہے تو پھر کیا ہوگا. اب بس ان کے لیے یہی ہے. میں تھوڑا سا یہ کہنا چاہتا تھا کہ اگر تو تھوڑا سا نا جو آتے ہیں نا نیچے کمنٹ کرنے، ان کو پہلے تھوڑا سافٹ طریقے سے سمجھایا جائے. اگر تو وہ پھر غلط بات کرتے ہیں پھر ان کے ساتھ چترو چتری ہوا جائے جس طرح ان کا حق بنتا ہے. جی بالکل. آپ اللہ تعالیٰ آپ کو صحت دے. ہم نرم طریقے سے سمجھائیں، سخت طریقے سے سمجھائیں، یہ آتے ہی نہیں ہے، سامنے نہیں آتے. تو اگر آپ اجازت دیں تو باقی دوستوں سے کریں بات. جی جی بہت شکریہ. جزاک اللہ. میں یوٹیوب پہ آیا تھا. جی زیاد بھائی. جی تعظیم صاحب ہیں جی ہمارے ساتھ. السلام علیکم. شاید وہ بزی ہیں کہیں. بشیر خان صاحب ہیں. السلام علیکم جی. وعلیکم السلام ورحمۃ اللہ وبرکاتہ. ضیاء بھائی کیا حال ہیں آپ کے؟ الحمدللہ جی. آپ سنائیں. ضیاء بھائی میں 2-3 چیدہ باتیں کرنا چاہوں گا. جی ضیاء بھائی ایک تو یہ ہے کہ اگر کوئی قادیانی ہے اور وہ دل میں یہ نیت کر لیتا ہے کہ اللہ تعالیٰ کی ذات پاک مجھے ہدایت دے دے اور میں ہدایت کا طلبگار ہوں، تو اللہ تعالیٰ کی ذات پاک جو ہے وہ یقیناً جو ہدایت کا راستہ اختیار کرنا چاہے اللہ اس کو ہدایت ضرور دیتا ہے. ایک ہوتے ہیں کوئی بڑے ہی کیا اس کو کہہ سکتے ہیں گھٹیا نسل کے، اور جو مرزے نے لفظ استعمال کیا یہ انہی پہ فٹ ہوتا ہے، ولد الزنا. تو جو اس قسم کے لوگ ہیں نا اور جو بکواسات کر جاتے ہیں اسلام کے خلاف، قادیانیوں کی کلٹ میں رہتے ہوئے ان کی حمایت کے حاصل کرنے کے لیے بکواسات کر جاتے ہیں اسلام کے خلاف، تو جو اسلام کے خلاف بھونکتا ہے نا، اگر اللہ نے اس کے وہ لگائی ہوئی ہے کہ اس کو ہدایت ملے گی تو ملتی ہے، ورنہ ان کے نا دلوں پہ موریں لگ جاتی ہیں. اور دوسرا یہ جو ندا کی آڈیو آئی ہے اس کے بعد جو معاملات ابھی ہو رہے ہیں اور جو مسلمان ہو رہے ہیں، تو اللہ کے فضل و کرم سے امام مہدی علیہ السلام کی آمد ہے اور ان کی آمد ہو جائے گی انشاءاللہ. اس سے پہلے یہ جو جتنے بھی گندے کلٹ ہیں نا، جتنے بھی یہ جھوٹے دعوے داران ہیں، یہ ان کا حال وہی ہوگا جو مرزا کانے کا ہوا تھا. ان کی بھی موت ویسے ہی ہوگی جیسے اس کانے کی ہوئی تھی. جی ضیاء بھائی. جی جزاک اللہ. بہت بہت شکریہ. چر صاحب پروگرام کا اختتام کریں. ساتھیوں سے بات ہو گئی ہے، کیا خیال ہے؟ چور صاحب آپ موجود ہیں؟ چور صاحب شاید بزی ہو گئے ہیں. چلیں ناظرین کرام، انشاءاللہ ایک نئے پروگرام کے ساتھ جلدی حاضر ہوں گے. تب تک کے لیے آپ ہمیں اجازت دیجیے. شاید آج رات کو پاکستانی وقت کے مطابق پھر ہم ایک پروگرام کریں.
उसकी अनाउंसमेंट हम इंशाल्लाह कर देंगे। हाँ, डॉक्टर साहब हैं जी, लिंक मांग रहे हैं। आ जाए डॉक्टर साहब, हम काम करने लगे थे, ये लिंक मैं दे रहा हूँ आपको। और भी किसी साथी ने शामिल होना हो, को बात करनी हो, तो लिंक मैंने कमेंट सेक्शन में सेंड कर दिया है, शामिल हो सकता है, बात कर सकता है, फिर हम प्रोग्राम का अख्ताम करने लगे। और जितने साथी हमारा प्रोग्राम देखते हैं वो काइंडली इसका लिंक सोशल मीडिया पर लाजमी शेयर किया करें, ताकि ज़्यादा से ज़्यादा लोगों तक जो है वो हमारा पैगाम पहुंच सके। और जो नए साथी शामिल होते हैं वो हमारे चैनल को लाजमी सब्सक्राइब किया करें। जब साहब आप मौजूद हैं, चले गए? जी ज़िया भाई मैं मौजूद हूँ। मेरा वो माइक डिस्कनेक्ट था, तो अच्छा डॉक्टर साहब आ गए हैं, तो डॉक्टर साहब से बात करते हैं, तो फिर अगर मुझे मौका मिला तो मैं भी ज़रूर ड्यूटी दूंगा। जी, अस्सलाम वालेकुम डॉक्टर साहब। वालेकुम अस्सलाम, क्या हाल है? अल्हम्दुलिल्लाह जी, आप सुनाएं। बस अल्हम्दुलिल्लाह, बस मैं आप सबको सलाम करने आया था, ज्यादा कुछ नहीं है। आप प्रोग्राम खत्म कर रहे हैं? जज़ाक बहुत दिन बाद ऑनलाइन देखा तो इसलिए। चलें, जज़ाकल्लाह, बहुत डॉक्टर बहुत साहब शुक्रिया। चल साहब, मेरे ख्याल से जी, डॉक्टर साहब आपने गाँव पूछना के है, हिसाब से। आपने हमें पूछना है कि हमारी सेहत कैसी है, तो हम आपसे आप पूछते सब हैं क्योंकि काफ़ी देर बाद बात हुई है। तो सेहत ठीक है अल्लाह के फजल से आपकी? अल्हम्दुलिल्लाह ठीक। आप सब ठीक हैं? अल्हम्दुलिल्लाह। और सारे घर और हर तरह की खैर खैरियत है? हाँ सब ठीक है। अल्लाह ताला सेहत दे और इंशाल्लाह राब्ता रहेगा। जज़ाकल्लाह, आप शामिल हो गए, अल्लाह ताला आपको सेहत दे। ठीक है, जज़ाकल्लाह। जज़ाकल्लाह जी, बहुत बहुत शुक्रिया तमाम अहबाब का जो तशरीफ़ लाया, ख़ुसूसन चौर साहब का शुक्रिया, उन्होंने आज का प्रोग्राम किया है। अल्लाह ताला उनको भी जज़ाए खैर अता फ़रमाए और कादियानियों को हिदायत दे। जाते हुए नारा लगा दीजिए, ताजदार ख़त्म नबूवत ज़िंदाबाद, पाक फ़ौज ज़िंदाबाद, पाकिस्तान पाइंदाबाद। अस्सलामु अलैकुम व रहमतुल्लाहि व बरकातुहू।